ये थोड़ा कट कर दो, ज़्यादा ज़्यादा फैल गया ना, बस। कर्सर क्यों नहीं जा रहा है? अच्छा जी, हाँ जी, हेलो, आवाज़ नहीं जा रही। हेलो, गुड मॉर्निंग सर। गुड मॉर्निंग, गुड मॉर्निंग। सर सत श्री अकाल जी। ਲੈਟ ਅਸ ਸਟਾਰਟ। ਗੁੱਡ ਮਾਰਨਿੰਗ ਸਾਰਿਆਂ ਨੂੰ ਜੀ। ਅਸੀਂ ਸਟਾਰਟ ਗੁੱਡ ਮਾਰਨਿੰਗ। ਗੁੱਡ ਮਾਰਨਿੰਗ। ਅਸੀਂ ਪੜ੍ਹ ਰਹੇ ਸੀਗੇ, ਗੁੱਡ ਮਾਰਨਿੰਗ, ਅਸੀਂ ਪੜ੍ਹ ਰਹੇ ਸੀ ਪੇਪਰ ਨੰਬਰ 1 स्टैंडिंग FCR स्टैंडिंग ऑर्डर नंबर 7। अपने अपने बुक्स निकाल लो जी। पेपर नंबर 1 स्टैंडिंग ऑर्डर नंबर 7। पैरा नंबर 33 हु विल रिसीव रेवेन्यू ऑफ रिज्यूम्ड असाइनमेंट। जेकर सरकार किसी दी असाइनमेंट जिहड़ी हुंदी है, कोई किसी नूं जगीर असाइन कीती ही हुंदी है, ਤਾਂ ਸਰਕਾਰ ਵੱਲੋਂ ਜੇ ਕਿਤੇ ਰਿਜ਼ਿਊਮ ਹੋ ਜਾਂਦੀ ਹੈ ਕਿਸੇ ਕਾਰਨ, ਜਿਨ੍ਹਾਂ ਸ਼ਰਤਾਂ ਦੇ ਉੱਪਰ ਜਗੀਰ ਕਿਸ ਨੂੰ ਦਿੱਤੀ ਗਈ ਸੀਗੀ ਜਾਂ ਕਿਸ ਨੂੰ ਰਿਵਾਰਡ ਦਿੱਤਾ ਗਿਆ ਸੀਗਾ, ਜੋ ਕਿਸੇ ਕਾਰਨ ਸਰਕਾਰ ਰਿਜ਼ਿਊਮ ਕਰ ਲੈਂਦੀ ਹੈ, ਆਪਣੀ ਸ਼ਰਤਾਂ ਦੇ ਖਿਲਾਫ ਪੂਰਾ ਨਹੀਂ ਉਤਰਦਾ, ਤਾਂ ਜਿਹੜੀ ਉਹ ਜੇ ਜਗੀਰ ਵਾਲੇ ਪਿੰਡ ਹੈਗੇ ਆ, ਜੇਕਰ ਪਿੰਡ ਹੀ ਸਾਰੇ ਜਗੀਰ ਵਾਲੇ ਹੈਗੇ ਆ, ਤਾਂ ਉਹ ਜਗੀਰ ਕਿਸ ਨੂੰ ਮਿਲੇਗੀ? ਇਨ ਵਿਲੇਜ ਹੈਲਡ ਇੰਟਾਇਰਲੀ ਇਨ ਜਗੀਰ ਦ ਰੈਵਨਿਊ of less assignment will be payable to the ਜਗੀਰਦਾਰ। ਜੇਕਰ ਸਾਰਾ ਪਿੰਡ ਕਿਸੇ ਜਗੀਰਦਾਰ ਦੇ ਹੈਗਾ ਤੇ ਕਿਸੇ ਹੋਰ ਵਿਅਕਤੀ ਨੂੰ ਕਿਸੇ ਨੂੰ ਜਗੀਰ ਦਿੱਤੀ ਗਈ ਸੀਗੀ, ਉਸ ਪਿੰਡ ਦੇ ਵਿੱਚੋਂ ਕੁਛ ਰਕਬੇ ਦੇ ਵਿੱਚ ਕਿਸੇ ਵਿਅਕਤੀ ਨੂੰ ਕੋਈ ਲੈਂਡ ਰੈਵਨਿਊ ਦਿੱਤਾ ਗਿਆ ਸੀਗਾ, ਤਾਂ ਜੇਕਰ ਉਹ ਵਿਅਕਤੀ ਜਿਹੜਾ ਹੈਗਾ ਉਹ ਆਪਣੀ ਸ਼ਰਤਾਂ ਦੇ ਪੂਰਾ ਨਹੀਂ ਉਤਰਦਾ, ਜੇ ਉਹਦੀ ਜਗੀਰ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਰਿਜ਼ਿਊਮ ਕਰ ਦਿੱਤੀ ਜਾਂਦੀ ਹੈ, ਤਾਂ ਉਹ ਵਾਲੀ ਜਿਹੜੀ ਅਮਾਊਂਟ ਹੈਗੀ ਹੈ ਉਹ ਜਿਹੜੇ ਪਿੰਡ ਦੇ ਪਹਿਲੇ ਜਗੀਰਦਾਰ ਹੈਗੇ ਆ, ਉਹਨਾਂ ਜਗੀਰਦਾਰਾਂ ਦੇ ਵਿੱਚ ਹੀ, ਉਸ ਜਗੀਰ ਦੇ ਵਿੱਚ ਹੀ ਐਡਜਸਟ ਕਰ ਦਿੱਤੀ ਜਾਵੇਗੀ। ਜਾਣੀ ਕਿ ਜਿਹੜਾ ਜਗੀਰਦਾਰ ਹੋਏਗਾ he will be entitled to get the payment of the lapsed assignment। next है पैरा नंबर 34 in shared village where share of जगीरदार and the government are separated। कुछ पिंड ऐसे होंगे ने जिथे कुछ रकबा ਦੇ ਵਿੱਚੋਂ ਲੈਂਡ ਰੈਵਨਿਊ ਜਗੀਰਦਾਰਾਂ ਨੂੰ ਦਿੱਤਾ ਜਾਂਦਾ ਹੈ, ਕੁਛ ਰਕਬੇ ਦਾ ਜਿਹੜਾ ਲੈਂਡ ਰੈਵਨਿਊ ਹੈਗਾ ਉਹ ਸਰਕਾਰ ਦੇ ਖਾਤੇ ਵਿੱਚ ਆ ਜਾਂਦਾ ਹੈਗਾ। ਅਜਿਹੇ ਕੇਸਾਂ ਦੇ ਵਿੱਚ ਜੇ ਕਿਤੇ ਕਿਸੇ ਨੂੰ ਜਗੀਰ ਦਿੱਤੀ ਗਈ ਹੋਵੇ, ਉਹਦੀ ਜਿਹੜੀ ਜਗੀਰ ਹੈਗੀ ਆ ਉਹ ਲੈਪਸ ਹੋ ਚੁੱਕੀ ਹੋਵੇ, ਰਿਜ਼ਿਊਮ ਹੋ ਚੁੱਕੀ ਹੋਵੇ, ਫਿਰ ਕੀ ਹੈਗਾ? ਇਫ ਦ ਲੈਂਡਸ ਪੇਇੰਗ ਰੈਵਨਿਊ ਟੂ ਦਾ ਜਗੀਰਦਾਰ ਹੈਵ ਬੀਨ ਸੈਪਰੇਟ ਆਫ, ਸਰਕਾਰ ਵੱਲੋਂ ਵੱਖਰੀ ਹੈਗੀ ਹੈ, ਸੈਪਰੇਟ ਹੋਈ ਵੀ ਹੈ, ਜਗੀਰਦਾਰਾਂ ਦਾ ਰਕਬਾ ਵੱਖਰਾ ਹੈ ਤੇ ਗਵਰਨਮੈਂਟ ਦਾ ਖਾਤਾ ਵੱਖਰਾ ਹੈਗਾ, ਰਕਬਾ ਵੱਖਰਾ ਹੈਗਾ, ਦਾ ਅਬਵ ਰੂਲ ਵਿਲ ਅਪਲਾਈ, ਤਾਂ ਉਹੀ ਰੂਲ ਅਪਲਾਈ ਹੋਏਗਾ। ਜੇਕਰ ਉਹ ਜਗੀਰਦਾਰਾਂ ਦੇ ਰਕਬੇ ਦੇ ਵਿੱਚੋਂ ਜਗੀਰ ਦਿੱਤੀ ਗਈ ਸੀਗੀ ਤਾਂ ਜਗੀਰਦਾਰਾਂ ਨੂੰ ਮਿਲੇਗਾ ਉਸ ਅਮਾਊਂਟ, ਜੇਕਰ ਉਹ ਸਰਕਾਰ ਦੇ ਖਾਤੇ ਵਿੱਚੋਂ ਕਿਸੇ ਨੂੰ ਜਗੀਰ ਦਿੱਤੀ ਗਈ ਸੀਗੀ ਤਾਂ ਉਹਦਾ ਜਿਹੜਾ ਓਨਰ ਹੋਏਗਾ ਉਹ ਸਰਕਾਰ ਦੇ ਖਾਤੇ 'ਚ ਜਮ੍ਹਾਂ ਹੋਏਗੀ। ਨੈਕਸਟ ਹੈ ਪੈਰਾ ਨੰਬਰ 35 ਵੇਅਰ ਜਗੀਰਦਾਰਸ ਸ਼ੇਅਰ ਨਾਟ ਸੈਪਰੇਟਡ। ਜਿੱਥੇ ਜਿਹੜੀ ਸ਼ੇਅਰ ਹੈਗਾ ਉੱਥੇ ਕੋਈ ਸੈਪਰੇਟ ਨਹੀਂ ਕੀਤਾ ਗਿਆ, ਕੋਈ ਜ਼ਮੀਨ ਦੀ ਵੰਡ ਨਹੀਂ ਕੀਤੀ ਗਈ, ਫਲਾਣੇ ਖੇਤਾਂ ਦਾ ਜਿਹੜਾ ਰਕਬਾ ਹੈਗਾ ਉਸ ਰਕਬੇ ਦੀ ਜਿਹੜੀ ਅਸਾਈਨਮੈਂਟ ਹੈਗੀ ਹੈ ਉਹ ਜਗੀਰਦਾਰ ਨੂੰ ਮਿਲੇਗੀ, ਫਲਾਣੇ ਜਿਹੜਾ ਰਕਬਾ ਹੈਗਾ ਉਹਨਾਂ ਖੇਤਾਂ ਦੀ ਜਿਹੜੀ ਲੈਂਡ ਰੈਵਨਿਊ ਹੈਗਾ ਉਹ ਲੈਂਡ ਰੈਵਨਿਊ ਮਤਲਬ ਕਿ ਗਵਰਨਮੈਂਟ ਦੇ ਖਾਤੇ 'ਚ ਜਮ੍ਹਾਂ ਹੋਏਗਾ। ਜਿੱਥੇ ਕਿਤੇ ਇੱਦਾਂ ਦੀ ਗੱਲ ਨਹੀਂ ਹੈਗੀ, ਹੁਣ ਸ਼ੇਅਰ ਹੋਲਡਿੰਗ ਹੈਗੀ ਆ, ਉਹ ਟੋਟਲ ਪਿੰਡ ਦੇ ਰਕਬੇ ਦੇ ਵਿੱਚੋਂ ਇੰਨੇ % ਜਿਹੜਾ ਰਕਬਾ ਹੈਗਾ ਉਹ ਜਗੀਰਦਾਰਾਂ ਨੂੰ ਮਿਲਣਾ ਤੇ ਇੰਨੇ % ਜਿਹੜਾ ਰਕਬਾ ਲੈਂਡ ਰੈਵਨਿਊ ਹੈਗਾ ਉਹ ਸਰਕਾਰ ਦੇ ਖਾਤੇ 'ਚ ਜਾਣਾ, ਤਾਂ ਅਸਾਈਨਮੈਂਟ ਆਫ ਦਾ ਲੈਂਡ ਰੈਵਨਿਊ ਵਿਲ ਲੈਪਸ ਵਿਦ ਦਾ ਗਵਰਨਮੈਂਟ। ਦਾ ਇਹ ਜਿਹੇ ਕੇਸ ਦੇ ਵਿੱਚ ਜਿਹੜੀ ਸਰਕਾਰ ਜਿਹੜੀ ਕਿਸੇ ਵਿਅਕਤੀ ਦੀ ਜਿਹੜੀ ਕੋਈ ਜਗੀਰ ਹੈਗੀ ਹੈ ਜਾਂ ਕੋਈ ਅਸਾਈਨਮੈਂਟ ਹੈਗੀ ਹੈ ਸਰਕਾਰ ਨੇ ਵਾਪਸ ਲੈ ਲਈ ਹੈ ਜਾਂ ਲੈਪਸ ਹੋ ਚੁੱਕੀ ਹੈ, ਕਿਸੇ ਸਮੇਂ ਦੇ ਨਿਰਧਾਰਤ ਸੀ, ਇੱਕ ਪੁਸ਼ਤ ਤੱਕ ਸੀਗੀ ਜਾਂ ਇੱਕ ਵਿਅਕਤੀ ਤੱਕ ਸੀਗੀ ਜਿਹੜਾ ਰਿਵਾਰਡ ਦਿੱਤਾ ਗਿਆ ਸੀ ਗਵਰਨਮੈਂਟ ਵੱਲੋਂ, ਉਹ ਇੱਕ ਮਤਲਬ ਕਿ ਪੀੜ੍ਹੀ ਤੱਕ ਸੀਗਾ, ਜਾਂ ਜੇ 2 ਪੀੜ੍ਹੀਆਂ ਤੱਕ ਦਾ ਸੀਗਾ ਤਾਂ 2 ਪੀੜ੍ਹੀਆਂ ਖਤਮ ਹੋ ਚੁੱਕੀਆਂ, ਖਤਮ ਹੋਣ ਤੋਂ ਬਾਅਦ ਜਿਹੜੀ ਜੀਰ ਆ ਉਹ ਲੈਪਸ ਹੋ ਚੁੱਕੀ ਹੈ, ਉਹਦੀ ਜਿਹੜੀ ਟਰਮ ਜਿਹੜੀ ਹੈਗੀ ਲੈਪਸ ਹੋ ਚੁੱਕੀ ਹੈ। ਲੈਪਸ ਹੋਣ ਤੋਂ ਬਾਅਦ ਫਿਰ ਕੀ ਹੋਏਗਾ? ਜਿਹੜੀ ਪੇਮੈਂਟ ਹੈਗੀ ਉਹ ਕਿੱਥੇ ਜਾਏਗੀ? ਜੇ ਕਿਤੇ ਅਨਸ਼ੇਅਰਡ ਪਿੰਡ ਹੈਗੇ ਨੇ
ਤਾਂ ਉਹ ਜਿਹੜੀ ਅਮਾਉਂਟ ਹੈਗੀ ਹੈ ਉਹ ਫਿਰ ਸਰਕਾਰ ਦੇ ਖਾਤੇ ਦੇ ਵਿੱਚ ਜਾਏਗੀ। ਨੈਕਸਟ ਹੈ ਪੈਰਾ ਨੰਬਰ 36, calculation of service commutation on the sub assignments। ਜੇ ਕਿਤੇ ਕਿਸੇ ਵਿਅਕਤੀ ਨੇ ਕੋਈ ਸਰਵਿਸ ਦੇ ਰਿਗਾਰਡਿੰਗ ਉਹਦੀ ਸਰਵਿਸ ਦੇ ਡਿਪੈਂਡ ਕਰਦੀ ਸੀ ਜ਼ਗੀਰ, ਜੋ ਸਰਕਾਰ ਦੇ ਪ੍ਰਤੀ ਕੋਈ ਸੇਵਾਵਾਂ ਨਿਭਾਉਂਦਾ ਸੀਗਾ, ਠੀਕ ਹੈ, ਉਹਦੇ ਤੇ ਡਿਪੈਂਡ ਕਰਦੀ ਸੀ, ਉਹਦੀ ਕਮਿਊਟੇਸ਼ਨ ਉਹਦੇ ਤੇ ਡਿਪੈਂਡ ਕਰਦੀ ਸੀ। ਸਬ ਅਸਾਈਨਮੈਂਟਸ ਸੀ ਅੱਗੇ, ਵੇਅਰ ਦੇयर ਆਰ ਜ਼ਗੀਰਦਾਰਸ ਲਾਇਬਲ ਟੂ ਬੀ ਪੇਮੈਂਟ ਆਫ ਦਾ ਸਰਵਿਸ ਦੇ ਬਦਲੇ ਉਹਨਾਂ ਨੂੰ ਜਿਹੜੀ ਜ਼ਗੀਰ ਦਿੱਤੀ ਜਾਂਦੀ ਸੀਗੀ, ਕੋਈ ਅਮਾਉਂਟ ਦਿੱਤੀ ਜਾਂਦੀ ਸੀਗੀ, ਛੋਟੀ ਮੋਟੀ ਅਕਾਊਂਟ ਪੈਟੀ ਮਾਫੀਜ਼ ਜਾਂ ਕੋਈ ਛੋਟਾ ਮੋਟਾ ਉਹਨੂੰ ਮਾਫੀ ਦਿੱਤੀ ਗਈ ਸੀ ਜਾਂ ਕੋਈ ਅਲਾਉਂਸਸ ਦਿੱਤੇ ਗਏ ਸੀ। ਆਰ ਗranted ਬਾय ਦਾ ਜ਼ਗੀਰਦਾਰ ਟੂ ਦਾ ਡਿਪੈਂਡੈਂਟਸ। ਪੈਟੀ ਮਾਫੀ ਐਂਡ ਅਲਾਉਂਸਸ ਆਰ ਟੂ ਇਨ ਦਾ ਫਿਊਚਰ ਵੀ ਇਨਕਲੂਡਡ ਇਨ ਦਾ ਜ਼ਗੀਰ। ਜਦੋਂ ਉਹਦਾ ਕੋਈ ਹਿਸਾਬ ਕਿਤਾਬ ਲੱਗੇਗਾ ਵੀ ਉਹਨੇ ਕਿੰਨੀ ਸਰਵਿਸ ਕੀਤੀ ਹੈ, ਕਿੰਨੀ ਸਰਕਾਰ ਦੇ ਖਾਤੇ ਵਿੱਚ ਸਰਵਿਸ ਕੀਤੀ ਹੈ, ਜਿੰਨੀ ਉਹਨੂੰ ਪੈਟੀ ਮਾਫੀ ਦਿੱਤੀ ਗਈ ਹੈ ਜਾਂ ਕੋਈ ਛੋਟੀ ਮੋਟੀ ਉਸਨੂੰ ਜ਼ਗੀਰ ਦਿੱਤੀ ਗਈ ਹੈ, ਇਨ ਫਿਊਚਰ ਵੀ ਇਨਕਲੂਡਡ ਇਨ ਦਾ ਜ਼ਗੀਰ ਫਾਰ ਦਾ ਪਰਪਸ ਆਫ ਕੈਲਕੂਲੇਸ਼ਨ ਸਰਵਿਸ ਕਮਿਊਟੇਸ਼ਨ। ਜਦੋਂ ਉਹਦੀ ਸਰਵਿਸ ਕਮਿਊਟ ਹੋਣੀ ਹੈ ਵੀ ਉਹਦੇ ਇੰਨੀ ਸਰਵਿਸ ਨਿਭਾ ਦਿੱਤੀ ਸਰਕਾਰ ਦੇ ਪ੍ਰਤੀ, ਉਹਦੀ ਪੇਮੈਂਟ ਕਿੰਨੀ ਬਣਦੀ ਹੈਗੀ ਹੈ, ਤਾਂ ਉਹਦੇ ਵਿੱਚ ਜਿਹੜੀਆਂ ਉਸਨੂੰ ਪਹਿਲਾਂ ਕੋਈ ਛੋਟੀ ਮੋਟੀ ਕੋਈ ਮਾਫੀ ਦਿੱਤੀ ਗਈ ਹੈ ਜਾਂ ਕੋਈ ਛੋਟਾ ਮੋਟਾ ਅਲਾਉਂਸ ਦਿੱਤਾ ਗਿਆ ਹੈਗਾ, ਉਹ ਡਿਡਕਟ ਕਰਕੇ ਹੀ ਬਾਕੀ ਜਿਹੜੀ ਅਮਾਉਂਟ ਹੈ ਉਸਨੂੰ ਦਿੱਤੀ ਜਾਏਗੀ। ਨੈਕਸਟ ਹੈ ਪੈਰਾ 37 ਔਨ ਦਾ ਲੈਪਸ ਆਫ ਜ਼ਗੀਰ ਇਨ ਹੋਲ ਔਰ ਇਨ ਪਾਰਟ। ਜੇ ਕਿਸੇ ਦੀ ਕੋਈ ਜ਼ਗੀਰ ਹੈਗੀ ਹੈ, ਠੀਕ ਹੈ, ਉਹ ਲੈਪਸ ਹੋ ਜਾਂਦੀ ਹੈ ਸਾਰੀ ਦੀ ਸਾਰੀ ਜਾਂ ਕੋਈ ਪਾਰਟ ਹੋ ਜਾਂਦਾ ਹੈ, ਤਾਂ ਰਿਕਵਰੀਜ਼ ਆਫ ਦਾ ਜ਼ਗੀਰ ਰੈਵਨਿਊ ਸ਼ੁੱਡ ਬੀ ਡਿਪੋਜ਼ਿਟਡ ਵਿਦ ਦਾ ਗਵਰਨਮੈਂਟ ਹੈਡ। ਤਾਂ ਜਿਹੜੀ ਇਹਦੀ ਰਿਕਵਰੀ ਹੈਗੀ ਹੈ, ਜ਼ਗੀਰ ਕਿਸ ਨੂੰ ਦਿੱਤੀ ਜਾਂਦੀ ਸੀ, ਟਾਈਮ ਪੂਰਾ ਹੋ ਗਿਆ, ਟਾਈਮ ਪੂਰਾ ਹੋਣ ਤੋਂ ਬਾਅਦ ਉਹਦੀ ਜ਼ਗੀਰ ਜਿਹੜੀ ਲੈਪਸ ਹੋ ਗਈ, ਲੈਪਸ ਹੋਣ ਤੋਂ ਬਾਅਦ ਤਾਂ ਫਿਰ ਉਹ ਜਿਹੜਾ ਅਮਾਉਂਟ ਹੈ ਕਿੱਥੇ ਜਾਏਗੀ, ਰਿਕਵਰੀਜ਼ ਆਫ ਜ਼ਗੀਰ ਰੈਵਨਿਊ ਸ਼ੁੱਡ ਬੀ ਡਿਪੋਜ਼ਿਟਡ ਵਿਦ ਦਾ ਗਵਰਨਮੈਂਟ ਹੈਡ। ਤਾਂ ਉਹ ਜਿਹੜੀ ਅਮਾਉਂਟ ਹੈਗੀ ਹੈ ਉਸ ਤੋਂ ਬਾਅਦ ਜਿਵੇਂ ਲੈਂਡ ਰੈਵਨਿਊ ਆਪਣਾ ਇਕੱਠਾ ਹੋ ਕੇ ਸਰਕਾਰ ਦੇ ਖਾਤੇ ਜਾਂਦਾ ਹੈਗਾ, ਏਦਾਂ ਉਹ ਜਿਹੜੀ ਜ਼ਗੀਰ ਦੀ ਜਿਹੜੀ ਅਮਾਉਂਟ ਹੈਗੀ ਹੈ ਉਹ ਸਰਕਾਰ ਦੇ ਖਾਤੇ ਜਾਏਗੀ, ਨਾਟ ਫਾਰ ਦਾ ਕਲੇਮੈਂਟਸ ਆਫ ਦਾ ਜ਼ਗੀਰਦਾਰ। ਉਹਦੇ ਜਿਹੜੇ ਕਲੇਮੈਂਟਸ ਹੈਗੇ ਨੇ ਜ਼ਗੀਰਦਾਰ ਦੇ, ਉਹਨਾਂ ਦੇ ਖਾਤੇ 'ਚ ਨਹੀਂ ਜਾਂਦੀ ਹੈਗੀ। ਨੈਕਸਟ ਹੈ ਪੈਰਾ 38 ਇੰਸਟਰਕਸ਼ਨਸ ਫਾਰ ਦਾ ਸਬਮਿਸ਼ਨ ਆਫ ਰਿਟਰਨਸ। ਜਿਹੜੇ ਜ਼ਗੀਰਦਾਰ ਹੈਗੇ ਨੇ ਪਿੰਡਾਂ ਦੇ ਵਿੱਚ, ਜਿਹਨਾਂ ਨੂੰ ਜ਼ਗੀਰ ਸਰਕਾਰ ਵੱਲੋਂ ਲੈਂਡ ਰੈਵਨਿਊ ਅਸਾਈਨ ਕੀਤਾ ਗਿਆ ਸੀਗਾ, ਉਸ ਲੈਂਡ ਰੈਵਨਿਊ ਸੰਬੰਧੀ ਕਿੰਨੇ ਜ਼ਗੀਰਦਾਰ ਹੈਗੇ ਆ, ਕਿੰਨੀ ਅਮਾਉਂਟ ਹੈਗੀ ਹੈ, ਇਸ ਸੰਬੰਧੀ ਜਿਹੜੀ ਸਰਕਾਰ ਵੱਲੋਂ ਕੋਈ ਰਿਟਰਨ ਭਰੀ ਜਾਂਦੀ ਹੈ, ਈਅਰਲੀ ਰਿਟਰਨ, ਸਾਲਾਨਾ ਰਿਟਰਨ ਭਰੀ ਜਾਂਦੀ ਹੈ। ਸਾਲਾਨਾ ਰਿਟਰਨ ਕਲੈਕਟਰ ਵੱਲੋਂ ਜਾਏਗੀ, ਕਮਿਸ਼ਨਰ ਨੂੰ ਜਾਏਗੀ, ਕਮਿਸ਼ਨਰ ਤੋਂ ਸਰਕਾਰ ਨੂੰ ਜਾਏਗੀ, ਈਅਰਲੀ ਰਿਟਰਨ ਹੋਏਗੀ ਇਨ ਫਾਰਮ ਬਿਲੋ। ਇੱਕ ਤੋਂ ਜਿਹੜੇ 15 ਫਾਰਮ ਹੈਗੇ ਤੇ ਕਾਲਮ ਬਣੇ ਹੋਏ ਹੈਗੇ ਆ, ਉਹ ਤੁਸੀਂ ਦੇਖ ਲਓ ਨੀਚੇ 115 ਕਾਲਮ ਬਣੇ ਹੋਏ ਹੈਗੇ ਆ। ਉਸ ਫਾਰਮ ਦੇ ਵਿੱਚ ਜਿਹੜੀ ਹੈਗੀ ਹੈ ਇਹ ਰਿਟਰਨ ਗਵਰਨਮੈਂਟ ਵੱਲੋਂ ਜਾਂਦੀ ਹੈ ਵੀ ਕਿਹੜੇ ਵਿਅਕਤੀ ਨੂੰ ਕਿਹੜੇ ਪਿੰਡ ਦੇ ਵਿੱਚ ਜਿਹੜੀ ਜ਼ਗੀਰ ਹੈ ਉਹ ਅਲਾਟ ਕੀਤੀ ਗਈ ਸੀ, ਉਹਨਾਂ ਵਿੱਚੋਂ ਕਿਹੜੇ ਵਿਅਕਤੀ ਦੀ ਜਿਹੜੀ ਜ਼ਗੀਰ ਹੈਗੀ ਉਹ ਟਰਮ ਪੂਰੀ ਹੋ ਚੁੱਕੀ ਹੈ। ਟਰਮ ਪੂਰੀ ਹੋਣ ਤੋਂ ਬਾਅਦ ਉਹ ਜਿਹੜੀ ਅਮਾਉਂਟ ਹੈਗੀ ਹੁਣ ਕੀ ਉਹ ਪਿੰਡ ਦੇ ਜ਼ਗੀਰਦਾਰਾਂ ਨੂੰ ਦਿੱਤੀ ਜਾਂਦੀ ਹੈ ਜਾਂ ਸਰਕਾਰ ਦੇ ਖਾਤੇ 'ਚ ਜਮ੍ਹਾਂ ਹੋ ਰਹੀ ਹੈ। ਇਹ ਸਾਰੀ ਜਿਹੜੀ ਰਿਟਰਨ ਹੁੰਦੀ ਇੱਕ ਸਾਲ ਦੇ ਵਿੱਚ ਕੀ ਕੁਛ ਵਾਪਰਿਆ, ਉਹ ਸਾਰੀ ਰਿਟਰਨ ਮਤਲਬ ਕਿ ਈਅਰਲੀ ਰਿਟਰਨ ਹੈਗੀ ਹੈ, ਉਹਦੇ ਵਿੱਚ ਕੀ ਸ਼ੋਅ ਕੀਤਾ ਜਾਏਗਾ, ਸ਼ੋਇੰਗ ਸੈਟਲਮੈਂਟ ਆਫ ਦਾ ਲੈਪਸਸ। ਜੇ ਕਿਸੇ ਜ਼ਗੀਰ ਜਿਹੜੀ ਲੈਪਸ ਹੋ ਚੁੱਕੀ ਸੀ, ਸਮਾਂ ਪੂਰਾ ਹੋਣ ਤੇ ਲੈਪਸ ਹੋ ਚੁੱਕੀ ਸੀ, ਉਹ ਦੱਸਿਆ ਜਾਏਗਾ ਸਾਰਾ। ਕਿਸੇ ਦੀ ਜ਼ਗੀਰ ਕੋਈ ਰਿਜ਼ੂਮ ਕੀਤੀ ਗਈ ਹੈ ਸਰਕਾਰ ਵੱਲੋਂ, ਜੋ ਟਰਮਸ ਐਂਡ ਕੰਡੀਸ਼ਨ ਦੇ ਆਧਾਰ ਤੇ ਉਹ ਕੰਮ ਨਹੀਂ ਸੀ ਕਰਦਾ, ਉਹਦੀ ਸਰਕਾਰ ਵੱਲੋਂ ਦੇਖੋ ਦੋ ਗੱਲਾਂ ਹੋ ਗਈਆਂ, ਇੱਕ ਲੈਪਸ ਹੋਣਾ ਵੱਖਰੀ ਚੀਜ਼ ਹੈ, ਰਿਜ਼ੂਮ ਹੋਣਾ ਵੱਖਰੀ ਚੀਜ਼ ਹੈ। ਰਿਜ਼ੂਮ ਉਦੋਂ ਕਰਦੇ ਹਾਂ ਅਸੀਂ ਜਦੋਂ ਕੋਈ ਵਿਅਕਤੀ ਜਿਹੜਾ ਹੈਗਾ ਸਰਕਾਰ ਦੇ ਪ੍ਰਤੀ ਲਾਇਲ ਨਹੀਂ ਰਹਿ ਜਾਂਦਾ, ਗੁੱਡ ਬਿਹੇਵੀਅਰ ਨਹੀਂ ਹੋ ਜਾਂਦਾ, ਜਾਂ ਉਹ ਕੋਈ ਕ੍ਰਿਮੀਨਲ ਐਕਟੀਵਿਟੀ ਕਰਦਾ, ਤਦ ਜਿਹੜਾ ਹੈਗਾ ਗਵਰਨਮੈਂਟ ਕੋਲ ਪਾਵਰ ਹੈਗੀ ਉਹਦੀ ਕਿਸੇ ਨੂੰ ਦਿੱਤੀ ਗਈ ਜਿਹੜੀ ਅਸਾਈਨਮੈਂਟ ਹੈ ਲੈਂਡ ਰੈਵਨਿਊ ਦੀ ਹੈ, ਕੋਈ ਮਾਫੀ ਹੈ, ਕੋਈ ਜ਼ਗੀਰ ਹੈ, ਤਾਂ ਉਹ ਜਿਹੜੀ ਹੈਗੀ ਹੈ ਰਿਜ਼ੂਮ ਕੀਤੀ ਜਾ ਸਕਦੀ ਹੈ। ਪਰ ਕਈਆਂ ਜਿਹੜੀ ਜ਼ਗੀਰ ਹੁੰਦੀ ਹੈ ਉਹਦੀ ਇੱਕ ਟਰਮ ਲਿਮਟ ਵੀ ਹੁੰਦੀ ਹੈਗੀ, 1 ਪੁਸ਼ਤ ਤੱਕ ਜਾਏਗੀ ਜਾਂ 2 ਪੁਸ਼ਤਾਂ ਤੱਕ ਜਾਏਗੀ ਜਾਂ 3 ਪੁਸ਼ਤਾਂ ਤੱਕ ਜਾਏਗੀ। ਇਹ ਜਿਹੜਾ ਹੈਗਾ ਸਾਰੀ ਉਹਦੀ ਸਨਦ ਦੇ ਵਿੱਚ ਜਦੋਂ ਕਿਸੇ ਨੂੰ ਜ਼ਗੀਰ ਦਿੱਤੀ ਜਾਂਦੀ ਹੈ ਤਾਂ ਉਹਦੀ ਸਨਦ ਦੇ ਵਿੱਚ ਸਾਰਾ ਸਪੈਸੀਫਾਈ ਕੀਤਾ ਜਾਂਦਾ ਗਵਰਨਮੈਂਟ ਵੱਲੋਂ। ਜਦੋਂ ਸਨਦ ਦੇ ਮੁਤਾਬਕ ਜਿਹੜੀ ਜ਼ਗੀਰ ਦੀ ਟਰਮ ਪੂਰੀ ਹੋ ਜਾਂਦੀ ਹੈ, ਠੀਕ ਹੈ, ਉਹ ਜਿਹੜਾ ਹੈਗਾ ਵੇਰਵਾ ਸਾਰਾ ਦਾ ਸਾਰਾ ਵੇਰਵਾ ਜਦੋਂ ਈਅਰਲੀ ਰਿਟਰਨ ਭਰੀ ਜਾਂਦੀ ਹੈ ਕਲੈਕਟਰ ਵੱਲੋਂ ਤਹਿਸੀਲ ਪੱਧਰ ਤੋਂ ਲੈ ਕੇ, ਤਾਂ ਉਹ ਸਾਰਾ ਵੇਰਵਾ ਉਸ ਰਿਟਰਨ ਦੇ ਵਿੱਚ ਸ਼ੋਅ ਕੀਤਾ ਜਾਂਦਾ ਹੈ ਬਾਈ ਦਾ ਕਲੈਕਟਰ ਟੂ ਦਾ ਕਮਿਸ਼ਨਰ। 15 ਅਪ੍ਰੈਲ ਤੱਕ ਐਵਰੀ ਈਅਰ, ਇਹ ਜਿਹੜੀ 15 ਅਪ੍ਰੈਲ ਤੱਕ ਹੈਗਾ ਐਵਰੀ ਈਅਰ ਜਿਹੜੀ ਹੈਗੀ ਗਵਰਨਮੈਂਟ ਵੱਲੋਂ ਕਲੈਕਟਰ ਵੱਲੋਂ ਭੇਜੀ ਜਾਂਦੀ ਹੈ, ਤੇ ਇਹ FCR ਦੇ ਕੋਲੇ ਜਿਹੜੀ ਹੈਗੀ ਹੈ 1 ਮਈ ਤੱਕ ਪਹੁੰਚ ਜਾਣੀ ਮਤਲਬ ਕਿ ਯਕੀਨੀ ਬਣਦੀ ਹੈਗੀ ਹੈ, ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਕਿ ਉਸ ਤੋਂ ਪਹਿਲਾਂ ਭੇਜੀ ਜਾਂਦੀ ਹੈ ਤਾਂ ਕਿ 1 ਮਈ ਤੱਕ ਜਿਹੜੀ ਹੈਗੀ ਹੈ FCR ਕੋਲ ਪਹੁੰਚ ਜਾਵੇ।
ਜਿਹੜੇ ਇਹ ਫਾਰਮ ਹੈਗਾ, ਫਾਰਮ 'ਚ ਕੀ ਹੁੰਦਾ, ਸੀਰੀਅਲ ਨੰਬਰ ਹੁੰਦਾ ਹੈ, ਨੇਮ ਆਫ ਦਾ ਸਟੇਟ, ਪਿੰਡ ਦਾ ਨਾਮ ਹੁੰਦਾ ਹੈਗਾ, ਠੀਕ ਹੈ ਜੀ, ਵਿਲੇਜ ਹੋਲ ਸਾਰੇ ਪਿੰਡ ਦੇ ਬਾਰੇ 'ਚ ਗੱਲ ਕਰੀ ਜਾਂਦੀ ਹੈ, ਜਾਂ ਨੇਮ ਆਫ ਦਾ ਮਾਫੀਦਾਰ ਕੌਣ ਸੀਗਾ, ਉਹਦੀ ਡੈਥ ਕਦੋਂ ਹੋਈ ਹੈ, ਲੈਪਸ ਕਦੋਂ ਹੋਈ ਹੈ, ਰਿਜ਼ੂਮ ਕਦੋਂ ਕੀਤੀ ਗਈ ਹੈ, ਇਹ ਸਾਰਾ ਵੇਰਵਾ ਜਿਹੜੇ ਤੁਹਾਡੇ ਕੋਲ 1 ਤੋਂ 15 ਫਾਰਮ ਹੈਗੇ, ਕਾਲਮ ਹੈਗੇ ਫਾਰਮ ਦੇ, ਉਹਦੇ ਵਿੱਚ ਦਿੱਤਾ ਜਾਂਦਾ ਹੈ ਸਾਰਾ ਸਾਰਾ ਵੇਰਵਾ। ਨੈਕਸਟ ਸਟੈਪ ਹੈ 39 ਪੰਜਾਬ ਸਰਕਾਰ ਦਾ ਜਿਹੜਾ ਸਰਕੂਲਰ ਹੈ 30 ਨੰਬਰ 35 1987 ਦੇ ਵਿੱਚ ਜਾਰੀ ਕੀਤਾ ਗਿਆ ਸੀ, ਰਿਕਮੈਂਡੇਸ਼ਨਸ ਫॉर द ਗ੍ਰਾਂਟ ਟੂ ਚੈਰੀਟੇਬਲ ਇੰਸਟੀਟਿਊਸ਼ਨਸ। ਜਿਹੜੀ ਚੈਰੀਟੇਬਲ ਇੰਸਟੀਟਿਊਸ਼ਨ ਹੁੰਦੇ ਨੇ, ਗੁਰਦੁਆਰਾ, ਮੰਦਿਰ, ਹੋਰ ਕੋਈ ਧਾਰਮਿਕ ਸਥਾਨ, ਠੀਕ ਹੈ, ਉਹਨਾਂ ਨੂੰ ਜਿਹੜੀ ਗ੍ਰਾਂਟ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ, ਉਹਦੀ ਜਿਹੜੀ ਰਿਕਮੈਂਡੇਸ਼ਨ ਦੀ ਗੱਲ ਕੀਤੀ ਗਈ ਹੈ, ਮਸਟ ਬੀ ਸਬਮਿਟਡ ਇਨ ਦਾ ਪ੍ਰਿੰਟਡ ਫਾਰਮ, ਸਪਲਾਈ ਟੂ ਦਾ ਡੀਸੀ, ਡਿਪਟੀ ਕਮਿਸ਼ਨਰ ਕੋਲ ਇਦਾਂ ਦੇ ਪ੍ਰਿੰਟਡ ਫਾਰਮ ਆਉਂਦੇ ਆ ਦਫ਼ਤਰ ਦੇ ਵਿੱਚ, ਤੇ ਉਹਨਾਂ ਫਾਰਮਾਂ ਦੇ ਵਿੱਚ ਜਿਹੜੀ ਰਿਕਮੈਂਡੇਸ਼ਨਸ ਹੈਗੀ ਹੈ ਉਹ ਭਰ ਕੇ ਭੇਜੀ ਜਾਂਦੀ ਹੈ ਸੈਪਰੇਟਲੀ ਐਜ਼ ਪਰ ਦਾ ਰਿਕੁਆਇਰਮੈਂਟ ਆਫ ਦਾ ਗਵਰਨਮੈਂਟ ਔਰ FCR। ਜਿਵੇਂ ਕਿ ਸਰਕਾਰ ਵੱਲੋਂ ਕੋਈ ਰਿਕੁਆਇਰਮੈਂਟ ਹੈਗੀ ਹੈ, FCR ਵੱਲੋਂ ਕੋਈ ਰਿਕੁਆਇਰਮੈਂਟ ਹੈਗੀ ਹੈ, ਉਸ ਰਿਕੁਆਇਰਮੈਂਟ ਦੇ ਮੁਤਾਬਕ ਜੇ ਕੋਈ ਆਫੀਸਰ, ਕੋਈ ਕਲੈਕਟਰ ਚਾਹੁੰਦਾ ਹੈਗਾ ਵੀ ਕਿਸੇ ਧਾਰਮਿਕ ਅਦਾਰੇ ਨੂੰ ਕੋਈ ਜਿਹੜੀ ਹੈਗੀ ਹੈ ਚੈਰੀਟੇਬਲ ਇੰਸਟੀਚਿਊਟ ਨੂੰ, ਜਿਹੜਾ ਧਾਰਮਿਕ ਦੇ ਜਿਹੜਾ ਸੋਸ਼ਲ ਵਰਕਿੰਗ ਦੇ ਕੰਮ ਕਰਦਾ ਹੈ ਜਾਂ ਚੈਰੀਟੇਬਲ ਦੇ ਕੰਮ ਕਰਦਾ ਹੈਗਾ, ਪਬਲਿਕ ਦੇ ਲਈ ਬੈਨੀਫਿਟ ਦੇ ਕੰਮ ਕਰਦਾ ਹੈਗਾ, ਆਪਦੇ ਇੰਟਰਸਟ ਲਈ ਕੰਮ ਨਹੀਂ ਕਰਦਾ ਹੈਗਾ, ਠੀਕ ਹੈ, ਤਾਂ ਅਜਿਹੇ ਕੇਸਾਂ ਦੇ ਵਿੱਚ ਇਹ ਰਿਕਮੈਂਡੇਸ਼ਨ ਕੀਤੀ ਜਾ ਸਕਦੀ ਹੈ ਵੀ ਉਸ ਨੂੰ ਜਿਹੜੀ ਹੈਗੀ ਹੈ ਲੈਂਡਰ ਨੂੰ ਮਾਫ ਕੀਤਾ ਜਾਵੇ ਉਹਦਾ, ਜਾਂ ਉਹਨੂੰ ਕੋਈ ਹੋਰ ਗ੍ਰਾਂਟ ਦਿੱਤੀ ਜਾਵੇ। ਇਦਾਂ ਦੇ ਕੇਸਾਂ ਦੇ ਵਿੱਚ ਜਿਹੜੀ ਹੈਗੀ ਰਿਕਮੈਂਡੇਸ਼ਨ ਹੁੰਦੀ ਹੈਗੀ ਹੈ। ਨੈਕਸਟ ਹੈ ਸੈਕਸ਼ਨ 40 ਸਰਕੂਲਰ ਗਵਰਨਮੈਂਟ ਦਾ ਨੰਬਰ 9 1865 ਜਾਰੀ ਕੀਤਾ ਗਿਆ ਸੀਗਾ, ਐਕਸਟ੍ਰੈਕਟ ਫਰੋਮ ਦਾ ਮਾਫੀ ਰਜਿਸਟਰ। ਤਹਿਸੀਲ ਪੱਧਰ ਤੇ ਇੱਕ ਮਾਫੀ ਰਜਿਸਟਰ ਲੱਗੇ ਹੋਏ ਹੁੰਦੇ ਨੇ, ਫਿਰ ਜ਼ਿਲ੍ਹਾ ਪੱਧਰ ਤੇ ਵੀ ਮਾਫੀ ਰਜਿਸਟਰ ਲੱਗਿਆ ਹੋਇਆ ਹੁੰਦਾ, ਉਹਦਾ ਐਕਸਟ੍ਰੈਕਟ ਹੁੰਦਾ, ਉਹਦਾ ਕੀ ਕੁਝ ਵੇਰਵਾ ਦਰਜ ਕੀਤਾ ਜਾਂਦਾ ਹੈਗਾ। ਜਦੋਂ ਕੋਈ ਵੀ ਵਿਅਕਤੀ ਜਿਹੜਾ ਉਹਦਾ ਜਿਹੜਾ ਹੈਗਾ ਰਜਿਸਟਰ ਦਾ ਜਿਹੜਾ ਐਕਸਟ੍ਰੈਕਟ ਹੈ, ਕਾਪੀ ਮਤਲਬ ਕਿ ਲੈ ਸਕਦਾ ਹੈ। ਉਹਦੇ ਵਿੱਚ ਕੀ ਹੈ, ਐਪਲੀਕੇਸ਼ਨ ਜੇ ਕੋਈ ਵਿਅਕਤੀ ਦਿੰਦਾ ਹੈ, ਐਪਲੀਕੇਸ਼ਨ ਫਾਰ ਦਾ ਕੰਸੀਡਰੇਸ਼ਨ ਆਫ ਦਾ ਆਰਡਰਸ, ਵੀ ਸਰਕਾਰ ਨੇ ਕਲੈਕਟਰ ਵੱਲੋਂ ਕੀ ਆਰਡਰ ਹੋਇਆ, ਜੇ ਕਿਸੇ ਵਿਅਕਤੀ ਦੀ ਕੋਈ ਜ਼ਗੀਰ ਹੈ, ਕਿਸੇ ਵਿਅਕਤੀ ਦੀ ਕੋਈ ਅਸਾਈਨਮੈਂਟ ਹੈ, ਲੈਂਡ ਦੀ ਅਸਾਈਨਮੈਂਟ ਹੈ, ਉਹਦੀ ਟਰਮ ਪੂਰੀ ਹੋ ਗਈ, ਠੀਕ ਹੈ, ਉਹਦਾ ਵੇਰਵਾ ਉਸ ਰਜਿਸਟਰ ਦਿੱਤਾ ਜਾਏਗਾ। ਜੇਕਰ ਮਤਲਬ ਲੈਫਟ ਦਾ ਵੇਰਵਾ ਦਿੱਤਾ ਜਾਵੇਗਾ। ਜੇਕਰ ਕਿਸੇ ਵਿਅਕਤੀ ਦੀ ਕੋਈ ਅਸਾਈਨਮੈਂਟ ਹੈਗੀ ਹੈ, ਲੈਂਡ ਦੀ ਅਸਾਈਨਮੈਂਟ ਹੈ, ਉਹ ਰਿਜ਼ਿਊਮ ਕਰ ਲਈ ਗਵਰਨਮੈਂਟ ਨੇ, ਤਾਂ ਉਹਦਾ ਵੇਰਵਾ ਮਾਫੀ ਜਿਹੜਾ ਰਜਿਸਟਰ ਬਣਾਇਆ ਹੋਇਆ ਹੈਗਾ, ਜਿੱਥੇ ਮਾਫੀ ਦਿੱਤੀ ਗਈ ਸੀ ਲੈਂਡ ਰੈਵਨਿਊ ਦੀ, ਠੀਕ ਹੈ, ਉਹ ਮਾਫੀ ਉਹਦੀ ਵਾਪਸ ਲੈ ਲਈ ਗਈ, ਤਾਂ ਉਹਦਾ ਵੇਰਵਾ ਵੀ ਉਸ ਰਜਿਸਟਰ ਦਿੱਤਾ ਜਾਏਗਾ। ਕਿਸੇ ਦੀ ਜੇ ਕੋਈ ਵਿਅਕਤੀ ਅਰਜੀ ਦਿੰਦਾ ਹੈਗਾ ਇਹ ਦੇਖਣ ਦੇ ਲਈ ਆਰਡਰ ਕੀ ਆਰਡਰ ਕੀਤਾ ਹੈ, ਕਲੈਕਟਰ ਵੱਲੋਂ ਕੀ ਆਰਡਰ ਕੀਤਾ ਗਿਆ ਹੈਗਾ, ਠੀਕ ਹੈ, ਉਸ ਆਰਡਰ ਨੂੰ ਦੇਖਣ ਦੀ ਖਾਤਰ ਪ੍ਰੀਵੀਅਸਲੀ ਪਾਸਡ ਬਾਈ ਦਾ ਅਥਾਰਟੀ, ਤਾਂ ਜਿੱਦਾਂ ਇਹ ਟਰਮ ਪੂਰੀ ਹੋਣ ਤੋਂ ਪਹਿਲਾਂ ਹੀ ਕੋਈ ਆਰਡਰ ਪਾਸ ਕਰ ਦਿੰਦੀ ਹੈ ਸਰਕਾਰ ਵੱਲੋਂ, ਕੋਈ ਆਰਡਰ ਪਾਸ ਕੀਤਾ ਜਾਂਦਾ ਵੀ ਇਸ ਵਿਅਕਤੀ ਦੀ ਜਿਹੜੀ ਟਰਮ ਹੈਗੀ ਹੈ ਉਹ ਆਉਣ ਵਾਲੇ 1 ਸਾਲ ਨੂੰ ਪੂਰੀ ਹੋਣ ਵਾਲੀ ਹੈ, ਠੀਕ ਹੈ, ਜਾਂ ਰਿਜ਼ਿਊਮ ਕਰਨ ਤੋਂ ਪਹਿਲਾਂ ਕੋਈ ਆਰਡਰ ਪਾਸ ਕੀਤਾ ਜਾਂਦਾ ਹੈ ਕੰਪੀਟੈਂਟ ਅਥਾਰਟੀ ਵੱਲੋਂ। ਇੱਦਾਂ ਦੇ ਕੋਈ ਆਰਡਰ ਨੂੰ ਦੇਖਣ ਦੀ ਖਾਤਰ, ਜਾਂ ਪ੍ਰਪੋਜ਼ਲ ਹੈ ਕੋਈ ਪ੍ਰਪੋਜ਼ਲ ਕੀਤੀ ਜਾਂਦੀ ਹੈ, ਕਿਸੇ ਵਿਅਕਤੀ ਦੀ ਕੋਈ ਅਸਾਈਨਮੈਂਟ ਹੈ, ਉਹਦੀ ਵਾਪਸ ਲੈਣੀ ਹੈ ਜਾਂ ਕੰਟੀਨਿਊ ਕਰਨੀ ਹੈ, ਫਰਦਰ ਕੰਟੀਨਿਊ ਕਰਨੀ ਹੈ, ਜੇ ਕਿਸੇ ਨੂੰ ਲੈਂਡ ਰੈਵਨਿਊ ਮਾਫ ਕੀਤਾ ਗਿਆ ਸੀਗਾ, ਜਾਂ ਕਿਸੇ ਨੂੰ ਕੋਈ ਜ਼ਗੀਰ ਦਿੱਤੀ ਗਈ ਸੀ ਫਾਰ ਦਾ ਟਾਈਮ, ਕਿਸੇ ਪਾਰਟਿਕੂਲਰ ਟਾਈਮ ਦੇ ਲਈ, 1 ਲਾਈਫ ਦੇ ਲਈ, 2 ਲਾਈਫ ਦੇ ਲਈ, ਉਹ 1 ਲਾਈਫ ਪੂਰੀ ਹੋ ਚੁੱਕੀ ਹੈ, ਤਾਂ ਕੀ ਫਰਦਰ ਉਹਦੇ ਜਿਹੜੇ ਵਾਰਸ ਹੈਗੇ, ਉਹਦੀ ਡੈਥ ਹੋਣ ਤੋਂ ਉਪਰੰਤ ਕੀ ਉਹਦੇ ਵਾਰਸਾਂ ਨੂੰ ਫਰਦਰ ਇਹ ਕੰਟੀਨਿਊ ਕਰਨੀ ਹੈ ਜਾਂ ਨਹੀਂ ਕਰਨੀ। ਇੱਦਾਂ ਦੀਆਂ ਜਿਹੜੀਆਂ ਕੋਈ ਪ੍ਰਪੋਜ਼ਲਸ ਹੈਗੀਆਂ ਨੇ ਕਲੈਕਟਰ ਵੱਲੋਂ ਬਣਾ ਕੇ ਭੇਜੀਆਂ ਜਾਂਦੀਆਂ ਨੇ ਰਿਗਾਰਡਿੰਗ ਦਾ ਅਸਾਈਨਮੈਂਟ ਆਫ ਦਾ ਲੈਂਡ ਰੈਵਨਿਊ, ਠੀਕ ਹੈ, ਪੈਨਸ਼ਨ ਦੀ ਖਾਤਰ, ਤਾਂ ਇੱਦਾਂ ਦੇ ਜਿਹੜੇ ਆਰਡਰ ਨੇ ਉਹ ਆਰਡਰ ਦੀ ਕਾਪੀ ਵੀ ਉਸ ਰਜਿਸਟਰ 'ਚ ਦਰਜ ਕੀਤੀ ਜਾਂਦੀ ਹੈ। ਇਹ ਆਰਡਰ ਦੇਖਣ ਦੀ ਖਾਤਰ ਵੀ ਕੋਈ ਬੰਦਾ ਐਪਲੀਕੇਸ਼ਨ ਦੇ ਸਕਦਾ ਹੈਗਾ ਬਿਫੋਰ ਦਾ ਐਕਸਪਾਇਰੀ ਆਫ ਦਾ ਟਰਮ ਔਰ ਫਾਰ ਇਟਸ ਕੰਟੀਨਿਊਸ ਆਫਟਰ ਦਾ ਟਰਮ ਐਕਸਪਾਇਰਡ, ਜਾਂ ਫਿਰ ਜਦੋਂ ਟਰਮ ਪੂਰੀ ਹੋ ਜਾਂਦੀ ਹੈ, ਟਰਮ ਪੂਰੀ ਹੋਣ ਤੋਂ ਬਾਅਦ ਕੀ ਆਰਡਰ ਕੀਤਾ ਹੈ ਕਲੈਕਟਰ ਵੱਲੋਂ ਵਿਦ ਦਾ ਪਰਮਿਸ਼ਨ ਆਫ ਦਾ ਗਵਰਨਮੈਂਟ, ਕਲੈਕਟਰ ਵੱਲੋਂ ਕੀ ਆਰਡਰ ਕੀਤਾ ਗਿਆ ਹੈ ਕਿ ਉਹਦੀ ਟਰਮ ਅੱਗੇ ਵਧਾਈ ਗਈ ਹੈ ਜਾਂ ਉਹਦੀ ਟਰਮ ਉੱਥੇ ਖਤਮ ਕਰ ਦਿੱਤੀ ਗਈ ਹੈ, ਤੇ ਜਾਂ ਫਿਰ ਕੀ ਉਸ ਨੂੰ ਕੰਟੀਨਿਊ ਕਰ ਦਿੱਤਾ ਗਿਆ, ਉਹਦੇ ਵਾਰਸਾਂ ਪ੍ਰਤੀ ਕੰਟੀਨਿਊ ਕਰ ਦਿੱਤਾ ਗਿਆ। ਇੱਦਾਂ ਦਾ ਜਿਹੜਾ ਵੇਰਵਾ ਹੈਗਾ ਉਹ ਸਾਰਾ ਰਜਿਸਟਰ ਐਂਟਰ ਹੁੰਦਾ ਹੈਗਾ। ਐਕਸਟ੍ਰੈਕਟ ਕੈਨ ਬੀ ਗਿਵਨ ਟੂ ਦਾ ਐਪਲੀਕੈਂਟ, ਜਦੋਂ ਕੋਈ ਵਿਅਕਤੀ ਇੱਦਾਂ ਦੇ ਆਰਡਰ ਦੀ ਦੇਖਣ ਦੀ ਖਾਤਰ ਜਾਂ ਰਜਿਸਟਰ ਦਾ ਕੋਈ ਜਿਹੜਾ ਹੈਗਾ ਵੇਰਵਾ ਹੈਗਾ ਪੁਆਇੰਟਸ ਦੇਖਣ ਦੀ ਖਾਤਰ ਕੋਈ ਐਪਲੀਕੇਸ਼ਨ ਦਿੰਦਾ ਹੈ, ਤਾਂ ਉਸ ਨੂੰ ਜਿਹੜਾ ਇਹ ਰਜਿਸਟਰ ਦਾ ਜਿਹੜਾ ਹੈਗਾ ਐਕਸਟ੍ਰੈਕਟ ਜਿਹੜੀ ਕਾਪੀ ਦਿੱਤੀ ਜਾ ਸਕਦੀ ਹੈ। ਨੈਕਸਟ ਹੈ ਪੈਰਾ 41 ਸਰਕੂਲਰ ਨੰਬਰ 32 1882 ਵੈਨ ਮਾਫੀ ਕੇਸਸ। ਜਿੱਥੇ ਕਿਤੇ ਮਾਫੀ ਦੇ ਕੇਸਾਂ ਦੇ ਵਿੱਚ ਕਿਸੇ ਵਿਅਕਤੀ ਨੂੰ ਮਾਫੀ ਦਿੱਤੀ ਗਈ ਸੀਗੀ, ਉਹਦੀ ਡੈਥ ਹੋ ਜਾਂਦੀ ਹੈ, ਠੀਕ ਹੈ, ਮਾਫੀ ਦੇਣ ਤੋਂ ਬਾਅਦ ਡੈਥ ਹੋਣ ਤੋਂ ਬਾਅਦ ਕੀ ਹੈਗਾ ਉਹਦੇ ਵਾਰਸ ਬਹੁਤ ਸਾਰੇ ਆ ਜਾਂਦੇ ਨੇ, ਕਾਫੀ ਸਾਰੇ ਵਾਰਸ ਆ ਜਾਂਦੇ ਨੇ, ਉਹਦੇ ਨੰਬਰ ਆਫ ਦਾ ਸ਼ੇਅਰ ਹੋਲਡਰਸ ਆਰ ਰਿਪੋਰਟਡ, ਉਹਦੇ ਜਿਹੜੇ ਵਾਰਸ ਨੇ ਉਹਨਾਂ ਦੀ ਜਿਹੜੀ ਰਿਪੋਰਟ ਹੁੰਦੀ ਹੈ ਉਹ ਰਿਪੋਰਟਿੰਗ ਹੁੰਦੀ ਹੈ ਪਟਵਾਰੀ ਹਲਕਾ ਤੋਂ ਲੈ ਕੇ ਕਲੈਕਟਰ ਵੱਲੋਂ ਕਮਿਸ਼ਨਰ ਤੱਕ ਰਿਪੋਰਟ ਕੀਤੀ ਜਾਂਦੀ ਹੈ। ਤਾਂ ਫਿਰ ਉਹਦਾ ਜਿਹੜਾ ਟੇਬਲ ਹੈਗਾ, ਜਿਹੜਾ ਪੈਡੀਗਰੀ ਟੇਬਲ ਹੈਗਾ,
ਕੁਰਸੀਨਾਮਾ ਆਫ ਦਾ ਫੈਮਿਲੀ ਸ਼ੁੱਡ ਬੀ ਟੈਸਟ। ਜਦੋਂ ਕੋਈ ਇਦਾਂ ਦੀ ਰਿਪੋਰਟ ਹੁੰਦੀ ਹੈ ਮਾਫੀਦਾਰ ਦੀ ਡੈਥ ਹੋਣ ਤੋਂ ਬਾਅਦ ਤਾਂ ਉਹਦੇ ਵਾਰਸਾਂ ਦਾ ਜਿਹੜਾ ਕੁਰਸੀਨਾਮਾ ਬਣਾ ਕੇ ਰਿਪੋਰਟ ਕੀਤੀ ਜਾਂਦੀ ਹੈ ਤੇ ਨਾਲ ਜਿਹੜਾ ਹੈ ਕੁਰਸੀਨਾਮਾ ਅਟੈਚ ਕੀਤਾ ਜਾਂਦਾ ਹੈ। 42 ਹੈ ਪੰਜਾਬ ਸਰਕਾਰ ਦਾ ਜਿਹੜਾ ਆਰਡਰ ਸੀਗਾ ਉਹ 4/10/1884 ਨੂੰ 4/10 ਤੇ 11/5/1899 ਨੂੰ ਜਾਰੀ ਕੀਤਾ ਗਿਆ ਸੀ। ਜਿਹਦੇ ਵਿੱਚ ਕੀ ਕੀਤਾ ਸੀ, ਸਬਮਿਸ਼ਨ ਆਫ ਦਾ ਪ੍ਰਪੋਜ਼ਲਸ ਫਾਰ ਦਾ ਕੰਟੀਨਿਊਸ ਆਫ ਲਾਈਫ ਅਸਾਈਨਮੈਂਟਸ। ਕਿਸੇ ਵਿਅਕਤੀ ਦੀ ਜਿਹਨੂੰ ਲੈਂਡਰ ਨੂੰ ਅਸਾਈਨ ਕੀਤਾ ਗਿਆ ਸੀਗਾ ਉਹਨੂੰ ਲਾਈਫ ਅਸਾਈਨਮੈਂਟ ਸੀਗੀ ਵੀ ਉਹਦੀ ਉਮਰ ਤੋਂ ਬਾਅਦ ਤੱਕ ਜੋ ਤੱਕ ਜਿੰਦਾ ਰਹੇਗਾ ਉਹਨੂੰ ਜਿਹੜੀ ਹੈਗੀ ਇਹ ਮਾਫੀ ਰਹੇਗੀ ਜਾਂ ਉਸਨੂੰ ਲੈਂਡਰ ਨੂੰ ਮਿਲਦਾ ਰਹੇਗਾ। ਠੀਕ ਹੈ ਕਿ ਉਹਦੀ ਜਦੋਂ ਪ੍ਰਪੋਜ਼ਲ ਭੇਜਣੀ ਹੈ, ਜੇ ਉਹਦੀ ਇਹ ਟਰਮ ਪੂਰੀ ਹੋ ਰਹੀ ਹੈ, ਟਰਮ ਪੂਰੀ ਹੋਣ ਤੋਂ ਪਹਿਲਾਂ ਜਾਂ ਟਰਮ ਪੂਰੀ ਹੋਣ ਉਪਰੰਤ ਕਿ ਜਿਹੜੀ ਉਹਦੀ ਇਹ ਕੰਟੀਨਿਊ ਕਰਨੀ ਹੈ ਜਾਂ ਨਹੀਂ ਕਰਨੀ, ਇਹਦੇ ਸੰਬੰਧੀ ਪ੍ਰਪੋਜ਼ਲ ਭੇਜੀ ਜਾ ਸਕਦੀ ਹੈ ਕਲੈਕਟਰ ਵੱਲੋਂ। ਜਨਰਲ ਰੂਲ ਕੀ ਨੇ? ਜਨਰਲ ਰੂਲ ਇਜ਼ ਦਾ that the pensioners girdar ਜਾਂ revenue free holding granted for one or more lives। ਜ਼ਿਆਦਾਤਰ ਕੀ ਹੁੰਦਾ ਵੀ ਇੱਕ ਲਾਈਫ ਦੇ ਲਈ ਜਾਂ ਫਿਰ ਦੂਜੀ ਲਾਈਫ ਤੱਕ ਜਿਹੜੀਆਂ ਹੈਗੀਆਂ ਨੇ ਇਹ ਗ੍ਰਾਂਟ ਕੀਤੀਆਂ ਜਾਂਦੀਆਂ ਨੇ, ਜਿਹੜੀਆਂ ਅਸਾਈਨਮੈਂਟਸ ਹੁੰਦੀਆਂ ਨੇ ਲੈਂਡਰ ਉਹਦੀਆਂ, ਜਿਹਨੂੰ ਕਿ ਮਾਫੀ ਕਰੀਏ ਜਾਂ ਪੈਨਸ਼ਨ ਕਰੀਏ। ਠੀਕ ਹੈ, 1 ਜਾਂ 2 ਲਾਈਫ ਤੱਕ ਗ੍ਰਾਂਟ ਕੀਤੀਆਂ ਜਾਂਦੀਆਂ। ਫਿਰ ਲੈਪਸ ਔਨ ਦਾ ਡੈਥ, ਜਦੋਂ ਕੋਈ ਦੇ ਉਸ ਵਿਅਕਤੀ ਦੀ ਜਿਹਨੂੰ ਇਹ ਮਾਫੀ ਦਿੱਤੀ ਗਈ ਹੈ ਜਾਂ ਪੈਨਸ਼ਨ ਲਗਾਈ ਗਈ ਹੈ ਉਹਦੀ ਡੈਥ ਹੋ ਜਾਂਦੀ ਹੈ ਆਫ ਦਾ ਗਰੰਟੀ ਜਿਹਨੂੰ ਗ੍ਰਾਂਟ ਕੀਤੀ ਗਈ ਸੀ, ਔਰ ਹੋਲਡਰ ਲਾਸਟ ਜੋ ਵਿਅਕਤੀ ਡੈਥ ਹੋ ਚੁੱਕੀ ਜਾਂ ਦੂਜੀ ਪੀੜ੍ਹੀ ਚ ਆ ਕੇ ਜਿਹੜਾ ਵਿਅਕਤੀ ਲੈ ਰਿਹਾ ਉਹਦੇ ਬਿਹਾਫ ਦੇ ਉੱਪਰ ਜਿਹੜਾ ਪੈਨਸ਼ਨ ਲੈ ਰਿਹਾ ਹੈ ਜਾਂ ਮਾਫੀ ਲੈ ਰਿਹਾ ਉਹਦੀ ਡੈਥ ਵੀ ਹੋ ਜਾਂਦੀ ਹੈ। ਇਟ ਇਜ਼ ਪ੍ਰਪੋਜ਼ਡ ਫਰਦਰ, ਤਾਂ ਫਿਰ ਦੂਜੀ ਤੀਜੀ ਪੀੜ੍ਹੀ ਵਾਸਤੇ ਇਹ ਪ੍ਰਪੋਜ਼ਲ ਭੇਜੀ ਜਾ ਸਕਦੀ ਹੈ ਕਲੈਕਟਰ ਵੱਲੋਂ ਵੀ ਇਟ ਇਜ਼ ਪ੍ਰਪੋਜ਼ਡ ਫਰਦਰ ਟੂ ਕੰਟੀਨਿਊ ਐਨੀ ਪੋਰਸ਼ਨ, ਕਿ ਇਹਦੇ ਵਿੱਚੋਂ ਕੁਛ ਜਿਹੜੀ ਅਮਾਊਂਟ ਹੈਗੀ ਹੈ ਉਹ ਕੰਟੀਨਿਊ ਕੀਤੀ ਜਾਵੇ, ਜਾਂ ਜਿਵੇਂ ਕਿ ਇਕਨੋਮਿਕਲ ਪੋਜੀਸ਼ਨ ਦੇਖਦੇ ਹੋਏ ਉਸ ਪਰਿਵਾਰ ਦੀ ਵੀ ਕੀ ਇਹਦੇ ਵਿੱਚੋਂ ਕੁਛ ਪਾਰਟ ਹੈ ਜਿਹੜਾ ਹੈਗਾ ਪੈਨਸ਼ਨ ਦਾ ਜਾਂ ਮਾਫੀ ਦਾ ਉਹ ਕੰਟੀਨਿਊ ਕੀਤਾ ਜਾਵੇ ਜਾਂ ਨਾ ਕੰਟੀਨਿਊ ਕੀਤਾ ਜਾਵੇ। ਇੱਦਾਂ ਦੀ ਜਿਹੜੀ ਪ੍ਰਪੋਜ਼ਲ ਹੈਗੀ ਹੈ ਉਹ ਬਣਾ ਕੇ ਕਲੈਕਟਰ ਵੱਲੋਂ ਭੇਜੀ ਜਾਂਦੀ ਹੈ। ਪ੍ਰਪੋਜ਼ਡ ਵਿਦਿਨ 2 years ਜਿਹੜੀ ਇਹ ਪ੍ਰਪੋਜ਼ਲ ਹੈ ਕੰਟੀਨਿਊ ਕਰਨ ਦੀ, ਜੇ ਤਾਂ ਨਹੀਂ ਕਰਨੀ ਫਿਰ ਤਾਂ ਆਪ ਹੀ ਡਿਸਕੰਟੀਨਿਊ ਹੋ ਜਾਂਦੀ ਹੈ। ਠੀਕ ਹੈ, ਫਿਰ ਤਾਂ ਕੋਈ ਜ਼ਰੂਰਤ ਨਹੀਂ ਹੈਗੀ। ਪਰ ਜੇਕਰ ਕਲੈਕਟਰ ਕੰਟੀਨਿਊ ਕਰਨੀ ਚਾਹੁੰਦੇ ਹੈ ਉਹਦੀ ਕਿਸੇ ਰਿਕੁਐਸਟ ਨੂੰ ਦੇਖਦੇ ਹੋਏ ਜਾਂ ਕਿਸੇ ਪਬਲਿਕ ਵੱਲੋਂ ਕੋਈ ਮਤਲਬ ਕਿ ਕੋਈ ਪਿੰਡ ਦੀ ਪੰਚਾਇਤ ਦੇ ਲੈਵਲ ਤੇ ਕੋਈ ਮਤਲਬ ਕਿ ਇੱਦਾਂ ਦਾ ਕੋਈ ਮਤਾ ਆਉਂਦਾ ਹੈਗਾ, ਪਿੰਡ ਦੇ ਲੋਕ ਨੂੰ ਰਿਕਮੈਂਡ ਕਰਦੇ ਹੈਗੇ ਆ ਵੀ ਜਿਹੜੀ ਦੀ ਪੈਨਸ਼ਨ ਹੈਗੀ ਜਾਂ ਮਾਫੀ ਅੱਗੇ ਫਰਦਰ ਕੰਟੀਨਿਊ ਕੀਤੀ ਜਾਵੇ, ਤਾਂ 2 ਸਾਲ ਦੇ ਅੰਦਰ ਦਾ ਜਿਹੜਾ ਸਮਾਂ ਹੈਗਾ ਫਿਕਸ ਕੀਤਾ ਗਿਆ ਗਵਰਨਮੈਂਟ ਵੱਲੋਂ ਵੀ ਜੇ 2 ਸਾਲ ਦੇ ਅੰਦਰ ਕਲੈਕਟਰ ਵੱਲੋਂ ਪ੍ਰਪੋਜ਼ਲ ਭੇਜ ਦਿੱਤੀ ਜਾਂਦੀ ਤਾਂ ਠੀਕ ਹੈ, ਨਹੀਂ ਤਾਂ ਫਿਰ ਇਹਦੀ ਕੰਟੀਨਿਊਟੀ ਦੀ ਜਿਹੜੀ ਟਰਮ ਹੈਗੀ ਆ ਉਹ ਰੱਦ ਹੋ ਜਾਂਦੀ ਹੈ, ਆਪਣੇ ਆਪ ਰਿਜੈਕਟ ਹੋ ਜਾਂਦੀ ਹੈਗੀ ਆ। ਉਹਨਾਂ ਕੇਸਾਂ ਦੇ ਵਿੱਚ ਜਿੱਥੇ ਕਿਤੇ ਫੈਮਿਲੀ ਜਿਹੜੀ ਹੈਗੀ ਹੈ, ਜਿੱਥੇ ਫੈਮਿਲੀ ਇਨ ਕੰਟੀਨਿਊਸ਼ਨ ਬਾਅਦ ਦੇ ਜਿੱਥੇ ਫੈਮਿਲੀ ਨੂੰ ਮੰਨ ਲਓ 2 ਪੀੜ੍ਹੀਆਂ ਤੱਕ ਸੀਗੀ, ਕਿਸੇ ਨੂੰ ਇਹ ਅਸਾਈਨਮੈਂਟ ਦਿੱਤੀ ਗਈ, ਲੈਂਡ ਰੈਵਨਿਊ ਦੀ ਮਾਫੀ ਦਿੱਤੀ ਗਈ ਸੀ 2 ਪੀੜ੍ਹੀਆਂ ਤੱਕ ਜਿਹੜੀ ਹੈਗੀ ਆ ਉਹ ਵਿਅਕਤੀ ਦੀ ਡੈਥ ਹੋ ਜਾਂਦੀ ਹੈ, ਦੂਜੀ ਪੀੜ੍ਹੀ ਵਾਲੇ ਵਿਅਕਤੀ ਜਿਹਨੂੰ ਦਿੱਤੀ ਗਈ ਸੀ ਉਹਦੀ ਵੀ ਡੈਥ ਹੋ ਜਾਂਦੀ ਹੈ। ਫਿਰ ਤੀਜੀ ਪੀੜ੍ਹੀ ਜਾ ਕੇ ਜਿਹੜੀ ਉਹ ਫੈਮਿਲੀ ਹੈਗੀ ਹੈ, ਉਹ ਫੈਮਿਲੀ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਜਿਹੜਾ ਵਿਵਹਾਰ ਹੈ ਠੀਕ ਨਹੀਂ ਹੈਗਾ, ਜਾਂ ਫਿਰ ਉਹਦੇ ਵਿੱਚੋਂ ਕੋਈ ਵਧੀਆ ਸਰਵਿਸ ਦੇ ਵਿੱਚ ਲੱਗੇ ਹੋਏ ਹੈਗੇ ਆ, ਤਾਂ ਫਿਰ ਇਹੋ ਜਿਹੇ ਕੇਸਾਂ 'ਚ ਜਿਹੜੀ ਪ੍ਰਪੋਜ਼ਲ ਹੈ ਜਿਹੜੀ ਹੈਗੀ ਹੈ ਉਹ ਨਹੀਂ ਭੇਜਣੀ ਬਣਦੀ ਹੁੰਦੀ। ਜਿੱਥੇ ਕਿਤੇ ਇਕਨੋਮਿਕਲ ਪੋਜੀਸ਼ਨ ਫੈਮਿਲੀ ਦੀ ਮਾੜੀ ਹੈ ਤਦ ਹੀ ਪ੍ਰਪੋਜ਼ਲ ਕੀਤੀ ਜਾਣੀ ਹੁੰਦੀ ਹੈ, ਅਦਰਵਾਈਜ਼ ਪ੍ਰਪੋਜ਼ਲ ਕੀਤੀ ਜਾਣੀ ਨਹੀਂ ਹੁੰਦੀ। ਜੇ ਕੋਈ ਫੈਮਿਲੀ ਠੀਕ ਸੈਟਲ ਹੈਗੀ ਆ, ਵਧੀਆ ਕਿਸੇ ਜੌਬ ਦੇ ਵਿੱਚ ਲੱਗੇ ਹੋਏ ਹੈਗੇ ਫੈਮਿਲੀ ਦੇ ਮੈਂਬਰ, ਠੀਕ ਹੈ, ਤਦ ਜਿਹੜੀ ਪ੍ਰਪੋਜ਼ਲ ਹੈ ਇਹ ਕੰਟੀਨਿਊ ਕਰਨ ਦੀ ਨਹੀਂ ਭੇਜੀ ਜਾਂਦੀ। ਨੈਕਸਟ ਹੈਗਾ ਸੈਕਸ਼ਨ ਪੈਰਾ 43। ਪੰਜਾਬ ਗਵਰਨਮੈਂਟ ਨੇ ਲੈਟਰ ਦੇ ਰਾਹੀਂ ਆਪਣੀ 4/10/84 ਦੇ ਰਾਹੀਂ ਕੀ ਕੀਤਾ ਹੈ, ਜਾਰੀ ਕੀਤਾ ਹੈਗਾ, ਕੀ ਹੈ ਕੰਟੀਨਿਊ ਆਫ ਲਾਈਫ ਅਸਾਈਨਮੈਂਟਸ ਯੂਜ਼ਲੀ ਨਾਟ ਟੂ ਬੀ ਪ੍ਰਪੋਜ਼ਡ। ਉਹ ਕਹਿੰਦਾ ਜਿਹੜੀ ਲਾਈਫ ਦੇ ਲਈ ਜਿਹੜੀ ਹੈਗੀ ਹੈ, ਲਾਈਫ ਦੇ ਲਈ ਅਸਾਈਨਮੈਂਟ ਜਿਹੜੀ ਹੈਗੀ ਹੈ ਉਹ ਆਮ ਤੌਰ ਤੇ ਨਹੀਂ ਕੀਤੀ ਜਾਂਦੀ। ਜਿਵੇਂ ਕਿ ਆਪਾਂ ਦੇਖਦੇ ਹਾਂ ਵੀ ਇੱਕ ਪੀੜ੍ਹੀ ਲਈ ਜਾਂ 2 ਪੀੜ੍ਹੀ ਲਈ, ਮੈਕਸਿਮਮ 3 ਪੀੜ੍ਹੀਆਂ ਲਈ ਜਿਹੜੀ ਇਹ ਮਾਫੀ ਹੈ ਜਾਂ ਪੈਨਸ਼ਨ ਹੈ ਇਹ ਦਿੱਤੀ ਜਾਂਦੀ ਹੈਗੀ ਹੈ। ਪਰ ਇਹ ਕਹਿੰਦਾ ਵੀ ਜਿਹੜੀ ਕੰਟੀਨਿਊ ਹੈਗੀ ਹੈ ਇਹ ਲਾਈਫ ਟਾਈਮ ਦੇ ਲਈ ਯੂਜ਼ਲੀ ਤੌਰ ਤੇ ਨਹੀਂ ਕੀਤੀ ਜਾਂਦੀ। ਵੈਨ ਪੈਨਸ਼ਨ ਟੂ ਦਾ ਫੀਮੇਲ ਰਿਲੇਟਿਵ, ਜੇ ਕਿਸੇ ਕੋਈ ਜ਼ਗੀਰਦਾਰ ਦੀ ਡੈਥ ਹੋ ਜਾਂਦੀ ਹੈ ਤਾਂ ਉਹ ਜ਼ਗੀਰਦਾਰ ਦੀ ਜਿਹੜੀ ਪੈਨਸ਼ਨ ਹੈਗੀ ਹੈ ਕਿਸੇ ਲੇਡੀ ਨੂੰ ਲੱਗ ਜਾਂਦੀ ਹੈ, ਉਹਦੀ ਫੀਮੇਲ ਵਾਈਫ ਹੋਵੇ ਜਾਂ ਉਹਦੀ ਲੜਕੀ ਹੋਵੇ ਉਹਨੂੰ ਲੱਗ ਜਾਂਦੀ ਹੈ, ਤਾਂ ਸਫੀਸ਼ੀਐਂਟਲੀ ਮੀਟ ਦਾ ਰਿਕੁਆਇਰਮੈਂਟਸ ਤੇ ਲੱਗਦਾ ਵੀ ਜ਼ਰੂਰਤ ਹੈਗੀ ਹੈ, ਕਲੈਕਟਰ ਨੂੰ ਜ਼ਿਲ੍ਹੇ ਦੇ ਨੂੰ ਲੱਗਦਾ ਹੈ ਵੀ ਇਸ ਲੇਡੀ ਨੂੰ ਜਿਹੜੀ ਹੈਗੀ ਹੈ ਇਹ ਕੰਟੀਨਿਊ ਦੀ ਜ਼ਰੂਰਤ ਹੈਗੀ ਹੈ। ਪ੍ਰਪੋਜ਼ਲ ਸ਼ੁੱਡ ਨਾਟ ਬੀ ਮੇਡ ਫਾਰ ਦਾ ਕੰਟੀਨਿਊਸ। ਫਿਰ ਉਹ ਕਹਿੰਦਾ ਵੀ ਨਹੀਂ, ਪ੍ਰਪੋਜ਼ਲ ਕਹਿੰਦੇ ਇੱਥੇ ਇਸ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਫਾਰ ਦਾ ਲਾਈਫ ਟਾਈਮ ਲਈ ਨਹੀਂ ਭੇਜਣੀ ਚਾਹੀਦੀ, 1-2 ਕਿਸ਼ਤਾਂ ਦੇ ਲਈ, 1-2 ਪੀੜ੍ਹੀਆਂ ਲਈ ਭੇਜੀ ਜਾ ਸਕਦੀ ਹੈ। ਸਫੀਸ਼ੀਐਂਟਲੀ ਮੀਟ ਦਾ ਰਿਕੁਆਇਰਮੈਂਟਸ ਹੋ ਜਿਹੜੀ ਆਪਣੀਆਂ ਉਹਦਾ ਜਿਹੜਾ ਗੁਜ਼ਾਰਾ ਭੱਤਾ ਵਧੀਆ ਤਰੀਕੇ ਨਾਲ ਹੋ ਰਿਹਾ ਹੈ,
ਠੀਕ ਹੈ। ਉਹ ਜਿਹੜੀ ਲੇਡੀ ਹੈ ਉਹਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਹੋ ਰਿਹਾ ਹੈਗਾ, ਆਪਣੇ ਜਿਹੜੇ ਖਰਚੇ ਪੂਰਤੀ ਵਧੀਆ ਤਰੀਕੇ ਨਾਲ ਹੋ ਰਹੀ ਹੈ, ਉਹਦੇ ਕੋਈ ਹੋਰ ਇਨਕਮ ਸੋਰਸਸ ਦੇ ਹੈਗੇ ਨੇ, ਤਾਂ ਜਿਹੜੀ ਹੈਗੀ ਹੈ ਜਿਹੜੀ ਕੰਟੀਨਿਊਟੀ ਹੈ ਫॉर द ਲਾਈਫ ਟਾਈਮ ਉਹ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ, ਕਲੈਕਟਰ ਨੂੰ ਭੇਜਣ ਦੀ ਜ਼ਰੂਰਤ ਨਹੀਂ ਹੈਗੀ ਹੈ। ਜਿਸ ਪੀੜ੍ਹੀ ਤੱਕ ਉਹਦੀ ਜਿਹੜੀ ਟਰਮ ਸੀਗੀ ਉਹ ਖਤਮ ਹੋ ਗਈ ਤਾਂ ਦੈਨ ਇਟ ਇਜ਼ ਸਫੀਸ਼ੀਐਂਟ not to proposed for the continuity further. Next है पैरा 54 पंजाब गवर्नमेंट का लेटर 4/84 and 11/3/1899 फॉर्म ऑफ द प्रपोजल्स। इत्थे फॉर्म दिखाया गया है अपने बुक दे विच भी जो प्रपोजल भेजनी है किसी दी जिहड़ी कंटिन्यू करनी है, किसी दी पेंशन कंटिन्यू करनी है, किसी दी माफ़ी कंटिन्यू करनी है, ठीक है, किसी जगीरदार के डेथ होने उपरंत ਉਹਦੇ ਅੱਗੇ ਵਾਰਸਾਂ ਪ੍ਰਤੀ ਵਾਰਸਾਂ ਵਾਸਤੇ ਜਿਹੜੀ ਹੈਗੀ ਹੈ ਕੋਈ ਰਿਜ਼ੰਪਸ਼ਨ ਆਫ ਦਾ ਅਸਾਈਨਮੈਂਟਸ ਔਰ ਪੈਨਸ਼ਨ, ਜਿਹੜਾ ਕਿਸੇ ਦੀ ਰਿਜ਼ੂਮ ਕਰ ਲਈ ਗਈ ਹੋਵੇ ਪਹਿਲਾਂ ਜਾਂ ਉਸਦੀ ਲੈਪਸ ਹੋ ਚੁੱਕੀ ਹੋਵੇ ਅਸਾਈਨਮੈਂਟ, ਠੀਕ ਹੈ, ਉਹਨੂੰ ਕੰਟੀਨਿਊ ਕਰਨ ਵਾਸਤੇ ਜਿਹੜਾ ਫਾਰਮ ਹੈਗਾ ਹੈ ਪੇਜ 1 2 10 ਜਿਹੜੇ ਕਾਲਮ ਹੈਗੇ ਇਹਨਾਂ ਕਾਲਮਾਂ ਦੇ ਜਿਹੜਾ ਪ੍ਰਪੋਜ਼ਲ ਜਦੋਂ ਭੇਜਣੀ ਹੈ ਕਲੈਕਟਰ ਨੇ ਇਹ ਫਾਰਮ ਭਰ ਕੇ ਭੇਜਣਾ ਹੁੰਦਾ ਹੈ। ਨੈਕਸਟ ਹੈ 45 ਇਨਫੋਰਮੇਸ਼ਨ ਟੂ ਬੀ ਗਿਵਨ ਇਨ ਕੇਸ ਆਫ ਪ੍ਰਪੋਜ਼ਲਸ ਮੇਡ ਟੂ part of a life gear। information to be given in the case of proposals, ਜਦੋਂ ਕਿਸੇ ਦੀ ਪ੍ਰਪੋਜ਼ਲ ਭੇਜਣੀ ਹੈਗੀ ਹੈ, ਕਿਸੇ ਦੀ ਕੰਟੀਨਿਊ ਕਰਨ ਵਾਸਤੇ ਪ੍ਰਪੋਜ਼ਲ ਭੇਜਣਾ, ਕਿਸੇ ਜਗੀਰ ਦੀ ਡੈਥ ਹੋ ਜਾਂਦੀ ਹੈ, ਠੀਕ ਹੈ, ਤਾਂ ਪਾਰਟ ਆਫ ਏ ਲਾਈਫ ਮੇਡ ਟੂ ਪਾਰਟ ਆਫ ਏ ਲਾਈਫ ਜਗੀਰ, ਪੈਨਸ਼ਨ ਟੂ ਦਾ ਫੈਮਿਲੀ ਡਿਸੀਜ਼ਡ, ਜਿਹੜਾ ਫਾਰਮ ਹੈਗੇ ਦੇ ਵਿੱਚ ਦਿੱਤੇ ਗਏ ਨੇ ਜਿਵੇਂ ਉੱਪਰ 44 ਦੇ 'ਚ ਆਪਾਂ ਪੜ੍ਹਿਆ ਹੈਗਾ ਉਹ ਫਾਰਮ ਭਰਿਆ ਜਾਏਗਾ। ਉਸ ਫਾਰਮ ਦੇ ਨਾਲ ਜਦੋਂ ਅਸੀਂ ਕੋਈ ਪ੍ਰਪੋਜ਼ਲ ਭੇਜਦੇ ਹਾਂ ਤਾਂ ਉਹ ਫਾਰਮ ਜਿਹੜਾ 44 'ਚ ਪਹਿਲੇ 'ਚ ਪੜ੍ਹਿਆ ਅਸੀਂ 1 ਤੋਂ 10 ਕਾਲਮ ਦਾ, ਉਸ ਫਾਰਮ ਦੇ ਨਾਲ ਕੀ ਹੋਏਗਾ ਇੱਕ ਪੈਡੀਗਰੀ ਟੇਬਲ ਉਸ ਫੈਮਿਲੀ ਦਾ, ਜਿਹੜਾ ਜਗੀਰਦਾਰ ਦੀ ਡੈਥ ਹੋਈ ਹੈ ਉਹਦੇ ਪਰਿਵਾਰ ਦੇ ਮੈਂਬਰਾਂ ਦਾ ਸਾਰਾ ਵੇਰਵਾ, ਠੀਕ ਹੈ, ਕੁਰਸੀਨਾਮਾ ਬਣਾ ਕੇ ਨਾਲ ਅਟੈਚ ਕੀਤਾ ਜਾਵੇਗਾ। ਤੇ ਉਹਦੇ ਨਾਲ ਫਿਰ ਕੀ ਹੋਏਗਾ, ਉਹਦੇ ਨਾਲ ਹੀ ਆ ਜਿਹੜੇ ਕੁਝ ਪਾਰਟੀਕੂਲਰਸ ਹੈਗੇ ਨੇ ਇਹ ਵੱਖਰੇ ਤੌਰ ਤੇ ਕੁਐਸਚਨ ਆਨਸਰਸ ਜਿਹੜੇ ਹੈਗੇ ਨੇ ਇਹਨਾਂ ਦੇ ਵੀ ਜਵਾਬ ਬਣਾ ਕੇ ਭੇਜੇ ਜਾਣਗੇ। ਕੀ ਕੁਐਸਚਨ ਆਨਸਰ ਹੋਣਗੇ, ਨੇਮ ਆਫ ਦਾ ਹੇਅਰਸ ਆਫ ਦਾ ਡਿਸੀਜ਼ਡ, ਜਿਹੜਾ ਵਿਅਕਤੀ ਦੀ ਡੈਥ ਹੋਈ ਹੈ ਉਹਦੇ ਜਿਹੜੇ ਲੀਗਲ ਹੇਅਰਸ ਨੇ ਜਾਂ ਕਲੇਮੈਂਟਸ ਨੇ ਉਹ ਕੌਣ ਕੌਣ ਹੈਗੇ ਨੇ, ਵਰਕਿੰਗ ਆਫ ਈਚ ਵਨ, ਕੌਣ ਕੌਣ ਕੀ ਕੰਮ ਕਰਦਾ ਹੈ, ਮਤਲਬ ਫਾਰ ਦਾ ਪਰਪਸ ਟੂ ਦੇਖਣ ਦੇ ਲਈ ਵੀ ਇਕਨੋਮਿਕਲ ਪੋਜੀਸ਼ਨ ਕਿਸ ਦੀ ਕਿਹੋ ਜਿਹੀ ਹੈ, ਉਹਦੇ ਪਰਿਵਾਰ ਦੇ ਮੈਂਬਰਾਂ ਦੀ, ਐਨੀ ਆਫ ਦਾ ਅਨਏਬਲ ਟੂ ਅਰਨ, ਕੀ ਉਹਦੇ ਵਿੱਚੋਂ ਕੋਈ ਵਿਅਕਤੀ ਐਸਾ ਹੈਗਾ ਜਿਹੜਾ ਕਮਾਈ ਕਰਨ ਦੇ ਯੋਗ ਨਹੀਂ ਹੈਗਾ, ਕੋਈ ਹੈਂਡੀਕੈਪਡ ਵਗੈਰਾ ਕੋਈ ਇੱਦਾਂ ਦਾ ਕੋਈ ਹੈਗਾ ਕੋਈ ਵਿਅਕਤੀ, ਉਹ ਵੀ ਵੇਰਵਾ ਦਿੱਤਾ ਜਾਵੇਗਾ। ਐਨੀ ਸਪੈਸ਼ਲ ਕਲੇਮ ਹੈਲਡ ਬਾਈ ਦਾ ਡਿਸੀਜ਼ਡ, ਕਿ ਜਿਹੜਾ ਜਿਸ ਜਗੀਰਦਾਰ ਦੀ ਡੈਥ ਹੋਈ ਹੈ ਕਿ ਇਸ ਨੂੰ ਕਦੇ ਕੋਈ ਸਪੈਸ਼ਲ ਕਲੇਮ ਮਿਲਿਆ ਹੈਗਾ, ਮਤਲਬ ਕਿ ਕੋਈ ਗਵਰਨਮੈਂਟ ਵੱਲੋਂ ਕੋਈ ਸਪੈਸ਼ਲ ਕਲੇਮ ਦਿੱਤਾ ਗਿਆ ਹੋਵੇ। ਫਿਰ ਲੈਂਡ ਓਨਡ ਬਾਈ ਦਾ ਮਾਫੀਦਾਰ, ਇਸ ਵਿਅਕਤੀ ਕੋਲ ਇਹਦੀ ਡੈਥ ਹੋਈ ਹੈ ਇਹਦੇ ਕੋਲ ਕਿੰਨੀ ਜ਼ਮੀਨ ਹੈਗੀ ਹੈ, ਠੀਕ ਹੈ, ਉਸ ਤਰੀਕ ਨੂੰ ਜਿਸ ਤਰੀਕ ਨੂੰ ਅਸੀਂ ਪ੍ਰਪੋਜ਼ਲ ਭੇਜ ਰਹੇ ਹੈਗੇ ਆ, ਇਹ ਸਾਰਾ ਵੇਰਵਾ ਜਿਹੜਾ ਹੈਗਾ ਉਹ ਫਾਰਮ ਭਰ ਕੇ 1 ਤੋਂ 10 ਕਾਲਮ ਦਾ, ਤੇ ਫਿਰ ਨਾਲ ਕੁਰਸੀਨਾਮਾ ਲਗਾ ਕੇ ਤੇ ਆ ਜਿਹੜੇ 4-5 ਕੁਐਸਚਨ ਹੈਗੇ ਇਹਨਾਂ ਦੇ ਆਨਸਰ ਬਣਾ ਕੇ ਇਹ ਸਾਰਾ ਭੇਜਿਆ ਜਾਏਗਾ ਪ੍ਰਪੋਜ਼ਲ ਦੇ ਨਾਲ। ਨੈਕਸਟ ਹੈ ਪੈਰਾ 46 ਨੰਬਰ ਸਰਕੂਲਰ ਨੰਬਰ 25/1879 ਆਲ ਦਾ ਗ੍ਰਾਂਟਸ ਹੈਲਡ ਬਾਈ ਦਾ ਸੇਮ ਪਰਸਨ ਟੂ ਬੀ ਕੰਸੀਡਰਡ ਸਾਈਮਲਟੇਨੀਅਸਲੀ, ਕਿਸੇ ਵਿਅਕਤੀ ਨੂੰ ਕਿਸੇ ਇੱਕ ਜਗ੍ਹਾ ਦੀ ਥਾਂ ਤੇ ਕਈ ਗ੍ਰਾਂਟਸ ਮਿਲੀਆਂ ਹੋਈਆਂ ਹੋਣ ਤਾਂ ਉਹਨੂੰ ਸਾਰਿਆਂ ਨੂੰ ਇਕੱਠਾ ਕੀਤਾ ਜਾਵੇਗਾ। ਆਲ ਦਾ ਗ੍ਰਾਂਟਸ ਹੈਲਡ ਬਾਈ ਦਾ ਸੇਮ ਪਰਸਨ, ਇੱਕ ਵਿਅਕਤੀ ਵੱਲੋਂ ਕਿਸੇ ਇੱਕ ਡਿਸਟ੍ਰਿਕਟ ਦੇ ਵਿੱਚ ਵੀ ਗ੍ਰਾਂਟ ਹੋ ਸਕਦੀ ਹੈ, 2 ਡਿਸਟ੍ਰਿਕਟਾਂ 'ਚ ਵੀ ਗ੍ਰਾਂਟ ਹੋ ਸਕਦੀ ਹੈ, ਜਿੱਥੇ ਉਹ ਰਹਿੰਦਾ ਉਸ ਡਿਸਟ੍ਰਿਕਟ 'ਚ ਗ੍ਰਾਂਟ ਹੋ ਸਕਦੀ ਹੈ, ਜਾਂ ਉਸ ਡਿਸਟ੍ਰਿਕਟ 'ਚ ਕਿਤੇ ਜਗ੍ਹਾ ਅਵੇਲੇਬਲ ਨਹੀਂ ਸੀਗੀ ਕਿਸੇ ਹੋਰ ਡਿਸਟ੍ਰਿਕਟ 'ਚ ਉਹਨੂੰ ਅਲਾਟਮੈਂਟ ਹੋ ਗਈ, ਜਾਂ ਉਹ ਜਿੱਥੇ ਅਲਾਟਮੈਂਟ ਉਹਦੀ ਰਿਹਾਇਸ਼ ਕਿਸੇ ਹੋਰ ਜਗ੍ਹਾ ਤੇ ਹੈਗੀ ਹੈ, ਤਾਂ ਜਿਹੜਾ ਉਹ ਵੇਰਵਾ ਹੈਗਾ ਜਿਹੜਾ ਸਾਰਾ ਸਰਕਾਰ ਕੋਲੇ ਹੋਣਾ ਚਾਹੀਦਾ ਹੈ। ਉਹ ਕਹਿੰਦਾ ਵੀ ਦ ਫੋਲੋਇੰਗ ਪ੍ਰੋਸੀਜਰ ਸ਼ੁੱਡ ਬੀ ਅਡੋਪਟਡ, ਇਹ ਜਿਹੜਾ ਪ੍ਰੋਸੀਜਰ ਹੈਗਾ ਜਦੋਂ ਕੋਈ ਇੱਕ ਵਿਅਕਤੀ ਹੈਗਾ ਉਹਨੂੰ ਗ੍ਰਾਂਟ ਅਲੱਗ-ਅਲੱਗ ਜਗ੍ਹਾ ਤੇ ਹੋਈ ਹੋਵੇ ਤਾਂ ਉਹਦਾ ਵੇਰਵਾ ਕੀ ਕਲੈਕਟਰ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ। ਵੇਅਰ ਡਿਸੀਜ਼ਡ ਹੈਲਡ ਜਗੀਰਸ ਐਂਡ ਮਾਫੀ ਇਨ ਬੋਥ ਡਿਸਟ੍ਰਿਕਟਸ, ਜਿੱਥੇ ਕਿਤੇ ਜਗੀਰ ਜਿਹੜੀ ਹੈਗੀ ਹੈ ਉਹ ਜਾਂ ਮਾਫੀ ਹੈਗੀ ਹੈ ਕਿਸੇ ਇੱਕ ਵਿਅਕਤੀ ਨੂੰ ਇੱਕ ਦੀ 2 ਜਾਂ 3 ਜਗ੍ਹਾ ਦੇ ਵਿੱਚ ਮਿਲੀ ਹੋਈ ਹੋਵੇ ਤਾਂ ਹੇਅਰਸ ਤੇ ਜਿਹੜੇ ਉਹਦੇ ਵਾਰਸ ਨੇ ਉਹ ਕਿਸੇ ਇੱਕ ਡਿਸਟ੍ਰਿਕਟ 'ਚ ਰਹਿੰਦੇ ਹੋਣ। ਦੇਖੋ ਜੇ ਜਗੀਰ 2 ਜਗ੍ਹਾ ਤੇ ਮਿਲੀ ਹੈ ਜਾਂ ਮਾਫੀ 2 ਜਗ੍ਹਾ ਤੇ ਮਿਲੀ ਹੈ, 3 ਜਗ੍ਹਾ ਤੇ ਮਿਲੀ ਹੈ, ਪਰ ਰਿਹਾਇਸ਼ ਤਾਂ ਕਿਸੇ ਇੱਕ ਜਗ੍ਹਾ ਤੇ ਹੋਏਗੀ, ਤਾਂ ਜਿਹੜਾ ਡੀਸੀ ਹੈ ਜਿੱਥੇ ਉਹ ਵਿਅਕਤੀ ਜਿਹੜਾ ਪਰਿਵਾਰ ਹੈ ਉਹ ਰਹਿੰਦਾ ਹੈਗਾ, ਉਸ ਜ਼ਿਲ੍ਹਾ ਦਾ ਜਿਹੜਾ ਕਲੈਕਟਰ ਹੈਗਾ ਉਹ ਰਿਪੋਰਟ ਕਰੇਗਾ ਟੂ ਦਾ ਗਵਰਨਮੈਂਟ ਆਫਟਰ ਦਾ ਕਮਿਊਨੀਕੇਸ਼ਨ ਟੂ ਦਾ ਅਦਰ ਡੀਸੀ, ਹੋਰਾਂ ਡੀਸੀਆਂ ਦੇ ਨਾਲ ਗੱਲਬਾਤ ਕਰਕੇ ਸਾਰੀ ਵੀ ਹਾਂ ਇੱਥੇ ਇਹਨੂੰ ਜਿੱਥੇ ਮਾਫੀ ਮਿਲੀ ਹੈਗੀ ਹੈ, ਠੀਕ ਹੈ,
ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਕਮਿਊਨੀਕੇਸ਼ਨ ਕਰਕੇ ਸਰਕਾਰ ਨੂੰ ਜਿਹੜੀ ਰਿਪੋਰਟ ਕਰੇਗਾ ਵੀ ਇਹ ਜਿਹੜਾ ਵਿਅਕਤੀ ਹੈਗਾ ਰਹਿੰਦਾ ਇਸ ਡਿਸਟ੍ਰਿਕਟ ਦੇ ਵਿੱਚ ਹੈ, ਪਰ ਇਹਨੂੰ ਜਿਹੜੀ ਗ੍ਰਾਂਟ ਮਿਲੀ ਵੀ ਹੈ ਫਲਾਣੇ ਡਿਸਟ੍ਰਿਕਟ ਮਿਲੀ ਵੀ ਹੈਗੀ ਹੈ। ਫਿਰ ਦੂਜੇ ਪੁਆਇੰਟ ਹੈਗਾ ਵੇਅਰ ਦਾ ਡਿਸੀਜ਼ਡ ਹੈਲਡ ਅਸਾਈਨਮੈਂਟ ਮੋਰ ਡਿਸਟ੍ਰਿਕਟ ਰੈਜ਼ੀਡੈਂਸ ਨਨ ਡਿਸਟ੍ਰਿਕਟ, ਜੇ ਕਿਤੇ 2 ਜਾਂ 3 ਜ਼ਿਲ੍ਹੇ ਵਿੱਚ ਉਹਨੂੰ ਗ੍ਰਾਂਟ ਮਿਲੀ ਵੀ ਹੈ ਪਰ ਉਹਨਾਂ 2-3 ਜ਼ਿਲ੍ਹਿਆਂ 'ਚ ਕਿਤੇ ਵੀ ਨਹੀਂ ਰਹਿੰਦਾ ਉਹ ਵਿਅਕਤੀ, ਠੀਕ ਹੈ, ਤਾਂ ਜਿਹੜੇ ਜ਼ਿਲ੍ਹੇ ਦੇ ਵਿੱਚ ਤਾਂ ਕੀ ਹੋਏਗਾ ਵੇਅਰ ਦਾ ਡਿਸੀਜ਼ਡ, ਤਾਂ ਜਿਹੜਾ ਡੀਸੀ ਹੈਗਾ ਆਫ ਦਾ ਰੈਜ਼ੀਡੈਂਸ ਜਿੱਥੇ ਉਹ ਵਿਅਕਤੀ ਰਹਿੰਦਾ ਹੈਗਾ ਉਸ ਜ਼ਿਲ੍ਹੇ ਦਾ ਜਿਹੜਾ ਡੀਸੀ ਹੈਗਾ ਉਹ ਬਾਕੀ ਜ਼ਿਲ੍ਹਿਆਂ ਦੇ ਤੋਂ ਪੁੱਛ-ਗਿੱਛ ਕਰਕੇ ਤੇ ਜਿਹੜੀ ਹੈਗੀ ਆ ਉਹ ਸਰਕਾਰ ਨੂੰ ਰਿਪੋਰਟ ਭੇਜੇਗਾ। ਫਿਰ ਕੀ ਹੈਗਾ ਵੇਅਰ ਦਾ ਡਿਸੀਜ਼ਡ ਹੈਲਡ ਅਸਾਈਨਮੈਂਟ ਓਨਲੀ ਇਨ 1 ਡਿਸਟ੍ਰਿਕਟ, ਇੱਕ ਜ਼ਿਲ੍ਹੇ ਦੇ ਵਿੱਚ ਅਸਾਈਨਮੈਂਟ ਮਿਲੀ ਵੀ ਹੈ ਉਸਨੂੰ, ਇੱਕ ਜ਼ਿਲ੍ਹੇ 'ਚ ਮਾਫੀ ਮਿਲੀ ਹੈ ਜਾਂ ਪੈਨਸ਼ਨ ਲੱਗੀ ਵੀ ਹੈਗੀ ਹੈ ਜਾਂ ਕੋਈ ਜ਼ਮੀਨ ਮਿਲੀ ਵੀ ਹੈ, ਤੇ ਹੇਅਰਸ ਰੈਜ਼ੀਡੈਂਸ ਅਦਰ ਡਿਸਟ੍ਰਿਕਟ, ਜਿਹੜੇ ਉਹਦੇ ਵਾਰਸ ਨੇ ਕਿਸੇ ਹੋਰ ਜ਼ਿਲ੍ਹੇ 'ਚ ਰਹਿ ਰਹੇ ਨੇ, ਇੱਕੋ ਡਿਸਟ੍ਰਿਕਟ ਦੀ ਗੱਲ ਕੀਤੀ ਹੈ ਤੇ ਮੋਰ ਡਿਸਟ੍ਰਿਕਟ ਦੀ ਗੱਲ ਨਹੀਂ ਕੀਤੀ, ਠੀਕ ਹੈ, ਤਾਂ ਜਿਹੜਾ ਜਿਸ ਜ਼ਿਲ੍ਹੇ ਵਿੱਚ ਉਹ ਵਿਅਕਤੀ ਰਹਿੰਦਾ ਹੈਗਾ ਉਸ ਜ਼ਿਲ੍ਹੇ ਦਾ ਕਲੈਕਟਰ ਹੈਗਾ ਉਹ ਰਿਪੋਰਟ ਭੇਜੇਗਾ। ਜੇ ਕਿਤੇ ਜਿਹੜੀ ਲੈਂਡ ਹੈਗੀ ਹੈ ਮੋਰ ਦੈਨ 1 ਡਿਸਟ੍ਰਿਕਟ 'ਚ ਹੋਈ ਵੀ ਹੈ ਪਰ ਕਿਸੇ ਜ਼ਿਲ੍ਹੇ 'ਚ ਵੀ ਉਹ ਵਿਅਕਤੀ ਰਹਿੰਦਾ ਨਹੀਂ ਹੈਗਾ, ਕਿਸੇ ਵੀ ਜ਼ਿਲ੍ਹੇ 'ਚ ਉਹਦੇ ਪਰਿਵਾਰ ਦੇ ਮੈਂਬਰ ਨਹੀਂ ਰਹਿੰਦੇ ਹੈਗੇ, ਤਾਂ ਜਿਸ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਡੀ ਉਹਦਾ ਚੰਕ ਹੈਗਾ ਜਿੱਥੇ ਸਭ ਤੋਂ ਵੱਡੀ ਅਸਾਈਨਮੈਂਟ ਨੂੰ ਮਿਲੀ ਵੀ ਹੈਗੀ ਆ ਜਾਂ ਜ਼ਮੀਨ ਮਿਲੀ ਵੀ ਹੈਗੀ ਆ ਉਸ ਜ਼ਿਲ੍ਹੇ ਦਾ ਕਲੈਕਟਰ ਹੈਗਾ ਬਾਕੀ ਡਿਸਟ੍ਰਿਕਟ ਦੇ ਨਾਲ ਤਾਲਮੇਲ ਕਰਕੇ ਸਰਕਾਰ ਨੂੰ ਰਿਪੋਰਟ ਭੇਜੇਗਾ। ਮਤਲਬ ਕਹਿਣ ਦਾ ਭਾਵ ਇਹ ਹੈਗਾ ਵੀ ਗਵਰਨਮੈਂਟ ਨੂੰ ਪਤਾ ਹੋਵੇ ਵੀ ਇਹ ਜਿਹੜਾ ਵਿਅਕਤੀ ਹੈਗਾ ਪਰਟੀਕੂਲਰ ਇਹਨੂੰ ਕਿੱਥੇ ਅਸੀਂ ਮਾਫੀ ਦਿੱਤੀ ਗਈ ਹੈਗੀ ਹੈ, ਕਿਤੇ ਇਹ ਨਾ ਹੋਵੇ ਵੀ ਗਵਰਨਮੈਂਟ ਦੇ ਪੱਧਰ ਤੇ ਪਤਾ ਹੀ ਨਾ ਹੋਵੇ ਤੇ ਅਲਾਟਮੈਂਟ ਵਾਲਾ ਪਹਿਲਾਂ ਕਿਤੇ ਉਸਨੂੰ ਅਸਾਈਨਮੈਂਟ ਜਿਹੜੀ ਪਹਿਲੀ ਮਾਫੀ ਹੈ ਐਜ ਏ ਮਾਫੀ ਜਾਂ ਗ੍ਰਾਂਟ ਕਿਸੇ ਜ਼ਮੀਨ ਦੀ ਕਿਤੇ ਉੱਧਰ ਵੀ ਲੈ ਗਿਆ ਹੋਵੇ ਉੱਧਰ ਵੀ ਲੈ ਗਿਆ ਹੋਵੇ, ਠੀਕ ਹੈ, 2 ਜ਼ਿਲ੍ਹਿਆਂ 'ਚ ਲੈ ਗਿਆ ਹੋਵੇ, ਤੇ ਇਸ ਕਰਕੇ ਇਹਦੀ ਇਨਫੋਰਮੇਸ਼ਨ ਹੈਗੀ ਹੈ ਕਲੈਕਟਰ ਵੱਲੋਂ ਦਿੱਤੀ ਜਾਣੀ ਹੁੰਦੀ ਹੈ ਸਰਕਾਰ। ਨੈਕਸਟ ਹੈ ਪੈਰਾ 47 ਹੈਗਾ ਪੰਜਾਬ ਗਵਰਨਮੈਂਟ ਰੈਜੂਲੇਸ਼ਨ ਨੰਬਰ 11A 26/11/1896 ਓਲਡ ਸਿੱਖ ਜਗੀਰਸ, ਕੁਝ ਓਲਡ ਸਿੱਖ ਜਗੀਰਸ ਹੁੰਦੀਆਂ ਨੇ, ਠੀਕ ਹੈ, ਉਹਦੇ ਵਿੱਚ ਕੀ ਹੈਗਾ ਦੈਟ ਹੈਵ ਬੀਨ ਕੰਟੀਨਿਊ ਔਰ ਕਨਫਰਮ ਬਾਈ ਦਾ ਬ੍ਰਿਟਿਸ਼ ਗਵਰਨਮੈਂਟ, ਇਹਨਾਂ ਜਗੀਰਾਂ ਨੂੰ ਬ੍ਰਿਟਿਸ਼ ਗਵਰਨਮੈਂਟ ਵੱਲੋਂ ਕੰਟੀਨਿਊ ਕਰ ਦਿੱਤਾ ਗਿਆ ਸੀ ਜਾਂ ਕਨਫਰਮ ਕਰ ਦਿੱਤਾ ਗਿਆ ਸੀਗਾ। ਐਜ਼ ਏ ਰੂਲ ਗ੍ਰਾਂਟਸ ਆਫ ਰੈਵਨਿਊ ਕੰਟੇਨ ਲੈਂਡਸ, the valuation of at the time of grant should be mentioned, ਜਦੋਂ ਗ੍ਰਾਂਟ ਦਿੱਤੀ ਜਾਂਦੀ ਸੀ ਇਸ ਗੱਲ ਦੀ the valuation of the at the time of grant should be mentioned, ਕਹਿੰਦਾ ਉਹਦੀ ਵੈਲਿਊਏਸ਼ਨ ਕੀ ਸੀ ਉਸ ਵੇਲੇ ਪ੍ਰਾਪਰਟੀ ਦੀ ਜਦੋਂ ਗ੍ਰਾਂਟ ਦਿੱਤੀ ਗਈ ਹੈ, ਓਲਡ ਸਿੱਖ ਜਗੀਰ ਦੇ ਨਾਮ ਤੇ ਕੋਈ ਗ੍ਰਾਂਟ ਦਿੱਤੀ ਗਈ ਹੈ ਉਦੋਂ ਉਹਦੇ ਨਾਲ ਜਿਹੜੀ ਪ੍ਰਾਪਰਟੀ ਦੀ ਜਿਹੜੀ ਵੈਲਿਊ ਹੈ, ਠੀਕ ਹੈ, ਉਹ ਵੀ ਨਾਲ ਮੈਂਸ਼ਨ ਕੀਤੀ ਜਾਂਦੀ ਹੈ। ਨੈਕਸਟ ਅਸੀਂ ਪੜਾਂਗੇ ਇਹ ਜਿਹੜੇ ਹੈਗੇ ਨੇ ਇਰਰੈਲੀਵੈਂਟ ਹੈਗੇ ਪਹਿਲੇ ਅੱਗੇ ਨੈਕਸਟ ਆ ਜਾਓ ਤੁਸੀਂ ਪ੍ਰਪੋਜ਼ਲਸ for the communication of hereditary Jagirs, 57 proposals for the communication of hereditary Jagirs, proposals for the commutation of hereditary Jagirs, ਇਹਦੀਆਂ ਪ੍ਰਪੋਜ਼ਲ ਭੇਜਣ ਦਾ ਕੀ ਢੰਗ ਹੈਗਾ। ਗਵਰਨਮੈਂਟ ਆਫ ਇੰਡੀਆ order dated 24/8/1918, government may in suitable cases sanction the commutation ਤੁਸੀਂ ਸਾਰੇ ਜਾਣਦੇ ਹੋਵੋਗੇ ਕਮਿਊਟੇਸ਼ਨ ਕੀ ਹੁੰਦੀ ਹੈ। ਕਮਿਊਟੇਸ਼ਨ ਜਿਵੇਂ ਹੁਣ ਕੋਈ ਕਿਸੇ ਵਿਅਕਤੀ ਦੀ ਰਿਟਾਇਰਮੈਂਟ ਹੁੰਦੀ ਹੈ, ਤੁਸੀਂ ਆਮ ਸੁਣਿਆ ਹੋਗਾ ਵੀ ਕਿੰਨੀ ਪੈਨਸ਼ਨ ਕਮਿਊਟ ਕਰਾਈ ਹੈ, ਠੀਕ ਹੈ, ਇਹ ਵਰਡ ਆਮ ਤੁਸੀਂ ਸੁਣਿਆ ਹੋਵੇਗਾ ਵੀ ਮੇਰੀ ਪੈਨਸ਼ਨ ਕਮਿਊਟ ਕਰਾਈ ਹੈ ਜਾਂ ਨਹੀਂ ਕਰਵਾਈ, ਤੁਸੀਂ ਕਮਿਊਟ ਕਰਾਈ ਹੈ ਜਾਂ ਨਹੀਂ ਕਰਵਾਈ। ਇਹਦਾ ਮਤਲਬ ਕੀ ਹੁੰਦਾ ਹੈ, ਕਮਿਊਟੇਸ਼ਨ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਪੈਸੇ ਤੁਹਾਨੂੰ ਮੰਥਲੀ ਮਿਲਨੇ ਨੇ ਕਿ ਉਹਨਾਂ ਪੈਸਿਆਂ ਦੇ ਵਿੱਚੋਂ ਤੁਸੀਂ ਕੋਈ ਲਮਸਮ ਅਮਾਊਂਟ ਲੈ ਰਹੇ ਹੋ ਜਾਂ ਤੁਸੀਂ ਆਪਣੀ ਪੈਨਸ਼ਨ ਜੇ ਕਮਿਊਟ ਕਰਾਉਂਦੇ ਹੋ ਤਾਂ ਅੱਗੇ ਤੁਹਾਡੀ ਜਿਹੜੀ ਪੈਨਸ਼ਨ ਦੇ ਵਿੱਚੋਂ ਜਿਹੜੀ ਤੁਹਾਨੂੰ ਮੰਥਲੀ ਮਿਲਣੀ ਹੈ ਫਰਦਰ ਇਨ ਫਿਊਚਰ, ਉਸ ਮੰਥਲੀ ਦੇ ਵਿੱਚੋਂ ਜੇ ਤੁਸੀਂ ਕੋਈ ਪੈਨਸ਼ਨ ਕਮਿਊਟ ਕਰਵਾ ਕੇ ਕੋਈ ਅਮਾਊਂਟ ਲਮਸਮ ਲੈ ਲਈ ਐਡਵਾਂਸ, ਠੀਕ ਹੈ, ਤਾਂ ਜਿਹੜੀ ਤੁਹਾਨੂੰ ਮੰਥਲੀ ਪੈਨਸ਼ਨ ਮਿਲਣੀ ਸੀ ਉਹਦੇ ਵਿੱਚੋਂ ਡਿਡਕਸ਼ਨ ਹੁੰਦੀ ਰਹੇਗੀ ਮੰਥਲੀ, ਇਹਨੂੰ ਅਸੀਂ ਕਹਿੰਦੇ ਕਮਿਊਟੇਸ਼ਨ। ਕੀ ਕਹਿੰਦਾ ਜਦੋਂ ਕੋਈ ਕਿਸੇ ਜਿਹੜੀ ਹੈਗੀ ਹੈ ਜਗੀਰਦਾਰ ਦੀ ਡੈਥ ਹੋਣ ਉਪਰੰਤ ਜਿਹੜੇ ਉਹਦੇ ਪਰਿਵਾਰ ਹੈਗੇ ਆ ਉਹਦੇ ਪਰਿਵਾਰਾਂ ਨੂੰ ਜਦੋਂ ਕੋਈ ਮੰਥਲੀ ਜਗੀਰ ਦਿੱਤੀ ਜਾਣੀ ਹੈ, ਠੀਕ ਹੈ, ਕਿ ਉਹਦੇ ਸੰਬੰਧੀ ਕੋਈ ਕਮਿਊਟੇਸ਼ਨ ਹੋ ਸਕਦੀ ਹੈ, ਮਤਲਬ ਕਿ ਕੀ ਐਡਵਾਂਸ ਪੈਸਾ ਲਿਆ ਜਾ ਸਕਦਾ ਉਹਨਾਂ ਪਰਿਵਾਰ ਦੇ ਮੈਂਬਰਾਂ ਵੱਲੋਂ ਸਰਕਾਰ ਵੱਲੋਂ ਉਹਦੇ ਇਵਜ਼ ਦੇ ਵਿੱਚ ਜਿਹੜੀ ਉਹਨੂੰ ਜਗੀਰ ਦਿੱਤੀ ਜਾਣੀ ਹੈ ਐਵਰੀ 6 ਮੰਥ
ਜਾਂ ਸਾਲਾਨਾ ਜਾਂ ਮੰਥਲੀ ਪੈਨਸ਼ਨ ਮਿਲਣੀ ਹੈ ਕੋਈ, ਠੀਕ ਹੈ, ਕਿ ਉਹਦੇ ਸੰਬੰਧ ਵਿੱਚ ਕੋਈ ਪੈਨਸ਼ਨ ਕਿਸੇ ਦੀ ਜਿਹੜੀ ਕਮਿਊਟੇਸ਼ਨ ਹੋ ਸਕਦੀ ਹੈ। ਕਮਿਊਟੇਸ਼ਨ ਕਰਨ ਦੀ ਲੋੜ ਕਿਉਂ ਪੈਂਦੀ ਹੈ? ਮੰਨ ਲਓ ਕਿਸੇ ਪਰਿਵਾਰ 'ਚ ਕੋਈ ਮੈਰਿਜ ਹੈ, ਠੀਕ ਹੈ, ਉਹ ਪਰਿਵਾਰ ਕਹਿੰਦਾ ਵੀ ਮੈਨੂੰ ਤਾਂ ਜ਼ਰੂਰਤ ਹੈ ਜੀ ਪੈਸੇ ਦੀ, ਮੈਨੂੰ ਜੇ ਹੋ ਸਕਦਾ ਹੈਗਾ ਤਾਂ ਮੈਨੂੰ ਇਹ ਜਿਹੜੀ ਪੈਨਸ਼ਨ ਹੈਗੀ ਮੇਰੀ ਪੈਨਸ਼ਨ ਘਟਵਾ ਦਿਓ ਤੇ ਮੈਨੂੰ ਐਡਵਾਂਸ ਪੈਸਾ ਦੇ ਦਿਓ। ਇੱਦਾਂ ਦੀਆਂ ਪ੍ਰਪੋਜ਼ਲਾਂ ਦੀ ਗੱਲ ਕੀਤੀ ਹੈ ਵੀ ਜਿਹੜੀ ਪ੍ਰਪੋਜ਼ਲ ਸਰਕਾਰ ਵੱਲੋਂ ਕੋਈ ਪ੍ਰਪੋਜ਼ਲਸ ਫਾਰ ਦਾ ਕਮਿਊਟੇਸ਼ਨ ਆਫ ਹੈਰੀਡਿਟਰੀ ਜ਼ਗੀਰਸ, ਤਾਂ ਉਹਦੇ ਸੰਬੰਧ ਵਿੱਚ ਜਿਹੜਾ ਸਰਕਾਰ ਦਾ ਲੈਟਰ ਹੈਗਾ, ਸਰਕਾਰ ਕੀ ਕਹਿੰਦੀ ਹੈ, ਸਰਕਾਰ ਨੇ ਕੀ ਆਰਡਰ ਕੀਤਾ ਹੈਗਾ, ਗਵਰਨਮੈਂਟ ਮੇ ਇਨ ਸੂਟੇਬਲ ਕੇਸਸ, ਕੋਈ ਸੂਟੇਬਲ ਕੇਸ ਸਰਕਾਰ ਨੂੰ ਲੱਗਦਾ ਹੈ ਵੀ ਰਿਕੁਆਇਰਮੈਂਟ ਹੈਗੀ ਹੈ ਪਰਿਵਾਰ ਨੂੰ ਸੈਂਕਸ਼ਨ ਦਾ ਕਮਿਊਟੇਸ਼ਨ, ਤਾਂ ਸਰਕਾਰ ਜਿਹੜੀ ਹੈਗੀ ਹੈ ਕਿਸੇ ਦੀ ਪੈਨਸ਼ਨ ਨੂੰ, ਕਿਸੇ ਜ਼ਗੀਰਦਾਰ ਦੀ ਪੈਨਸ਼ਨ ਨੂੰ, ਕਿਸੇ ਦੀ ਫੈਮਿਲੀ ਪੈਨਸ਼ਨ ਨੂੰ, ਠੀਕ ਹੈ, ਕਮਿਊਟ ਕਰ ਸਕਦੀ ਹੈ। ਮਤਲਬ ਕਿ ਐਡਵਾਂਸ ਪੈਸੇ ਦਿੱਤੇ ਜਾ ਸਕਦੇ ਆ ਉਸ ਵਿਅਕਤੀ ਨੂੰ ਐਟ 25 years। At 25 years purchase of hereditary Jagir in Punjab, not exceeding ₹5 a month। बहुत छोटी छोटी अमाउंट सही ने, not exceeding ₹5 a month, ₹5 महीने तो बाद नहीं कहते दी जा सकती, और ₹60 a year with consent। ਜੇਕਰ ਉਹ ਵਿਅਕਤੀ ਜਿਹੜਾ ਕੰਸੈਂਟ ਦਿੰਦਾ ਹੈਗਾ ਤਾਂ ਉਹਦੀ 60 ਰੁਪਏ ਜਿਹੜੀ ਹੈਗੀ ਹੈ ਸਾਲਾਨਾ ਤੋਂ ਜ਼ਿਆਦਾ ਨਹੀਂ ਦਿੱਤੀ ਜਾ ਸਕਦੀ। ਔਨ ਦਾ ਐਪਲੀਕੇਸ਼ਨ ਇਨ ਐਨੀ ਸੱਚ ਕੇਸ, ਡਿਪਟੀ ਕਮਿਸ਼ਨਰ ਆਫਟਰ ਵੈਰੀਫਿਕੇਸ਼ਨ ਰੈਫਰ ਕੇਸ ਟੂ ਦਾ FCR ਥਰੂ ਦਾ ਕਮਿਸ਼ਨਰ। ਜਿਹੜਾ ਹੈਗਾ ਕਮਿਊਟੇਸ਼ਨ ਦਾ ਜਿਹੜਾ ਹੈਗਾ ਜੇ ਕਿਸੇ ਨੂੰ ਦਿੱਤੀ ਜਾਣੀ ਹੈਗੀ ਹੈ ਤਾਂ ਉਹਦਾ ਕੇਸ ਬਣਾ ਕੇ ਰੈਫਰ ਕੀਤਾ ਜਾ ਸਕਦਾ ਗਵਰਨਮੈਂਟ ਨੂੰ ਫਾਰ ਦਾ ਪਰਪਸ ਟੂ ਕਮਿਊਟ ਦਾ ਪੈਨਸ਼ਨ। ਇਹਦੇ ਫਾਰਮ ਦੇ ਜਿਹੜੇ ਕਾਲਮ ਬਣਿਆ ਹੈਗਾ 1 ਤੋਂ 11 ਜਿਹੜੇ ਕਾਲਮ ਬਣਾਏ ਗਏ ਨੇ, ਇਹ ਕਾਲਮਾਂ ਦੀ ਜਿਹੜੀ ਰਿਪੋਰਟ ਹੈਗੀ ਹੈ, ਜੇ ਕਿਸੇ ਨੂੰ ਐਡਵਾਂਸ ਪੈਸਾ ਦੇਣਾ ਸਰਕਾਰ ਨੇ, ਕੋਈ ਲੱਗਦਾ ਸਰਕਾਰ ਨੂੰ ਕੋਈ ਲੱਗਦਾ ਹੈ ਵੀ ਹਾਂ ਇਹਨੂੰ ਐਡਵਾਂਸ ਪੈਸੇ ਦੀ ਜ਼ਰੂਰਤ ਹੈਗੀ ਹੈ, ਇਹ ਫੈਮਿਲੀ ਜਿਹੜਾ ਮੇਜਰ ਮੈਂਬਰ ਸੀਗਾ, ਠੀਕ ਹੈ, ਉਹਦੀ ਡੈਥ ਹੋ ਚੁੱਕੀ ਹੈ, ਤਾਂ ਇਹ ਫਾਰਮ ਭਰ ਕੇ ਭੇਜਿਆ ਜਾ ਸਕਦਾ ਹੈ 1 ਤੋਂ 11 ਕਾਲਮ ਦਾ। ਨੈਕਸਟ ਹੈ ਮੇਨਟੇਨੈਂਸ ਆਫ ਰਜਿਸਟਰ of assignments and verifications of existence of the assignees। ਹੁਣ ਤੁਸੀਂ ਦੇਖਦੇ ਹੋ ਤੁਹਾਡੇ ਤਹਿਸੀਲਾਂ ਦੇ ਵਿੱਚ, ਤੁਹਾਡੇ ਤਹਿਸੀਲਾਂ 'ਚ ਕੀ ਆਪਣੇ ਤੁਹਾਡੇ ਜਮ੍ਹਾਂਬੰਦੀਆਂ ਹੈਗੀਆਂ ਨੇ, ਜਮ੍ਹਾਂਬੰਦੀਆਂ ਦੇ ਲਾਸਟ ਵਿੱਚ ਜਿਹੜੇ ਕਾਲਮ ਉਹ ਮਤਲਬ ਨਕਸ਼ੇ ਲੱਗਦੇ ਆ, ਉਹਨਾਂ ਨਕਸ਼ਿਆਂ ਦੇ ਵਿੱਚ ਤੁਸੀਂ ਦੇਖੋਗੇ ਨਕਸ਼ਾ ਮਾਫੀਦਾਰ ਲੱਗਿਆ ਹੁੰਦਾ ਹੈ, ਨਕਸ਼ਾ ਪੈਨਸ਼ਨਰ ਦਾ ਲੱਗਿਆ ਹੁੰਦਾ, ਪੈਨਸ਼ਨਰ ਤੇ ਮਾਫੀਦਾਰ ਦਾ ਲੱਗਿਆ ਹੁੰਦਾ। ਉਹਦਾ ਕੀ ਕਾਰਨ ਹੈਗਾ, ਠੀਕ ਹੈ, ਉਹਦਾ ਕਾਰਨ ਇਹੀ ਹੁੰਦਾ ਹੈ ਵੀ ਸਰਕਾਰ ਦੇ ਖਾਤੇ 'ਚ ਕੋਈ ਵਿਅਕਤੀ ਕੋਈ ਪੈਨਸ਼ਨ ਲੈ ਰਿਹਾ ਹੈ ਜਾਂ ਕੋਈ ਮਾਫੀਦਾਰ ਨੂੰ ਮਾਫੀ ਦਿੱਤੀ ਗਈ ਹੈ, ਉਹ ਉਸ ਨੂੰ ਮਾਫੀ ਕਿੰਨੇ ਸਮੇਂ ਲਈ ਦਿੱਤੀ ਗਈ ਹੈ, ਜਾਂ ਕੋਈ ਪੈਨਸ਼ਨ ਹੈ ਉਹ ਕਿੰਨੇ ਸਮੇਂ ਲਈ ਦਿੱਤੀ ਗਈ ਹੈ, ਕਿ 1 ਲਾਈਫ ਲਈ ਦਿੱਤੀ ਗਈ ਪੈਨਸ਼ਨ ਹੈ ਜਾਂ 2 ਲਾਈਫ ਲਈ ਦਿੱਤੀ ਗਈ ਹੈ ਪੈਨਸ਼ਨ, ਜਾਂ ਫਿਰ ਜੇ ਪੈਨਸ਼ਨਰ ਦੀ ਡੈਥ ਹੋ ਗਈ ਤਾਂ ਉਹਦੀ ਥਾਂ ਤੇ ਨਵਾਂ ਪੈਨਸ਼ਨਰ ਕੌਣ ਆਇਆ ਹੈ। ਜੇ ਮਾਫੀਦਾਰ ਦੀ ਡੈਥ ਹੋ ਗਈ ਤਾਂ ਮਾਫੀਦਾਰ ਦੀ ਥਾਂ ਤੇ ਨਵਾਂ ਮਾਫੀਦਾਰ ਕਿਉਂ ਆਇਆ ਹੈ, ਕੌਣ ਆਇਆ ਹੈ, ਕੀ ਕਿਸੇ ਮਾਫੀਦਾਰ ਦੀ ਜਾਂ ਕਿਸੇ ਪੈਨਸ਼ਨਰ ਦੀ ਜਿਹੜੀ ਟਰਮ ਹੈ ਉਹ ਪੂਰੀ ਹੋ ਚੁੱਕੀ ਹੈ, ਜਾਂ ਕਿਸੇ ਮਾਫੀਦਾਰ ਦੀ ਜਿਹੜੀ ਟਰਮ ਹੈ ਪੂਰੀ ਹੋ ਚੁੱਕੀ ਹੈ, ਯਾਨੀ ਕਿ ਲੈਪਸ ਹੋ ਚੁੱਕੀ ਹੈ, ਜਾਂ ਸਰਕਾਰ ਨੇ ਕਿਸੇ ਦੀ ਜ਼ੂਮ ਕਰ ਲਈ ਹੈਗੀ ਹੈ। ਇਹ ਜਿਹੜੇ ਪਹਿਲਾ ਸੀ ਟਾਈਮ ਸੀਗਾ ਉਹਦੇ ਵਿੱਚ ਜਿਹੜੇ ਨਕਸ਼ੇ ਸੀ ਇਹ ਟਾਈਮ ਟੂ ਟਾਈਮ ਅਮੈਂਡ ਹੁੰਦੇ ਰਹਿੰਦੇ ਸੀਗੇ, ਪਰ ਹੁਣ ਤਾਂ ਆਪਣਾ ਉਹੀ ਪ੍ਰੋਸੈਸ ਚੱਲ ਆ ਰਿਹਾ ਹੈਗਾ, ਠੀਕ ਹੈ। ਫਿਰ ਕੀ ਹੈਗਾ, ਇਹਨਾਂ ਜਿਹੜੇ ਪੈਨਸ਼ਨਰ ਹੈਗੇ ਆ, ਇਹਨਾਂ ਪੈਨਸ਼ਨਰ ਦੀ ਜਾਂ ਮਾਫੀਦਾਰ ਦੀ ਜਿਹੜੀ ਰਿਪੋਰਟ ਸੀ ਸਾਰੀ ਉਹ ਪਟਵਾਰੀ ਹਲਕਾ ਨੰਬਰਦਾਰ ਰਾਹੀਂ ਜਿਹੜੀ ਹੈਗੀ ਸੀ ਤਹਿਸੀਲਦਾਰ ਜਿਹੜੀ ਕਲੈਕਟਰ ਨੂੰ ਭੇਜੀ ਜਾਂਦੀ ਸੀਗੀ, ਤਾਂ ਕਿ ਉਹ ਜਿਹੜਾ ਪਰਸਨ ਹੈਗਾ ਜੇ ਕੋਈ ਡੈਥ ਹੋ ਚੁੱਕੀ ਹੈ, ਉਹਦੀ ਪੈਨਸ਼ਨ ਬੰਦ ਹੋ ਚੁੱਕੀ ਹੈ, ਤਾਂ ਕਿ ਉਹਦੀ ਲੈਪਸ ਹੋ ਚੁੱਕੀ ਹੈ, ਜਾਂ ਤਾਂ ਕਿ ਉਹਦੀ ਪੈਨਸ਼ਨ ਅੱਗੇ ਨੂੰ ਬੰਦ ਹੋ ਸਕੇ, ਜਾਂ ਕਿਸੇ ਲੇਡੀ ਨੂੰ ਪੈਨਸ਼ਨ ਮਿਲਦੀ ਸੀਗੀ, ਵਿਡੋ ਨੂੰ ਪੈਨਸ਼ਨ ਮਿਲਦੀ ਸੀਗੀ, ਕਿਸੇ ਜ਼ਗੀਰਦਾਰ ਦੀ ਡੈਥ ਹੋਣ ਤੋਂ ਉਪਰੰਤ ਕਿਸੇ ਵਿਡੋ ਨੂੰ ਪੈਨਸ਼ਨ ਮਿਲਦੀ ਸੀਗੀ, ਉਹ ਵਿਡੋ ਨੇ ਜਾਂ ਤਾਂ ਰੀਮੈਰਿਜ ਕਰਵਾ ਲਈ ਹੈ ਜਾਂ ਉਹਦੀ ਡੈਥ ਹੋ ਚੁੱਕੀ ਹੈ, ਠੀਕ ਹੈ, ਤਾਂ ਵੀ ਉਹਦੀ ਪੈਨਸ਼ਨ ਬੰਦ ਹੋ ਜਾਂਦੀ ਹੈ। ਜਾਂ ਕੋਈ ਕਿਸੇ ਜ਼ਗੀਰਦਾਰ ਦੀ ਕੋਈ ਲੜਕੀ ਹੁੰਦੀ ਹੈ ਫੀਮੇਲ, ਲੜਕੀ ਨੂੰ ਪੈਨਸ਼ਨ ਲੱਗੀ ਹੋਈ ਹੁੰਦੀ ਹੈ, ਲੜਕੀ ਦੀ ਮੈਰਿਜ ਹੋਣ ਤੋਂ ਬਾਅਦ ਵੀ ਫਿਰ ਜਿਹੜੀ ਲੜਕੀ ਹੈਗੀ ਹੈ ਉਹ ਜਦੋਂ ਉਹਦੀ ਮੈਰਿਜ ਹੋ ਜਾਂਦੀ ਹੈ
ਮੈਰਿਜ ਉਪਰੰਤ ਵੀ ਜਿਹੜੀ ਪੈਨਸ਼ਨ ਹੈ ਬੰਦ ਹੋ ਜਾਂਦੀ ਹੈ। ਮਤਲਬ ਕਿ ਇਹ ਜਿਹੜੀ ਸਾਰੀ ਰਿਪੋਰਟ ਹੈਗੀ ਹੈ, ਇਹਦੀ ਰਿਪੋਰਟ ਦੀ ਜਿਹੜੀ ਰੈਵਨਿਊ ਦੀ ਆਪਣੀ ਏਜੰਸੀ ਹੈਗੀ ਹੈ, ਇਹਦੀ ਜ਼ਿੰਮੇਵਾਰੀ ਬਣਦੀ ਹੈ ਇਹ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਤੱਕ ਇਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਸਾਰੀ ਜਿਹੜੀ ਰਿਪੋਰਟਿੰਗ ਹੈ, ਤਾਂ ਕਿ ਕੋਈ ਜਿਹੜੀਆਂ ਗਲਤ ਜਿਹੜੀਆਂ ਪੇਮੈਂਟ ਸਰਕਾਰ ਦੇ ਖਾਤੇ 'ਚੋਂ ਨਾ ਹੋ ਜਾਣ, ਕਿਸੇ ਵਿਅਕਤੀ ਨੂੰ ਕੋਈ ਹੋਰ ਵੀ ਵਿਅਕਤੀ ਆ ਕੇ ਉਹਦੇ ਨਾਂ ਤੇ ਕੋਈ ਪੈਨਸ਼ਨ ਲਈ ਜਾਵੇ, ਉਹਦੀ ਡੈਥ ਹੋਣ ਤੋਂ ਉਪਰੰਤ ਵੀ ਕੋਈ ਜਿੰਦਾ ਬਣ ਕੇ ਕੋਈ ਪੇਮੈਂਟ ਲੈਂਦਾ ਰਹੇ। ਠੀਕ ਹੈ, ਇੱਦਾਂ ਦੀਆਂ ਸਾਰੀਆਂ ਰਿਸਪੌਂਸਿਬਿਲਿਟੀਜ਼ ਆਪਣੇ ਡਿਪਾਰਟਮੈਂਟ ਦੀਆਂ ਹੁੰਦੀਆਂ ਨੇ, ਤਾਂ ਕਿ ਜਿਹੜੀ ਸਰਕਾਰ ਜਿਹੜੀ ਉਹਦੀ ਸਮੇਂ ਤੇ ਕੋਈ ਜਿਹੜਾ ਹੈਗਾ ਉਹਦਾ ਲੈਪਸ ਕਰ ਸਕੇ ਜਾਂ ਕੋਈ ਰਿਜ਼ਿਊਮ ਕਰ ਸਕੇ। ਠੀਕ ਹੈ, ਉਹ ਵੇਰਵਾ ਦੇਣਾ ਹੁੰਦਾ। ਇਹ ਗੱਲ ਕੀਤੀ ਗਈ ਹੈ ਰਜਿਸਟਰ ਦੀ, ਮੇਨਟੇਨੈਂਸ ਆਫ ਰਜਿਸਟਰ ਆਫ ਅਸਾਈਨਮੈਂਟ ਐਂਡ ਵੈਰੀਫਿਕੇਸ਼ਨ ਆਫ ਐਗਜ਼ਿਸਟੈਂਸ ਆਫ ਦਾ ਅਸਾਈਨੀਜ਼। ਐਗਜ਼ਿਸਟੈਂਸ ਮਤਲਬ ਉਹ ਜਿੰਦਾ ਹੈ ਜਾਂ ਮਰ ਗਿਆ, ਠੀਕ ਹੈ, ਡੈਥ ਹੋ ਚੁੱਕੀ ਹੈ ਜਾਂ ਹੈਗਾ। ਇਹ ਸਾਰੀ ਰਿਪੋਰਟ ਦੇ ਲਈ ਅੱਗੇ ਤਹਿਸੀਲ ਦੇ ਵਿੱਚ ਜਿਹੜੇ ਰਜਿਸਟਰ ਲੱਗੇ ਹੁੰਦੇ ਆ, ਪਹਿਲਾਂ ਤਾਂ ਜਦੋਂ ਪਟਵਾਰੀ ਹਲਕਾ ਵੱਲੋਂ ਰਿਪੋਰਟ ਆਉਂਦੀ ਹੈ ਉਹ ਤਹਿਸੀਲ ਪੱਧਰ ਤੇ ਜਿਹੜੇ ਰਜਿਸਟਰ ਨੇ ਉਹ ਪਾਈਆਂ ਜਾਂਦੀਆਂ ਨੇ। ਇਹਦੇ ਸੰਬੰਧ ਵਿੱਚ ਇੱਦਾਂ ਦੀ ਜਿਹੜੇ ਰਜਿਸਟਰ ਹੈਗੇ ਉਹਨਾਂ ਨੂੰ ਮੇਨਟੇਨ ਕਰਨ ਦੀ ਖਾਤਰ ਬਾਰਕਲੇਜ਼ ਡਾਇਰੈਕਸ਼ਨਸ ਹੈਗੀਆਂ ਨੇ ਟੂ ਦਾ ਕਲੈਕਟਰਸ। ਪੈਰਾ 58 ਦੇ ਵਿੱਚ ਅਸੀਂ ਦੇਖ ਰਹੇ ਹਾਂ ਬਾਰਕਲੇਜ਼ ਡਾਇਰੈਕਸ਼ਨਸ ਟੂ ਦਾ ਕਲੈਕਟਰਸ, ਅਪੈਂਡਿਕਸ 16 ਤੇ ਕੋਈ ਜਿਹੜਾ ਬਣਿਆ ਹੋਇਆ ਹੈਗਾ ਔਰ ਡਾਇਰੈਕਸ਼ਨ ਦੇ ਸੰਬੰਧ ਵਿੱਚ the prescribed register of revenue free tenures as follows। ਇੱਕ ਫਾਰਮ A ਬਣਾਇਆ ਗਿਆ ਹੈਗਾ, ਇੱਕ ਫਾਰਮ A ਦੇ ਰੂਪ ਵਿੱਚ ਉਹਦੇ 3 ਅੱਗੇ ਪਾਰਟ ਬਣਾਏ ਗਏ ਨੇ। ਇੱਕ ਅੱਗੇ ਹੈਗਾ ਲਿਸਟ ਆਫ ਦਾ ਇਨਾਮਸ ਗ੍ਰਾਂਟਡ ਟੂ ਦਾ ਐਗਰੀਕਲਚਰ ਕਮਿਊਨਿਟੀ। ਇਹ ਵੀ ਵੇਰਵਾ ਦਰਜ ਕੀਤਾ ਜਾਵੇਗਾ ਵੀ ਜਿਹੜੇ ਕਿ ਕਿਸੇ ਐਗਰੀਕਲਚਰ ਕਮਿਊਨਿਟੀ ਦੇ ਕਿਸੇ ਬੰਦੇ ਨੂੰ ਕੋਈ ਇਨਾਮ ਦਿੱਤਾ ਗਿਆ ਹੋਵੇ। ਫਿਰ ਰਜਿਸਟਰ ਆਫ ਗ੍ਰਾਂਟਸ ਰੋਡ ਸਾਈਡ ਬੈਲਸ, ਕਿਸੇ ਕਿਸਾਨ ਨੇ ਕੋਈ ਰੋਡ ਸਾਈਡ ਤੇ ਬੈਲ ਬਣਾਏ ਸੀਗੇ ਪਾਣੀ ਪੀਣ ਦੀ ਖਾਤਰ ਲੋਕਾਂ ਦੇ, ਉਹਨੂੰ ਵੀ ਕੋਈ ਸਰਕਾਰ ਨੇ ਉਹਦੇ ਇਵਜ਼ ਦੇ ਵਿੱਚ ਕੋਈ ਗ੍ਰਾਂਟ ਦਿੱਤੀ ਗਈ ਹੈ, ਉਹ ਵੀ ਰਜਿਸਟਰ 'ਚ ਐਂਟਰੀ ਹੋਏਗੀ, ਰਜਿਸਟਰ B 'ਚ ਐਂਟਰੀ ਹੁੰਦੀ ਹੈ। ਫਿਰ ਇੱਕ ਰਜਿਸਟਰ ਕੈਪਟ ਡੁਪਲੀਕੇਟ, ਜਿਹੜੇ ਇਹ ਰਜਿਸਟਰ ਬਣਦੇ ਨੇ ਤਹਿਸੀਲ ਪੱਧਰ ਤੇ, ਇਹ ਡੁਪਲੀਕੇਟ ਕਾਪੀ ਬਣਦੀ ਹੈ, 2 ਰਜਿਸਟਰ ਬਣਦੇ ਨੇ। ਰਿਪੋਰਟ ਆਫ ਡੈਥ ਆਫ ਦਾ ਸਾਈਨੀ, ਇਸੇ ਰਜਿਸਟਰ ਦੇ ਵਿੱਚ ਵੀ ਕਿਸੇ ਸਾਈਨੀ ਦੀ ਜਿਹਨੂੰ ਲੈਂਡਰ ਨੂੰ ਮਾਫ ਕੀਤਾ ਗਿਆ ਜਾਂ ਕਿਸੇ ਨੂੰ ਪੈਨਸ਼ਨ ਲਗਾਈ ਗਈ ਹੈਗੀ ਹੈ, ਠੀਕ ਹੈ, ਕਿਸੇ ਨੂੰ ਗ੍ਰਾਂਟ ਦਿੱਤੀ ਗਈ ਹੈ, ਉਹਦੀ ਡੈਥ ਹੋ ਜਾਂਦੀ ਹੈ, ਉਹ ਵੀ ਵੇਰਵਾ ਜਿਹੜਾ ਇਸ ਰਜਿਸਟਰ 'ਚ ਦਰਜ ਕੀਤਾ ਜਾਂਦਾ ਹੈਗਾ। ਜਾਂ ਫਿਰ ਫਰਦਰ ਕੋਈ ਆਰਡਰ ਪਾਸ ਕੀਤਾ ਗਵਰਨਮੈਂਟ ਨੇ ਕਿਸੇ ਦੀ ਡੈਥ ਹੋਣ ਉਪਰੰਤ ਉਹਦੇ ਵਾਰਸਾਂ ਨੂੰ ਕੋਈ ਪੈਨਸ਼ਨ ਦਿੱਤੀ ਗਈ ਹੈ, ਉਹ ਜਿਹੜਾ ਆਰਡਰ ਕੋਈ ਆਇਆ, ਨਵਾਂ ਆਰਡਰ ਆਇਆ ਹੈਗਾ, ਉਹ ਆਰਡਰ ਦਾ ਵੇਰਵਾ ਵੀ ਇਸ ਰਜਿਸਟਰ 'ਚ ਐਂਟਰ ਕੀਤਾ ਜਾਂਦਾ ਹੈ। ਇਨ ਫੈਬਰੀ ਈਚ ਈਅਰ, ਹਰ ਸਾਲ ਫਰਵਰੀ ਦੇ ਮਹੀਨੇ ਦੇ ਵਿੱਚ ਤਹਿਸੀਲ ਪੱਧਰ ਤੇ ਜਿਹੜੀਆਂ ਇੰਸਪੈਕਸ਼ਨਸ ਹੁੰਦੀਆਂ ਨੇ, ਤਿੰਨ ਤਰ੍ਹਾਂ ਦੇ ਜਿਹੜੇ ਰਜਿਸਟਰ ਬਣਦੇ ਆ, ਇੰਸਪੈਕਸ਼ਨਸ ਹੁੰਦੀਆਂ ਨੇ। ਉਹ ਇੱਕ ਤਹਿਸੀਲਦਾਰ ਕੋਲੇ ਇੰਸਪੈਕਸ਼ਨ ਰਜਿਸਟਰ ਬਣਦਾ ਹੈ, ਇੱਕ ਨਾਇਬ ਤਹਿਸੀਲਦਾਰ ਕੋਲੇ ਬਣਦਾ ਹੈ, ਤੇ ਇੱਕ ਅਸਾਈਨੀਜ਼ ਆਊਟਸਾਈਡ ਇੱਕ ਰਜਿਸਟਰ ਬਣਦਾ ਤਹਿਸੀਲ ਪੱਧਰ ਤੇ। ਹੋਰ ਜਿਹੜੇ ਅਸਾਈਨੀਜ਼ ਉਹਨਾਂ ਪਿੰਡਾਂ 'ਚ ਉਸ ਤਹਿਸੀਲ 'ਚ ਨਹੀਂ ਰਹਿੰਦੇ, ਉਸ ਤਹਿਸੀਲ ਤੋਂ ਬਾਹਰ ਕਿਤੇ ਰਹਿੰਦੇ ਹੈਗੇ ਨੇ, ਉਹਨਾਂ ਦਾ ਜਿਹੜਾ ਵੇਰਵਾ ਹੈਗਾ ਉਸ ਰਜਿਸਟਰ ਤੀਜੇ 'ਚ ਦਰਜ ਕੀਤਾ ਜਾਂਦਾ ਹੈ। ਜਿਹੜਾ ਇਹ ਹੈਗਾ ਰਜਿਸਟਰ, ਇਹਨਾਂ ਦੇ 6 ਕਾਲਮ ਹੁੰਦੇ ਨੇ, 1 ਤੋਂ ਲੈ ਕੇ 6 ਤੱਕ ਕਾਲਮ ਬਣ ਜਾਂਦੇ ਨੇ। ਮਤਲਬ ਕਿ ਸਾਰਾ ਵੇਰਵਾ, ਇਹ ਕਹਿ ਲਈਏ ਅਸੀਂ ਟੋਟਲ ਪੈਨਸ਼ਨਰ ਦਾ ਵੇਰਵਾ, ਇਹ ਸਾਰਾ ਰਜਿਸਟਰ ਦੇ ਵਿੱਚ ਇਨ ਫਿਊਚਰ ਕੀ ਆਰਡਰ ਹੋ ਰਹੇ ਹੈ, ਠੀਕ ਹੈ, ਤਹਿਸੀਲਦਾਰ ਦੇ ਲੈਵਲ ਤੇ ਸਾਰੀ ਗੱਲ ਦਾ ਜਿਹੜਾ ਵੇਰਵਾ ਹੈਗਾ ਉਹ ਹੁੰਦਾ। ਇਹੀ ਜਿਹੜੇ ਫਿਰ ਅੱਗੇ ਜਿਹੜੇ ਵੇਰਵੇ ਨੇ, ਰਿਪੋਰਟਸ ਹੈਗੀਆਂ ਨੇ, ਉਹ ਤਹਿਸੀਲਦਾਰ ਤੋਂ ਕਲੈਕਟਰ ਤੋਂ ਕਮਿਸ਼ਨਰ ਕੋਲ ਜਿਹੜੀਆਂ ਹੈਗੀਆਂ ਨੇ ਭੇਜੀਆਂ ਜਾਂਦੀਆਂ ਨੇ। ਨੈਕਸਟ ਅਸੀਂ ਪੜਾਂਗੇ ਨੌਨ ਸਰਵਿਸ ਪੈਨਸ਼ਨਸ proposals for the grant of political pensions। ਪੈਰਾ 59 ਹੈਗਾ ਪੋਲੀਟੀਕਲ ਪੈਨਸ਼ਨਸ ਕੀ ਹੁੰਦੀਆਂ, ਰਿਕਮੈਂਡੇਸ਼ਨਸ ਫਾਰ ਦਾ ਗ੍ਰਾਂਟ ਆਫ ਪੈਨਸ਼ਨਸ। ਤਾਂ ਇਹਦੀ ਜਿਹੜੀ ਹੈਗੀ ਹੈ ਕਿ ਕਿਸੇ ਵਿਅਕਤੀ ਨੂੰ ਪੋਲੀਟੀਕਲ ਬੇਸਿਸ ਤੇ ਕੋਈ ਪੈਨਸ਼ਨ ਦਿੱਤੀ ਜਾਂਦੀ ਹੈ, ਤਾਂ ਉਹਦੀ ਜਿਹੜੀ ਰਿਕਮੈਂਡੇਸ਼ਨ ਹੁੰਦੀ ਹੈ ਉਸ ਕਲੈਕਟਰ, ਜ਼ਿਲ੍ਹੇ ਦਾ ਜਿਹੜਾ ਕਲੈਕਟਰ ਹੈਗਾ ਉਸ ਵੇਲੇ ਭੇਜੀ ਜਾਂਦੀ ਹੈ। ਔਨ ਦਾ ਪੋਲੀਟੀਕਲ ਬੇਸਿਸ ਤੇ ਇਹਦੀਆਂ ਗਰਾਊਂਡਸ ਕੀ ਹੈਗੀਆਂ ਨੇ, ਕਿਸ ਗਰਾਊਂਡ ਤੇ ਕੋਈ ਕਲੈਕਟਰ ਹੈਗਾ ਜਿਹੜਾ ਰਿਪੋਰਟ ਭੇਜ ਰਿਹਾ, ਕਿਸੇ ਦਾ ਨਾਮ ਰਿਕਮੈਂਡ ਕਰ ਰਿਹਾ ਹੈਗਾ ਪੈਨਸ਼ਨ ਲਗਾਉਣ ਦੀ ਖਾਤਰ। ਨਾਟ ਕਨੈਕਟਡ ਵਿਦ ਦਾ ਅਦਰ ਜਗੀਰਸ, ਇਹ ਜਿਹੜਾ ਹੈਗਾ ਕੇਸ ਜਿਹੜਾ ਇਹ ਵੱਖਰਾ ਹੁੰਦਾ ਹੈ, ਇਹ ਪੋਲੀਟੀਕਲ ਪੈਨਸ਼ਨ ਹੁੰਦਾ ਹੈ, ਜਗੀਰ ਦੇ ਨਾਲ ਇਹਦਾ ਕੋਈ ਲਿੰਕ ਨਹੀਂ ਹੁੰਦਾ, ਠੀਕ ਹੈ। ਤਾਂ ਸਬਮਿਟਡ ਟੂ ਦਾ ਗਵਰਨਮੈਂਟ ਡਾਇਰੈਕਟਲੀ ਤੌਰ ਤੇ ਜਿਹੜਾ ਇਹ ਰਿਪੋਰਟ ਹੈਗੀ, ਰਿਕਮੈਂਡੇਸ਼ਨ ਹੁੰਦੀ ਹੈ ਇਹਦੇ ਵਿੱਚ, ਕਿਉਂਕਿ ਇਹ ਜਗੀਰਦਾਰਾਂ ਦੇ ਨਾਲ ਕੋਈ ਸੰਬੰਧਿਤ ਨਹੀਂ, ਲੈਂਡ ਰੈਵਨਿਊ ਨਾਲ ਕੋਈ ਸੰਬੰਧਿਤ ਨਹੀਂ, ਤੇ ਇਹ ਜਿਹੜਾ ਰਿਪੋਰਟ ਹੈਗੀ ਹੈ ਇਹ FCR ਥਰੂ ਨਹੀਂ ਜਾਂਦੀ, ਇਹ ਗਵਰਨਮੈਂਟ ਨੂੰ ਕਲੈਕਟਰ ਵੱਲੋਂ ਡਾਇਰੈਕਟਲੀ ਤੌਰ ਤੇ ਸਰਕਾਰ ਨੂੰ ਜਿਹੜੀ ਫਾਰਵਰਡ ਕੀਤੀ ਜਾਂਦੀ ਹੈਗੀ ਹੈ। ਇਨ ਦਾ ਫੋਲੋਇੰਗ ਫਾਰਮ, ਇਹਦਾ ਜਿਹੜਾ ਫਾਰਮ ਹੈਗਾ ਉਹ ਬਣਾਇਆ ਗਿਆ ਕਿ ਐਪਲੀਕੇਸ਼ਨ ਕੋਈ ਵਿਅਕਤੀ ਦਿੰਦਾ ਹੈ ਵੀ ਜਿਹੜਾ ਮੈਨੂੰ ਪੈਨਸ਼ਨ ਮਿਲਣੀ ਪੋਲੀਟੀਕਲ ਬੇਸਿਸ ਤੇ ਮੈਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ, ਉਹ ਐਪਲੀਕੇਸ਼ਨ ਦੇ ਆਧਾਰ ਤੇ ਔਨ ਦਾ ਬੇਸਿਸ ਆਫ ਗਰਾਊਂਡਸ ਗਵਰਨਮੈਂਟ ਆਰਡਰਸ ਰੂਲ ਰਿਲੇਟਡ
ਸਰਕਾਰ ਵੱਲੋਂ ਕੋਈ ਜਿਹੜੇ ਇਹਦਾ ਗਰਾਊਂਡ ਕੀ ਹੁੰਦੀ ਹੈ, ਸਰਕਾਰ ਵੱਲੋਂ ਕੋਈ ਰੂਲ ਬਣਾਇਆ ਜਾਂਦਾ ਹੈ, ਸਰਕਾਰ ਵੱਲੋਂ ਜਿਹੜੇ ਆਰਡਰਸ ਕੀਤੇ ਜਾਂਦੇ ਨੇ ਉਹਨਾਂ ਦੇ ਆਰਡਰ ਦੇ ਬੇਸਿਸ ਤੇ ਕੋਈ ਬੰਦਾ ਇੰਟਾਈਟਲ ਬਣਦਾ ਹੈ, ਕੋਈ ਪੋਲੀਟੀਕਲ ਵਿਅਕਤੀ ਇੰਟਾਈਟਲ ਹੁੰਦਾ ਹੈ, ਤਾਂ ਉਸ ਆਰਡਰ ਦਾ ਵੇਰਵਾ ਦਿੰਦੇ ਹੋਏ ਉਹ ਵਿਅਕਤੀ ਦੱਸਦਾ ਵੀ ਪੰਜਾਬ ਸਰਕਾਰ ਦਾ ਇਹ ਆਰਡਰ ਹੈ, ਇਸ ਆਰਡਰ ਦੇ ਬੇਸਿਸ ਤੇ ਜਿਹੜੀ ਮੇਰੀ ਪੋਲੀਟੀਕਲ ਜਿਹੜੀ ਪੈਨਸ਼ਨ ਹੈ ਮੇਰੀ ਉਹ ਲੱਗਣੀ ਬਣਦੀ ਹੈਗੀ ਹੈ। ਤਾਂ ਕਲੈਕਟਰ ਵੱਲੋਂ ਉਹ ਆਰਡਰ ਦੇਖਦੇ ਹੋਏ ਆਰਡਰ ਦਾ ਵੇਰਵਾ ਦਿੰਦੇ ਹੋਏ ਜਿਹੜੀ ਐਪਲੀਕੇਸ਼ਨ ਹੈ ਉਸ ਵਿਅਕਤੀ ਦੀ ਵਿਦ ਰਿਕਮੈਂਡੇਸ਼ਨਸ ਫਾਰ ਦਾ ਪੋਲੀਟੀਕਲ ਪੈਨਸ਼ਨਸ ਉਹ ਸਿੱਧੇ ਹੀ ਗਵਰਨਮੈਂਟ ਨੂੰ ਜਿਹੜੀ ਹੈਗੀ ਹੈ ਉਹ ਫਾਰਵਰਡ ਕੀਤੀ ਜਾਂਦੀ ਹੈ। ਨੈਕਸਟ ਅਸੀਂ ਪੜਾਂਗੇ ਬੇਦੀ ਐਂਡ ਸੋਢੀ ਗ੍ਰਾਂਟਸ। ਤੁਸੀਂ ਦੇਖਿਆ ਹੋਵੇਗਾ ਬਹੁਤ ਸਾਰੇ ਵਿਅਕਤੀ ਪਿੰਡਾਂ 'ਚ ਰਹਿਣ ਵਾਲੇ ਹੈਗੇ ਆ, ਸੋਢੀਆਂ ਦੇ ਪਿੰਡ ਹੁੰਦੇ ਸੀ, ਬੇਦੀਆਂ ਦੇ ਪਿੰਡ ਹੁੰਦੇ ਸੀਗੇ, ਸੋਢੀਆਂ ਕੋਲੇ ਜਿਹੜੇ ਜ਼ਮੀਨਾਂ ਹੈਗੀਆਂ ਸੀ ਸਰਕਾਰ ਵੱਲੋਂ, ਠੀਕ ਹੈ, ਗ੍ਰਾਂਟ ਵਜੋਂ ਦਿੱਤੀਆਂ ਜਾਂਦੀਆਂ ਸੀ, ਸੋਢੀਆਂ ਨੂੰ ਬੇਦੀਆਂ ਨੂੰ ਦਿੱਤੀਆਂ ਜਾਂਦੀਆਂ ਸੀ। ਕਿਉਂ ਦਿੱਤੀਆਂ ਜਾਂਦੀਆਂ ਸੀਗੀਆਂ? ਸੋਢੀ ਬੇਦੀ ਸਰਕਾਰ ਦੇ ਪ੍ਰਤੀ ਮਤਲਬ ਕਿ ਜਿਵੇਂ ਆਪਾਂ ਜਾਗੀਰਦਾਰ ਕਹਿ ਲਈਏ, ਵਫਾਦਾਰੀ ਦੇ ਪ੍ਰਤੀ ਵਫਾਦਾਰ ਦੀ ਤਰ੍ਹਾਂ ਉਹ ਸਰਕਾਰ ਦੇ ਪ੍ਰਸ਼ਾਸਨ ਦੇ ਵਿੱਚ, ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹ ਹੈਲਪ ਕਰਦੇ ਸੀ ਗਵਰਨਮੈਂਟ ਦੀ, ਲੈਂਡ ਨੂੰ ਕਲੈਕਟ ਕਰਨ ਦੇ ਵਿੱਚ ਵੀ, ਹੋਰ ਜਿਹੜੀਆਂ ਪੰਜਾਬ ਸਰਕਾਰ ਦੀਆਂ ਕੋਈ ਲਾਈਨ ਆਰਡਰਸ ਹੁੰਦੇ ਸੀਗੇ ਉਹਨਾਂ ਨੂੰ ਲਾਗੂ ਕਰਨ ਦੀ ਖਾਤਰ ਸਰਕਾਰ ਦੇ ਹੱਕ ਦੇ ਵਿੱਚ ਉਹ ਭੁਗਤਦੇ ਸੀਗੇ। ਉਹਦੇ ਇਵਜ਼ ਦੇ ਵਿੱਚ ਹੀ ਜਿਹੜੇ ਸੋਢੀ ਸੀ, ਬੇਦੀ ਸੀਗੀ, ਉਹਨਾਂ ਨੂੰ ਕੁਝ ਗਵਰਨਮੈਂਟ ਵੱਲੋਂ ਗ੍ਰਾਂਟਸ ਦਿੱਤੀਆਂ ਗਈਆਂ ਸੀ। ਗ੍ਰਾਂਟਸ ਮਤਲਬ ਇਨ ਦਾ ਸ਼ੇਪ ਆਫ ਲੈਂਡ ਦਿੱਤੀਆਂ ਗਈਆਂ ਸੀ ਪਿੰਡਾਂ ਦੇ ਵਿੱਚ, ਉਹਨਾਂ ਨੂੰ ਪੈਨਸ਼ਨਾਂ ਵੀ ਲਗਾਈਆਂ ਗਈਆਂ ਸੀਗੀਆਂ। ਉਹਨਾਂ ਦੀ ਗੱਲ ਕਰ ਰਹੇ ਹਾਂ ਆਪਾਂ। ਪੰਜਾਬ ਸਰਕਾਰ ਦਾ ਜਿਹੜਾ ਲੈਟਰ ਸੀਗਾ ਪੈਰਾ 60 ਦੇ ਵਿੱਚ ਇਹਦੇ ਰਿਗਾਰਡਿੰਗ 4/7/89 ਚ ਵੀ ਹੈਗਾ, 16/10/84 ਦੇ ਵਿੱਚ ਵੀ ਕੋਈ ਜਾਰੀ ਹੋਇਆ, ਤੇ ਫਿਰ 8/8/1914 ਚ ਵੀ ਕੋਈ ਲੈਟਰ ਜਾਰੀ ਹੋਇਆ ਹੈਗਾ। ਦਾ ਰੂਲਸ regarding the disposal of by the collector, the rules relating to the disposal of the collector, ਜਿਹੜਾ ਕਲੈਕਟਰ ਹੈ, ਕਲੈਕਟਰ ਵੱਲੋਂ ਹੀ ਜਿਹੜੇ ਹੈਗੇ ਰੂਲਾਂ ਦੇ ਮੁਤਾਬਕ ਇਹਦੀ ਡਿਸਪੋਜ਼ਲ ਕੀਤੀ ਜਾਂਦੀ ਹੈ। ਇਦਾਂ ਦੇ ਜਿਹੜੀ ਸੋਢੀ ਤੇ ਬੇਦੀ ਪੈਨਸ਼ਨ ਦੀ ਹੈਗੀਆਂ। ਆਲ ਦਾ ਕੇਸਸ ਆਫ ਲੈਪਸ, ਜੇ ਕਿਸੇ ਬੇਦੀ ਦੀ ਜਾਂ ਕਿਸੇ ਸੋਢੀ ਦੀ ਜਿਹੜੀ ਕੋਈ ਡੈਥ ਹੋ ਜਾਂਦੀ ਹੈ, ਲੈਪਸ ਹੋ ਜਾਂਦੀ ਹੈ, ਉਹਦੀ ਅਸਾਈਨਮੈਂਟ ਹੈ, ਪੈਨਸ਼ਨ ਲੈਪਸ ਹੋ ਜਾਂਦੀ ਹੈ, ਉਹਦਾ ਸਮਾਂ ਦਿੱਤੀ ਸੀ, ਉਹਨੂੰ ਇੱਕ ਟਰਮ ਦੇ ਲਈ ਦਿੱਤੀ ਸੀ, ਜਾਂ ਲਾਈਫ ਮਤਲਬ ਇੱਕ ਲਾਈਫ ਲਈ ਦਿੱਤੀ ਸੀ ਜਾਂ 2 ਲਾਈਫ ਲਈ ਦਿੱਤੀ ਸੀਗੀ। ਉਹਦੀ ਡੈਥ ਹੋਣ ਉਪਰੰਤ ਪਹਿਲੇ ਕੇਸ ਦੇ ਵਿੱਚ ਜਾਂ ਦੂਜੇ ਕੇਸ ਦੂਜੇ ਜਿਹੜਾ ਮੇਲ ਮੈਂਬਰ ਸੀ ਉਸ ਦੂਜੀ ਪੀੜ੍ਹੀ ਦਾ, ਉਹਦੀ ਡੈਥ ਹੋਣ ਉਪਰੰਤ ਜਿਹੜੀ ਪੈਨਸ਼ਨ ਹੈ, ਅਸਾਈਨਮੈਂਟ ਹੈ, ਪੈਨਸ਼ਨ ਹੈਗੀ ਹੈ ਵੀ ਉਹ ਕੰਟੀਨਿਊ ਕਰਨੀ ਹੈ ਜਾਂ ਨਹੀਂ ਕਰਨੀ, ਇਹ ਜਿਹੜਾ ਹੈਗਾ ਕਲੈਕਟਰ ਵੱਲੋਂ ਜਿਹੜਾ ਡਿਸਪੋਜ਼ ਕੀਤਾ ਜਾਂਦਾ ਸੀ। ਇਹਦੇ ਜਿਹੜੇ ਰੂਲ ਹੈਗੇ ਹੈ ਵੀ ਕਿਵੇਂ ਇਹਦੀ ਜਿਹੜੀ ਹੈਗੀ ਹੈ ਰਿਕਮੈਂਡੇਸ਼ਨ ਕਰਨੀ ਬਣਦੀ ਹੈ, ਕੰਟੀਨਿਊ ਕਰਨਾ ਬਣਦਾ ਹੈ ਜਾਂ ਨਹੀਂ ਬਣਦਾ, ਇਹਦੇ ਜਿਹੜੇ ਰੂਲ ਹੈਗੇ ਪੈਰਾ ਨੰਬਰ 188 ਤੋਂ 190 ਦੇ ਵਿੱਚ ਜਿਹੜਾ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ ਹੈਗਾ ਉੱਥੇ ਦਰਸਾਏ ਗਏ ਹੈਗੇ। ਆਪਾਂ ਅੱਗੇ ਪੜਾਂਗੇ, ਉਹ ਵੀ ਪੜਾਂਗੇ ਅਸੀਂ ਜਦੋਂ ਉਸ ਸਬਜੈਕਟ ਤੇ ਪੜਾਂਗੇ। ਰੂਲਸ ਆਰ ਪ੍ਰਸਕ੍ਰਾਈਬਡ ਬਾਈ ਦਾ ਲਾਰਡ ਹਾਰਡਿੰਗਸ। ਕੁਛ ਜਿਹੜਾ ਲਾਰਡ ਹਾਰਡਿੰਗਸ ਸੀਗਾ ਉਹਦੇ ਵੱਲੋਂ ਵੀ ਕੁਝ ਰੂਲ ਪ੍ਰਸਕ੍ਰਾਈਬ ਕੀਤੇ ਗਏ ਹੈਗਾ। ਕੁਝ ਜਿਹੜਾ ਲਾਰਡ ਡਲਹੌਜੀ ਸੀਗਾ ਉਹਨੇ ਵੀ ਕੁਝ ਜਿਹੜੇ ਹੈਗੇ ਰੂਲ ਪ੍ਰਸਕ੍ਰਾਈਬ ਕੀਤੇ ਹੈਗੇ ਆ। ਉਹ ਜਿਹੜੇ ਹੈਗੇ ਪਹਿਲਾ ਜਿਹੜਾ ਮੈਂ ਦੱਸਿਆ ਵੀ 188 ਤੋਂ ਲੈ ਕੇ 190 ਤੱਕ ਹੈਗੇ ਆ। ਸਰਵਿਸ ਟੂ ਦਾ 6 ਰੂਲਸ, ਜਿਹੜੇ ਵਿਅਕਤੀ ਨੇ ਸਿੱਖ ਰੂਲ ਦੇ ਦੌਰਾਨ ਕੋਈ ਸਰਵਿਸ ਕੀਤੀ ਹੈ, ਕੋਈ ਸੇਵਾਵਾਂ ਨਿਭਾਈਆਂ ਨੇ ਸਰਕਾਰ ਪ੍ਰਤੀ, ਠੀਕ ਹੈ, ਉਹਨਾਂ ਨੂੰ ਇਹ ਪੈਨਸ਼ਨ ਲੱਗੀ ਗਈ ਸੀ ਉਸ ਵੇਲੇ। ਤੇ ਪੈਨਸ਼ਨਸ ਆਫ ਦਾ ਅਨੰਦਪੁਰ ਸੋਢੀ ਜਿਹੜਾ ਇੱਧਰ ਆਪਾਂ ਦੇਖਦੇ ਹਾਂ, ਅਨੰਦਪੁਰ ਦਾ ਇਲਾਕਾ ਹੈਗਾ, ਉੱਥੇ ਵੀ ਸੋਢੀਆਂ ਦੇ ਪਿੰਡ ਹੈਗੇ ਨੇ, ਠੀਕ ਹੈ, ਉੱਥੇ ਵੀ ਕੋਈ ਪੈਨਸ਼ਨਾਂ ਲਗਾਈਆਂ ਸੀ ਗਵਰਨਮੈਂਟ ਵੱਲੋਂ। ਉਸ ਜਿਨ੍ਹਾਂ ਨੇ ਸਿੱਖ ਰਾਜ ਦੇ ਵਿੱਚ ਕੋਈ ਕੰਮ ਕੀਤੇ ਸੀਗੇ ਉਹਨਾਂ ਨੂੰ ਪੈਨਸ਼ਨ ਲਗਾਈਆਂ ਗਈਆਂ ਸੀ, ਸੋਢੀ ਪੈਨਸ਼ਨ ਲਗਾਈਆਂ ਗਈਆਂ ਸੀਗੀਆਂ। ਔਨ ਦਾ ਡੈਥ ਆਫ ਦਾ ਹੋਲਡਰ ਆਫ ਦਾ ਅਸਾਈਨਮੈਂਟ, ਜਦੋਂ ਕਿਸੇ ਇੱਦਾਂ ਸੋਢੀ ਦੀ ਜਾਂ ਕਿਸੇ ਬੇਦੀ ਦੀ ਡੈਥ ਹੋਣ ਉਪਰੰਤ ਤੇ ਜਿਹੜੀ ਉਹਦੇ ਅੱਗੇ ਫਰਦਰ ਵਾਰਸਾਂ ਨੂੰ ਜਿਹੜੀ ਪੈਨਸ਼ਨ ਹੈਗੀ ਹੈ ਦਿੱਤੀ ਜਾਣੀ ਹੈ ਜਾਂ ਨਹੀਂ ਦਿੱਤੀ ਜਾਣੀ, ਇਹਦੇ ਜਿਹੜੇ ਰੂਲ ਹੈਗੇ ਆ ਉਹ 188 ਤੋਂ 190 ਤੱਕ ਜਿਹੜੇ ਹੈਗੇ LAM ਦੇ ਵਿੱਚ ਦਰਸਾਏ ਗਏ ਹੈਗੇ, ਠੀਕ ਹੈ ਜੀ। ਉਹ ਜਿਹੜੇ ਇਹ ਜਿਹੜੇ ਦਿੱਤੇ ਗਏ ਲਾਰਡ ਹਾਰਡਿੰਗਸ ਤੇ ਜਿਹੜਾ ਲਾਰਡ ਡਲਹੌਜੀ ਹੈ, ਇਹਨਾਂ ਵੱਲੋਂ ਆਰਡਰ ਜਾਰੀ ਕੀਤੇ ਗਏ ਸੀਗੇ, ਉਹਦੇ ਬਿਹਾਫ ਤੇ ਜਿਹੜੇ ਹੈਗੇ ਰੂਲ ਜਾਰੀ ਹੋਏ। ਨੈਕਸਟ ਹੈ ਪੈਰਾ 61, ਪੰਜਾਬ ਗਵਰਨਮੈਂਟ ਡਿਪਾਰਟਮੈਂਟ ਐਜੂਕੇਸ਼ਨ ਐਂਡ ਹੈਲਥ ਐਂਡ ਲੈਂਡਸ, 11/6/1925 ਦਾ ਕੋਈ ਆਰਡਰ ਹੈਗਾ ਸਰਕਾਰ ਦਾ। ਔਨ ਦਾ ਲੈਪਸ ਆਫ ਦਾ ਫੇਲਰ ਆਫ ਮੇਲ ਹੇਅਰ, ਜਦੋਂ ਕਿਸੇ ਫੈਮਿਲੀ ਦੇ ਵਿੱਚ ਜਿਹੜੀ ਜ਼ਗੀਰ ਹੈਗੀ ਹੈ ਉਹ ਦਿੱਤੀ ਜਾਂਦੀ ਹੈ ਸੈਕੰਡ ਪੀੜ੍ਹੀ ਤੱਕ ਦਿੱਤੀ ਜਾਂਦੀ ਹੈ। ਫਸਟ ਪੀੜ੍ਹੀ ਦੇ ਵਿੱਚ ਜਿਹੜਾ ਜ਼ਗੀਰਦਾਰ ਸੀ ਉਹਦੀ ਡੈਥ ਹੋ ਜਾਂਦੀ ਹੈ, ਸੈਕੰਡ ਪੀੜ੍ਹੀ ਦੇ ਜਿਹੜਾ ਮੇਲ ਮੈਂਬਰ ਸੀਗਾ ਦਿੱਤੀ ਜਾਣੀ ਸੀ, ਆਰਡਰ ਪਾਸ ਹੋਇਆ ਸੀਗਾ ਵੀ ਸੈਕੰਡ ਪੀੜ੍ਹੀ ਦੇ ਜਿਹੜਾ ਮੇਲ ਮੈਂਬਰ ਹੈਗਾ ਸਿਰਫ ਉਸੇ ਨੂੰ ਹੀ ਜਿਹੜੀ ਹੈਗੀ ਇਹ ਜ਼ਗੀਰ ਦਿੱਤੀ ਜਾਣੀ ਹੈ। ਪਰ ਕੀ ਹੋਏਗਾ, ਮੇਲ ਮੈਂਬਰ ਜਿਹੜਾ ਉੱਥੇ ਨਹੀਂ ਹੈਗਾ ਸੈਕੰਡ ਪੀੜ੍ਹੀ ਦੇ ਵਿੱਚ। ਔਨ ਦਾ ਲੈਪਸ ਆਫ ਦਾ ਫੇਲਰ ਆਫ ਦਾ ਮੇਲ ਹੇਅਰ, ਠੀਕ ਹੈ, ਜ਼ਗੀਰ ਔਰ ਮਾਫੀ। फिर क्या एप्लीकेशन टू द विडो
and daughter of deceased for the grant of the life pension. J on the lapse of failure of male hair, ਮੇਲ ਹੇਅਰ ਦੇ ਨਾ ਹੋਣ ਕਰਕੇ ਜੇ ਇਹ ਜਿਹੜੀ ਜ਼ਗੀਰ ਹੈ ਜ਼ਬਤ ਹੋ ਜਾਂਦੀ ਹੈ, ਟਰਮ ਲੈਪਸ ਹੋ ਜਾਂਦੀ ਹੈ, ਤਾਂ ਉਹਦੇ ਸੰਬੰਧ ਵਿੱਚ ਜੇ ਕੋਈ ਵਿਡੋ ਐਪਲੀਕੇਸ਼ਨ ਦਿੰਦੀ ਹੈ, ਠੀਕ ਹੈ, ਮਤਲਬ ਕਿ ਜਿਹੜਾ ਉਹਦਾ ਜੇ ਮੰਨ ਲਓ ਕਿਸੇ ਜ਼ਗੀਰਦਾਰ ਦੇ ਲੜਕੇ ਨੂੰ ਪੈਨਸ਼ਨ ਲੱਗੀ ਸੀਗੀ, ਲੜਕੇ ਦੀ ਡੈਥ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਜੇ ਲੜਕਾ ਹੈ ਹੀ ਨਹੀਂ ਗਿਆ, ਠੀਕ ਹੈ, ਤਾਂ ਜੇ ਵਿਡੋ ਪੈਨਸ਼ਨ ਦੇ ਲਈ ਜਾਂ ਉਹਦੀ ਲੜਕੀ ਪੈਨਸ਼ਨ ਦੇ ਲਈ application ਦਿੰਦੀ ਹੈ, application to the widow and daughter of deceased for the grant of the life pensions not more than half of the lapse, ਤਾਂ ਕੀ ਹੋਏਗਾ, ਇਹ ਰੂਲ ਇਹ ਗਵਰਨਮੈਂਟ ਦਾ ਜਿਹੜਾ ਲੈਟਰ ਜਾਰੀ ਕੀਤਾ ਗਿਆ ਵੀ ਜੇ ਉਹਨੂੰ ਦੇਣੀ ਬਣਦੀ ਹੈ ਤਾਂ ਉਹਨੂੰ ਹਾਫ 1/2 ਹਿੱਸਾ ਦਿੱਤੀ ਜਾ ਸਕਦੀ ਹੈ, not more than the half of the lapse, ਜਿੰਨੀ ਪੈਨਸ਼ਨ ਉਹ ਲੈਂਦਾ ਸੀਗਾ ਜਾਂ ਜਿੰਨੀ ਜ਼ਗੀਰ ਲੈਂਦਾ ਸੀਗਾ ਜ਼ਗੀਰਦਾਰ, ਤਾਂ ਜੇਕਰ ਉਹਦਾ ਮੇਲ ਮੈਂਬਰ ਕੋਈ ਨਹੀਂ ਹੈਗਾ ਤਾਂ ਉਹਦੀ ਜਿਹੜੀ ਹਾਫ ਹੈ ਉਹਦੀ ਵਿਡੋ ਨੂੰ ਜਾਂ ਉਹਦੀ ਡੈਥ ਨੂੰ ਦਿੱਤੀ ਜਾ ਸਕਦੀ ਹੈਗੀ ਹੈ। ਔਨ ਦਾ ਡੈਥ ਆਫ ਦਾ ਲਾਈਫ ਅਸਾਈਨਮੈਂਟ, ਔਨ ਦਾ ਡੈਥ ਆਫ ਦਾ ਲਾਈਫ ਅਸਾਈਨਮੈਂਟ ਪੈਨਸ਼ਨ ਨਾਟ ਐਕਸੀਡਿੰਗ 60 ਰੁਪੀਜ਼, 60 ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈਗੀ। ਪੈਰਾ 62 ਹੈ ਗ੍ਰਾਂਟ ਆਫ ਕੈਸ਼ ਪੈਨਸ਼ਨ ਟੂ ਰਿਲੇਟਿਵ ਆਫ ਦਾ ਡਿਸੀਜ਼ਡ ਆਫ ਸਪੈਸ਼ਲ ਜ਼ਗੀਰ, ਜਿਹੜੀ ਕੈਸ਼ ਪੈਨਸ਼ਨ ਦੀ ਗੱਲ ਕੀਤੀ ਗਈ, ਜੇ ਕਿਸੇ ਦੇ ਜ਼ਗੀਰਦਾਰ ਦੇ ਕਿਸੇ ਜਿਹਨੂੰ ਸਪੈਸ਼ਲ ਜ਼ਗੀਰ ਮਿਲਦੀ ਸੀਗੀ, ਸਪੈਸ਼ਲ ਜ਼ਗੀਰ ਮਿਲਦੀ ਸੀ, ਉਹਦੇ ਕਿਸੇ ਰਿਸ਼ਤੇਦਾਰ ਨੂੰ ਕੋਈ ਪੈਨਸ਼ਨ ਗ੍ਰਾਂਟ ਕਰਨੀ ਹੈ, ਇਨ ਸਪੈਸ਼ਲ ਕੇਸਸ ਸਪੈਸ਼ਲ ਜ਼ਗੀਰ 2 ਲਾਈਫਸ ਇੰਜੋਏ 1 ਲਾਈਫ, 2 ਲਾਈਫ ਤੱਕ ਦੀ ਜ਼ਗੀਰ ਦਿੱਤੀ ਗਈ ਸੀਗੀ। ਗਵਰਨਮੈਂਟ ਦਾ ਆਰਡਰ ਸੀਗਾ ਵੀ 2 ਲਾਈਫ ਤੱਕ ਦੀ ਜ਼ਗੀਰ ਦਿੱਤੀ ਜਾਂਦੀ ਹੈ, ਪਰ ਇੱਕ ਲਾਈਫ ਦੇ ਵਿੱਚ ਹੀ ਉਹਦੀ ਵਿਅਕਤੀ ਦੀ ਡੈਥ ਹੋ ਜਾਂਦੀ ਹੈਗੀ ਹੈ, ਉਹ ਵਿਅਕਤੀ ਦਾ ਕੋਈ ਸੈਕੰਡ ਜਨਰੇਸ਼ਨ ਦੇ ਵਿੱਚ ਜਿਹੜੀ ਦੂਜੀ ਪੀੜ੍ਹੀ ਹੈਗੀ ਉਹਦੇ 'ਚ ਕੋਈ ਉਹਦਾ ਲੜਕਾ ਨਹੀਂ ਹੈਗਾ, ਠੀਕ ਹੈ, ਤਾਂ ਜਿਹੜੀ ਤਾਂ 60 ਰੁਪਏ ਤੱਕ ਦੀ ਜਿਹੜੀ ਪੈਨਸ਼ਨ ਹੈਗੀ ਹੈ ਉਹਦੀ ਵਿਡੋ ਨੂੰ ਦਿੱਤੀ ਜਾ ਸਕਦੀ ਹੈ ਕੈਸ਼ ਦੇ ਵਿੱਚ। ਨੈਕਸਟ ਅਸੀਂ ਪੜਾਂਗੇ ਪ੍ਰਪੋਜ਼ਲਸ ਫਾਰ ਦਾ ਗ੍ਰਾਂਟ ਆਫ ਨਾਨ ਸਰਵਿਸ ਪੈਨਸ਼ਨਸ ਟੂ ਫੀਮੇਲ ਰਿਲੇਟਿਵਸ ਆਫ ਡਿਸੀਜ਼ਡ ਅਸਾਈਨੀ, ਪ੍ਰਪੋਜ਼ਲਸ ਫਾਰ ਦਾ ਗ੍ਰਾਂਟ ਆਫ ਨਾਨ ਸਰਵਿਸ ਪੈਨਸ਼ਨਰਸ ਟੂ ਫੀਮੇਲ ਰਿਲੇਟਿਵਸ ਆਫ ਦਾ ਡਿਸੀਜ਼ ਅਸਾਈਨੀ, ਕਿਸੇ ਅਸਾਈਨੀ ਦੀ ਡੈਥ ਹੋ ਜਾਂਦੀ ਹੈ ਤਾਂ ਜਿਹੜੇ ਉਹਦੇ ਫੀਮੇਲ ਰਿਲੇਟਿਵ ਹੈਗੇ ਆ, ਜੇ ਕੋਈ ਵਾਈਫ ਹੈ, ਵਿਡੋ ਹੈਗੀ ਹੈ, ਜਾਂ ਉਹਦੀ ਕੋਈ ਡਾਟਰ ਹੈਗੀ ਹੈ, ਉਹਨੂੰ ਪੈਨਸ਼ਨ ਦੇਣ ਦੇ ਲਈ ਕੀ ਰੂਲ ਹੈਗੇ ਆ, ਤਾਂ ਉਹਦੇ ਬਾਰੇ ਗੱਲ ਕਰਦੇ ਹਾਂ। ਪੈਰਾ ਨੰਬਰ 63 ਇਨਕੁਆਇਰੀ ਇਨਟੂ ਦਾ ਐਪਲੀਕੇਸ਼ਨ ਫਾਰ ਦਾ ਮੇਨਟੇਨੈਂਸ ਮੇਡ ਬਾय ਦ ਰਿਲੇਟਿਵ ਆਫ ਦਾ ਡਿਸੀਜ਼ ਪੈਨਸ਼ਨਰਸ, ਕਿਸੇ ਪੈਨਸ਼ਨਰ ਦੀ ਡੈਥ ਹੋ ਗਈ, ਠੀਕ ਹੈ, ਉਹਦੇ ਕਿਸੇ ਵਾਰਸ ਵੱਲੋਂ ਕੋਈ ਅਰਜ਼ੀ ਦਿੱਤੀ ਗਈ ਹੈ, ਉਹ ਅਰਜ਼ੀ ਦੀ ਇਨਕੁਆਇਰੀ ਹੋਏਗੀ। ਐਪਲੀਕੇਸ਼ਨ ਬਾय ਦ ਵਿਡੋ ਔਰ ਐਨੀ ਮੈਂਬਰ ਆਫ ਦਾ ਫੈਮਿਲੀ, ਠੀਕ ਹੈ, ਉਹਦੀ ਇਨਕੁਆਇਰੀ ਹੋਣ ਉਪਰੰਤ ਫਿਰ ਸਪੈਸ਼ਲ ਗ੍ਰਾਂਟਸ ਫਾਰ ਦਾ ਟੇਕਿੰਗ ਕਲੇਮਸ, ਡੀਸੀ ਸ਼ੁੱਡ ਇਨਕੁਆਇਰੀ ਇਨ ਦਾ ਕੇਸ ਰਿਪੋਰਟ ਟੂ ਦਾ ਕਮਿਸ਼ਨਰ, ਡੀਸੀ ਵੱਲੋਂ ਇਨਕੁਆਇਰੀ ਕਰਕੇ ਜਿਹੜੀ ਹੈਗੀ ਹੈ ਫਿਰ ਉਹਦੀ ਜਿਹੜੀ ਕਮਿਸ਼ਨ ਨੂੰ ਹੈਗੀ ਹੈ ਰਿਪੋਰਟ ਭੇਜੀ ਜਾਏਗੀ। ਨੈਕਸਟ ਪੈਰਾ 64 ਹੈਗਾ ਸਬਮਿਸ਼ਨ ਆਫ ਦਾ ਪ੍ਰਪੋਜ਼ਲਸ, ਸਬਮਿਸ਼ਨ ਆਫ ਦਾ ਪ੍ਰਪੋਜ਼ਲਸ ਫਾਰ ਦਾ ਪੈਨਸ਼ਨਸ ਔਰ ਲੈਪਸ ਆਫ ਦਾ ਅਸਾਈਨਮੈਂਟ। ਵੂਮੈਨ ਦੇ ਕੇਸ ਨੂੰ ਛੱਡ ਕੇ ਜਦੋਂ ਸਬਮਿਸ਼ਨ ਕਰਨੀਆਂ ਨੇ, ਪ੍ਰਪੋਜ਼ਲ ਭੇਜਣੀਆਂ ਹੈਗੀਆਂ ਨੇ ਫਾਰ ਦਾ ਪੈਨਸ਼ਨਸ ਔਰ ਲੈਪਸ ਆਫ ਦਾ ਅਸਾਈਨਮੈਂਟਸ, ਜਿੱਥੇ ਕਿਤੇ ਪੈਨਸ਼ਨ ਦੇਣੀ ਹੈ ਜਾਂ ਕਿਸੇ ਦੀ ਅਸਾਈਨਮੈਂਟ ਹੈ ਲੈਪਸ ਹੋ ਚੁੱਕੀ ਹੈ, ਸਮਾਂ ਪੂਰਾ ਹੋ ਚੁੱਕਿਆ ਹੈ ਜਾਂ ਪੈਨਸ਼ਨ ਦਾ ਸਮਾਂ ਪੂਰਾ ਹੋ ਚੁੱਕਿਆ ਹੈ, ਉਹਦੀ ਫਿਰ ਜਦੋਂ ਕੋਈ ਪ੍ਰਪੋਜ਼ਲ ਸਬਮਿਟ ਕਰਨੀ ਅੱਗੇ, ਵੂਮੈਨ ਦੇ ਕੇਸ ਨੂੰ ਛੱਡ ਕੇ ਕਹਿੰਦਾ ਨੋ ਪੈਨਸ਼ਨ ਲੈਸ ਦੈਨ ₹2 ਪਰ ਮੰਥ ਪ੍ਰਪੋਜ਼ਡ, ਵੂਮੈਨ ਦੇ ਕੇਸ ਨੂੰ ਛੱਡ ਕੇ ₹2 ਤੋਂ ਕਹਿੰਦਾ ਨੋ ਪੈਨਸ਼ਨ ਲੈਸ ਦੈਨ ₹2 ਪਰ ਮੰਥ ਪ੍ਰਪੋਜ਼, ₹2 ਤੋਂ ਘੱਟ ਜਿਹੜੀ ਪੈਨਸ਼ਨ ਹੈ ਕਿਸੇ ਦੀ ਪ੍ਰਪੋਜ਼ ਨਹੀਂ ਕੀਤੀ ਜਾਏਗੀ। ਪ੍ਰਪੋਜ਼ਲ ਫਾਰਮ ਹੈਗਾ 1 ਤੋਂ 9 ਕਾਲਮਾਂ ਦਾ ਹੈਗਾ, ਇੱਕ ਕਾਲਮ ਦੇ ਵਿੱਚ ਭਰ ਕੇ ਜਦੋਂ ਕਿਸੇ ਦੀ ਪ੍ਰਪੋਜ਼ਲ ਭੇਜਣੀ ਹੈ ਤਾਂ ਇਹ ਜਿਹੜਾ ਹੈ 1 ਤੋਂ 9 ਦਾ ਜਿਹੜਾ ਕਾਲਮ ਹੈ ਇਹ ਭਰ ਕੇ ਭੇਜਿਆ ਜਾਏਗਾ। ਨੈਕਸਟ ਹੈ ਪੈਰਾ 65 ਡਿਸਪੋਜ਼ਲ ਆਫ ਕਲੇਮ ਟੂ ਪਾਰਟਿਸਿਪੇਟ ਇਨ ਦਾ ਪੈਨਸ਼ਨ ਔਰ ਅਸਾਈਨਮੈਂਟਸ, ਜਦੋਂ ਕਿਸੇ ਵਿਅਕਤੀ ਦੀ ਕਿਸੇ ਜ਼ਗੀਰਦਾਰ ਦੀ ਕਿਸੇ ਜਿਹਨੂੰ ਲੈਂਡ ਨੂੰ ਅਸਾਈਨ ਕੀਤਾ ਗਿਆ ਉਹਦੀ ਡੈਥ ਹੋ ਜਾਂਦੀ ਹੈ, ਡੈਥ ਹੋਣ ਤੋਂ ਬਾਅਦ ਜੇ ਕੋਈ ਵਿਅਕਤੀ 1 ਜਾਂ 2 ਜਾਂ 3 ਵਿਅਕਤੀ ਕਿਸੇ ਫੈਮਿਲੀ ਦੇ ਜਾਂ ਕੋਈ ਰਿਲੇਟਿਵ ਕਲੇਮ ਕਰਦੇ ਨੇ ਵੀ ਇਹਦੀ ਫਰਦਰ ਜਿਹੜੀ ਪੈਨਸ਼ਨ ਹੈ ਉਹ ਸਾਨੂੰ ਲਗਾਈ ਜਾਵੇ, ਤਾਂ ਕੀ ਹੋਏਗਾ, ਦਾ ਕਲੇਮਸ ਆਫ ਦਾ ਪੈਨਸ਼ਨ ਸਪੈਸੀਫਾਈਡ ਇਨ ਦਾ ਗ੍ਰਾਂਟ। ਵੈਸੇ ਤਾਂ ਕੀ ਹੈਗਾ ਮੇਨ ਲਾਅ ਇਹ ਹੈਗਾ ਵੀ ਜਦੋਂ ਕਿਸੇ ਵਿਅਕਤੀ ਨੂੰ ਸਨਦ ਜਾਰੀ ਕੀਤੀ ਜਾਂਦੀ ਹੈ,
ठीक है, ਉਹਦੀ ਸਨਦ ਦੇ ਵਿੱਚ ਦਰਸਾਇਆ ਜਾਂਦਾ ਹੈ ਵੀ ਇਹਦੇ ਫਰਦਰ ਜਿਹੜਾ ਇਹਦਾ ਕਲੇਮੈਂਟ ਕੌਣ ਹੋਏਗਾ, ਜਿਵੇਂ ਆਪਾਂ ਕਹਿੰਦੇ ਆ ਵੀ ਨੋਮੀਨੀ ਕੌਣ ਹੋਏਗਾ। ਠੀਕ ਹੈ, ਸਨਦ ਦੇ ਵਿੱਚ ਹੀ ਦਰਸਾਇਆ ਜਾਂਦਾ ਹੈਗਾ ਵੀ ਨੋਮੀਨੀ ਕੌਣ ਹੋਏਗਾ। ਕਲੇਮਸ ਅਦਰ ਪਰਸਨਸ not specified not ਉਹਦੇ ਮੁਤਾਬਕ ਹੀ ਜੋ ਉਹਦੀ ਸਨਦ ਦੇ ਵਿੱਚ ਕਲੇਮੈਂਟ ਦਾ ਨਾਮ ਦੱਸਿਆ ਗਿਆ ਹੈਗਾ ਉਹਦੇ ਮੁਤਾਬਕ ਹੀ ਜਿਹੜਾ ਫੈਸਲਾ ਹੈਗਾ ਕਲੈਕਟਰ ਵੱਲੋਂ ਕੀਤਾ ਜਾਂਦਾ ਹੈ। ਜੇਕਰ ਕਿਤੇ ਫਿਰ ਵੀ ਕੋਈ ਇਦਾਂ ਦਾ ਕੇਸ ਨਜ਼ਰ 'ਚ ਆਉਂਦਾ ਵੀ ਜਿੱਥੇ ਫੈਸਲਾ ਕਰਨ ਵਿੱਚ ਸੰਭਵ ਨਹੀਂ ਹੁੰਦਾ ਕਲੈਕਟਰ ਦੇ ਲਈ, ਤਾਂ ਕਲੈਕਟਰ ਜਿਹੜਾ ਹੈਗਾ ਉਹਦਾ ਰਿਪੋਰਟ ਬਣਾ ਕੇ FCR ਨੂੰ ਫਾਰਵਰਡ ਕਰ ਸਕਦਾ ਹੈ। ਨੈਕਸਟ ਹੈ ਪੈਰਾ 66 ਅਥਾਰਟੀ ਆਫ ਦਾ ਪੇਮੈਂਟ ਆਫ ਦਾ ਪੈਨਸ਼ਨਸ। ਪੇਮੈਂਟ ਕੌਣ ਕਰਦਾ ਹੈ, ਕਿਹਦੇ ਕੋਲ ਅਥਾਰਟੀ ਹੈ ਪੈਨਸ਼ਨ ਦੀ ਕਰਨ ਦੀ। ਹੁਣ ਤੁਸੀਂ ਪੰਜਾਬ ਗਵਰਨਮੈਂਟ ਦੇ ਦੇਖ ਲਓ, ਅੱਜ ਦੇ ਜ਼ਮਾਨੇ ਨਾਲ ਦੇਖੋ ਮਿਲਾ ਕੇ ਕਿਹਦੇ ਕੋਲ ਅਥਾਰਟੀ ਹੈ ਪੇਮੈਂਟ ਪੈਨਸ਼ਨ ਦੀ ਪੇਮੈਂਟ ਕਰਨ ਦੀ ਅਥਾਰਟੀ ਕਿਹਦੇ ਕੋਲ ਹੈ। ਅਕਾਊਂਟੈਂਟ ਜਨਰਲ, AG ਆਫਿਸ ਆਪਣੇ ਬਣਿਆ ਪੰਜਾਬ ਦਾ, AG ਆਫਿਸ ਤੋਂ ਲੈ ਕੇ ਖਜ਼ਾਨੇ ਲੈਵਲ ਤੇ ਆ ਕੇ ਫਿਰ ਤੁਹਾਨੂੰ ਪੈਨਸ਼ਨ ਜਿਹੜੀ ਹੈਗੀ ਆ ਉਹ ਦਿੰਦੇ ਹੈਗੇ ਆ। ਇਸੇ ਕਰਕੇ ਜਿਹੜਾ ਪੈਨਸ਼ਨ ਪੇਮੈਂਟ ਆਰਡਰ ਬਣਦਾ ਹੈ ਉਹ ਕੌਣ ਬਣਾਉਂਦਾ ਹੈ। ਪੈਨਸ਼ਨ ਪੇਮੈਂਟ ਆਰਡਰ ਇਸ਼ੂਡ ਬਾਈ ਦਾ ਅਕਾਊਂਟੈਂਟ ਜਨਰਲ, ਉਹਦਾ ਪੰਜਾਬ ਜਾਰੀ ਕੀਤਾ ਜਾਂਦਾ ਹੈ। ਫਿਰ ਡਿਸਬਰਸਿੰਗ ਆਫਿਸਰ ਕੌਣ ਹੁੰਦਾ ਹੈ, ਉਹਦੇ ਵੱਲੋਂ ਆਰਡਰ ਜਾਰੀ ਹੁੰਦਾ ਵੀ ਪੈਨਸ਼ਨ ਲਗਾ ਦਿੱਤੀ, ਆਰਡਰ ਪਾਸ ਹੋ ਗਿਆ। ਦੈਨ ਜਿਹੜਾ ਡਿਸਬਰਸਿੰਗ ਆਫਿਸਰ ਹੁੰਦਾ ਹੈ ਉਹ ਹੁੰਦਾ ਡਿਸਟ੍ਰਿਕਟ ਦਾ ਜਿਹੜਾ ਟ੍ਰੈਜਰੀ ਦਾ ਜਿਹੜਾ ਆਫਿਸ ਹੁੰਦਾ TO ਜਿਹਨੂੰ ਆਪਾਂ ਕਹਿੰਦੇ ਆ ਟ੍ਰੈਜਰੀ ਆਫਿਸਰ, ਹੀ ਇਜ਼ ਦਾ ਡਿਸਬਰਸਿੰਗ ਆਫਿਸਰ। ਕਿਸੇ ਕੇਸ ਦੇ ਵਿੱਚ ਜਿਹੜਾ ਕਲੈਕਟਰ ਹੈਗਾ ਉਹਦੀ ਸੈਂਕਸ਼ਨ ਵੀ ਲਈ ਜਾ ਸਕਦੀ ਹੈ। ਜੇ ਕੋਈ ਏਰੀਅਰ ਰਹਿੰਦਾ ਹੈਗਾ ਕਿਸੇ ਪੈਨਸ਼ਨਰ ਦਾ, ਕੋਈ ਏਰੀਅਰ ਬਕਾਇਆ ਹੈਗਾ ਤਾਂ ਉਹਦੇ ਵਾਰਸਾਂ ਨੂੰ ਜਦੋਂ ਕਿਤੇ ਉਹਦਾ ਏਰੀਅਰ ਦੀ ਬਕਾਏ ਦੀ ਵਸੂਲੀ ਦੇਣੀ ਹੈ ਡਿਸਬਰਸਮੈਂਟ ਆਫਿਸਰ ਵੱਲੋਂ, ਤਾਂ ਉਸ ਦੇ ਸੰਬੰਧ ਵਿੱਚ ਜਿਹੜਾ ਹੈਗਾ ਸੈਂਕਸ਼ਨ ਕਲੈਕਟਰ ਦੀ ਸੈਂਕਸ਼ਨ ਲਈ ਜਾਂਦੀ ਹੈ। ਅਦਰਵਾਈਜ਼ ਜਿਹੜੀ ਰੂਟੀਨ ਦੀ ਪੈਨਸ਼ਨ ਹੈ ਉੱਥੇ ਕਲੈਕਟਰ ਦਾ ਕੋਈ ਰੋਲ ਨਹੀਂ ਰਹਿ ਜਾਂਦਾ। ਉੱਥੇ ਜਿਹੜੀ ਪੈਨਸ਼ਨ ਹੈ ਉਹਦੇ ਆਰਡਰ ਦੇ ਮੁਤਾਬਕ ਜੋ ਅਕਾਊਂਟੈਂਟ ਜਨਰਲ ਪੰਜਾਬ ਵੱਲੋਂ ਆਰਡਰ ਜਾਰੀ ਕੀਤਾ ਗਿਆ ਉਹਦੇ ਮੁਤਾਬਕ ਡਿਸਬਰਸਮੈਂਟ ਆਫਿਸਰ ਟ੍ਰੈਜਰੀ ਆਫਿਸਰ ਵੱਲੋਂ ਜਿਹੜੀ ਪੈਨਸ਼ਨ ਹੈ ਉਹ ਦਿੱਤੀ ਜਾਂਦੀ ਹੈ। ਨੈਕਸਟ ਹੈ ਪੈਰਾ 67 ਪ੍ਰੋਸੀਜਰ ਇਨ ਆਰਟੀਕਲ 331A ਸਿਵਲ ਅਕਾਊਂਟ ਕੋਡ ਵੋਲਿਊਮ 2। ਇਹਦੇ ਸੰਬੰਧ ਵਿੱਚ ਜਦੋਂ ਕਿਤੇ ਪੈਨਸ਼ਨਰਸ ਨੂੰ ਜਾਂ ਅਸਾਈਨੀ ਨੂੰ ਪੈਨਸ਼ਨ ਦੀ ਜਿਹੜੀ ਹੈਗੀ ਹੈ ਗੱਲ ਕੀਤੀ ਗਈ ਹੈ ਇਹਦੇ ਵਿੱਚ ਵੀ ਉਹਨਾਂ ਕੋਲੇ ਪਾਵਰਾਂ ਕਿੱਥੋਂ ਆਈਆਂ ਨੇ, ਅਕਾਊਂਟੈਂਟ ਜਨਰਲ ਕੋਲੇ ਕਿੱਥੋਂ ਪਾਵਰਾਂ ਆਈਆਂ ਨੇ। ਪ੍ਰੋਸੀਜਰ ਇਨ ਆਰਟੀਕਲ 331 ਦੇ ਵਿੱਚ ਦੱਸਿਆ ਗਿਆ ਹੈਗਾ। ਸਿਵਲ ਅਕਾਊਂਟੈਂਟ ਕੋਡ ਹੈਗਾ ਉਹਦਾ ਵੋਲਿਊਮ 2 ਹੈਗਾ। ਸਿਵਲ ਅਕਾਊਂਟ ਕੋਡ ਵੋਲਿਊਮ 2 ਆਰਟੀਕਲ 331A ਅਥੋਰਾਈਜ਼ ਕਰਦਾ ਹੈ ਅਕਾਊਂਟੈਂਟ ਜਨਰਲ ਪੰਜਾਬ ਨੂੰ ਫਾਰ ਦਾ ਪੈਨਸ਼ਨ ਪੇਮੈਂਟ ਆਰਡਰ। ਜਿਹੜਾ ਪੈਨਸ਼ਨ ਪੇਮੈਂਟ ਆਰਡਰ ਜਾਰੀ ਕਰਦਾ ਉਹ ਪੈਰਾ 66 ਦੇ ਵਿੱਚ ਉਹ ਇਸ ਆਧਾਰ ਤੇ ਕੀਤਾ ਜਾਂਦਾ ਹੈਗਾ ਸਿਵਲ ਅਕਾਊਂਟੈਂਟ ਕੋਡ ਵੋਲਿਊਮ 2 ਦੇ ਸੰਬੰਧ ਵਿੱਚ ਆਰਟੀਕਲ 331A ਦੇ ਵਿੱਚ ਦਰਸਾਇਆ ਗਿਆ ਸਾਰਾ, ਇੱਥੋਂ ਪਾਵਰਾਂ ਦਿੱਤੀਆਂ ਗਈਆਂ ਨੇ। ਫਿਰ ਅਸੀਂ ਪੈਰਾ 68 69 ਦੇਖਦੇ ਹਾਂ ਫਾਰਫੀਚਰ ਆਫ ਦਾ ਪੈਨਸ਼ਨਸ ਫਾਰ ਦਾ ਕ੍ਰਾਈਮ। ਜੇ ਕੋਈ ਪੈਨਸ਼ਨਰ ਹੈਗਾ ਠੀਕ ਹੈ ਉਹ ਕੋਈ ਕ੍ਰਾਈਮ ਕਰਦਾ ਹੈ, ਜਿਵੇਂ ਕਿ ਅਸੀਂ ਦੇਖਿਆ ਵੀ ਅਸੀਂ ਪਹਿਲਾਂ ਜਦੋਂ ਵੀ ਪੈਨਸ਼ਨ ਕਿਸੇ ਨੂੰ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਆ ਜਾਂਦਾ ਹੈਗਾ ਵੀ ਹੀ ਵਿਲ ਬੀ ਦਾ ਲਾਇਲ ਫਾਰ ਦਾ ਸਟੇਟ ਐਂਡ ਗੁੱਡ ਬਿਹੇਵੀਅਰ। ਠੀਕ ਹੈ, ਜੇ ਕਿਤੇ ਉਹ ਇਸ ਪਹਿਲੀ ਟਰਮ ਨੂੰ ਹੀ ਤੋੜ ਦਿੰਦਾ ਹੈ ਉਹ ਕੋਈ ਕ੍ਰਾਈਮ ਕਰਦਾ ਹੈਗਾ। ਕ੍ਰਾਈਮ ਜੇ ਕਿਸੇ ਵਿਅਕਤੀ ਨੂੰ ਵੀ ਕੋਈ ਬੰਦਾ ਕਿਸੇ ਦੇ ਅਗੇਂਸਟ ਕ੍ਰਾਈਮ ਕਰਦਾ ਹੈ ਦੈਟ ਕ੍ਰਾਈਮ ਤਾਂ ਜਿਹੜਾ ਸਟੇਟ ਵੱਲੋਂ ਹੀ ਉਹਦੇ ਖਿਲਾਫ ਪ੍ਰੋਸੀਕਿਊਸ਼ਨ ਕੀਤੀ ਜਾਂਦੀ ਹੈ। ਇਸ ਕਰਕੇ ਸਟੇਟ ਜਿਹੜੀ ਹੈਗੀ ਹੈ ਉਹਦੀ ਜਿਹੜੀ ਪੈਨਸ਼ਨ ਹੈਗੀ ਹੈ ਉਹਨੂੰ ਫੋਰਫਿਟ ਕਰ ਸਕਦੀ ਹੈ। ਜੇ ਕਿਸੇ ਵਿਅਕਤੀ ਨੂੰ ਕਨਵਿਕਸ਼ਨ ਹੋ ਜਾਂਦੀ ਹੈ, ਕੋਈ ਸੀਰੀਅਸ ਕ੍ਰਾਈਮ ਕਮਿਟ ਕੀਤਾ ਜਾਂਦਾ ਉਹਦੇ ਵੱਲੋਂ, ਤਾਂ ਉਸ ਵਿਅਕਤੀ ਦੀ ਜਿਹੜੀ ਪੈਨਸ਼ਨ ਹੈਗੀ ਹੈ ਉਹ ਫੋਰਫਿਟ ਕੀਤੀ ਜਾ ਸਕਦੀ ਹੈ। ਰਿਪੋਰਟ ਟੂ ਦਾ ਅਥਾਰਟੀ ਤਾਂ ਕੰਸਰਨ ਜਿਹੜੀ ਅਥਾਰਟੀ ਹੈ ਜਿਸ ਵਿਅਕਤੀ ਵੱਲੋਂ ਜਿਸ ਅਥਾਰਟੀ ਨੇ ਇਹ ਪੈਨਸ਼ਨ ਲਗਾਈ ਸੀ ਉਹਨੂੰ ਰਿਪੋਰਟ ਭੇਜੀ ਜਾਂਦੀ ਹੈ ਮੇ ਬੀ ਫੋਰਫਿਟਡ। ਜੇ ਕੋਈ ਫੀਮੇਲ ਪੈਨਸ਼ਨਰ ਹੋਵੇ ਉਹਦੀ ਵੀ ਜਿਹੜੀ ਕੋਈ ਗਿਲਟੀ ਅਪਰੂਵ ਹੋ ਜਾਵੇ ਤਾਂ ਉਹਦੀ ਵੀ ਜਿਹੜੀ ਪੈਨਸ਼ਨ ਹੈਗੀ ਆ ਉਹ ਵੀ ਫਾਰਵਰਡ ਕੀਤੀ ਜਾ ਸਕਦੀ ਹੈ। ਪੈਰਾ 70 ਹੈ, 70 ਕੀ ਹੈ ਵਟ ਪੈਨਸ਼ਨਸ ਮੇ ਬੀ ਕਮਿਊਟਡ ਵਟ ਕੰਡੀਸ਼ਨਸ। ਹੁਣ ਕਮਿਊਟਡ ਦੀ ਗੱਲ ਦੁਬਾਰਾ ਫੇਰ ਆ ਗਈ। ਕਮਿਊਟਡ ਵੀ ਕਿੰਨੀ ਪੈਨਸ਼ਨ, ਵਟ ਪੈਨਸ਼ਨਸ, ਕਿਹੜੀਆਂ ਪੈਨਸ਼ਨਾਂ ਨੇ ਜਿਹੜੀਆਂ ਅਸੀਂ ਕਮਿਊਟ ਕਰ ਸਕਦੇ ਹਾਂ, ਕਿਹੜੀਆਂ ਕੰਡੀਸ਼ਨਾਂ ਦੇ ਬੇਸ ਤੇ ਜਿਹੜੀ ਪੈਨਸ਼ਨ ਹੈ ਕਿਸੇ ਦੀ ਉਹ ਕਮਿਊਟ ਕੀਤੀ ਜਾ ਸਕਦੀ ਹੈ। The commutation of life pensions, ਜੇ ਕਿਸੇ ਨੂੰ ਪੂਰੀ ਉਮਰ ਦੇ ਲਈ ਕੋਈ ਪੈਨਸ਼ਨ ਮਿਲਦੀ ਹੈਗੀ ਹੈ ਠੀਕ ਹੈ ਤਾਂ ਉਹਦੀ ਜਿਹੜੀ ਪੈਨਸ਼ਨ ਹੈ ਉਹ ਕਮਿਊਟ ਕੀਤੀ ਜਾ ਸਕਦੀ ਹੈ। ਕਮਿਊਟ ਕਰਕੇ not exceeding ₹20 a year।
20 रुपए ਤੇ ਸਾਲ ਤੋਂ ਜ਼ਿਆਦਾ ਨਹੀਂ ਹੋ ਸਕਦੀ। ਪੇਬਲ ਡਿਸਟ੍ਰਿਕਟ ਟ੍ਰੈਜਰੀ ਵੱਲੋਂ ਪੇ ਕੀਤੀ ਜਾਵੇਗੀ। ਹੈਵਿੰਗ ਗੁੱਡ ਹੈਲਥ ਮੈਡੀਕਲ ਸਰਟੀਫਿਕੇਟ, ਉਸ ਵਿਅਕਤੀ ਦਾ ਜਦੋਂ ਕਮਿਊਟ ਕਰਨੀ ਹੈ ਤਾਂ ਉਹਦਾ ਜਿਹੜਾ ਹੈਲਥ ਦਾ ਹੈਗਾ, ਉਹਦਾ ਹੈਲਥ ਦਾ ਜਿਹੜਾ ਸਰਟੀਫਿਕੇਟ ਹੈ, ਮੈਡੀਕਲ ਸਰਟੀਫਿਕੇਟ ਮੈਡੀਕਲ ਆਫੀਸਰ ਵੱਲੋਂ ਉਹ ਲੈ ਕੇ ਹੀ ਜਿਹੜੀ ਉਹਦੀ ਪੈਨਸ਼ਨ ਹੈਗੀ ਹੈ ਕਮਿਊਟ ਕੀਤੀ ਜਾ ਸਕਦੀ ਹੈ, ਤਾਂ ਕਿ ਉਹਨੂੰ ਲਾਈਫ ਦੇ ਲਈ ਪੈਨਸ਼ਨ ਲੱਗੀ ਹੋਈ ਹੈ, ਲਾਈਫ ਦੇ ਲਈ ਪੈਨਸ਼ਨ ਲੱਗੀ ਹੋਈ ਹੈ, ਉਹਨੂੰ ਐਡਵਾਂਸ ਪੈਸਾ ਦੇਣਾ ਹੈ। ਠੀਕ ਹੈ, ਤਾਂ ਉਹਦਾ ਮੈਡੀਕਲ ਫਿਟਨੈਸ ਉਹਦੀ ਹੋਣੀ ਚਾਹੀਦੀ ਹੈ। ਜਦੋਂ ਉਹਨੂੰ ਐਡਵਾਂਸ ਸਰਕਾਰ ਵੱਲੋਂ ਕੋਈ ਦਿੱਤਾ ਜਾਂਦਾ ਹੈ, ਉਹਦੀ ਪੈਨਸ਼ਨ ਨੂੰ ਕਮਿਊਟ ਕਰਕੇ ਐਡਵਾਂਸ ਪੇਮੈਂਟ ਦਿੱਤੀ ਜਾਂਦੀ ਹੈ, ਤਾਂ ਉਹਦੀ ਮੈਡੀਕਲ ਸਰਟੀਫਿਕੇਟ ਨਾਲ ਲਗਾਇਆ ਜਾਏਗਾ ਉਸ ਵੇਲੇ। ਨੈਕਸਟ ਹੈ ਪੈਰਾ 71 72 ਪ੍ਰਪੋਜ਼ਡ ਕਮਿਊਟੇਸ਼ਨ ਮਸਟ ਬੀ, ਜਦੋਂ ਕੋਈ ਕਮਿਊਟੇਸ਼ਨ ਪ੍ਰਪੋਜ਼ ਕਰਦੇ ਆ ਕਲੈਕਟਰ ਵੱਲੋਂ ਕੀਤੀ ਜਾਂਦੀ ਹੈ ਤਾਂ ਜਿਹੜੀ ਉਹਦੀ ਰਿਪੋਰਟ ਹੈਗੀ ਹੈ ਉਹ FCR ਨੂੰ ਜਾਂਦੀ ਹੈ। FCR ਨੂੰ ਰਿਪੋਰਟ ਜਾਂਦੀ ਹੈ। ਫਾਰਮ ਹੈਗਾ ਰਿਪੋਰਟ ਕਾਲਮ 1 ਤੋਂ 9 ਜਿਹੜੇ ਕਾਲਮ ਹੈਗੇ ਨੇ, ਇਹ ਜਿਹੜਾ ਫਾਰਮ ਹੈਗਾ ਇਹ ਕਾਲਮ 1 ਤੋਂ 9 ਭਰ ਕੇ ਇਹ ਜਿਹੜੇ ਹੈਗੇ ਇਹ ਭੇਜੇ ਜਾਂਦੇ ਆ ਕਲੈਕਟਰ ਵੱਲੋਂ। ਨੈਕਸਟ ਹੈ ਪੈਰਾ 73 ਇਫ ਪੈਨਸ਼ਨਰਸ ਅਬਵ 70, ਜੇਕਰ ਜਿਹੜਾ ਪੈਨਸ਼ਨਰ ਹੈ ਉਹਦੀ ਉਮਰ 70 ਸਾਲ ਤੋਂ ਜ਼ਿਆਦਾ ਹੈ, ਉਹ ਪੈਨਸ਼ਨ ਕਮਿਊਟ ਕਰਨੀ ਚਾਹੁੰਦਾ ਹੈ, ਉਹਦੀ ਪੈਨਸ਼ਨ ਕਮਿਊਟ ਨਹੀਂ ਹੁੰਦੀ ਹੈਗੀ। ਠੀਕ ਹੈ, ਉਹਦੀ ਪੈਨਸ਼ਨ ਲਾਈਫ ਟਾਈਮ ਦੇ ਲਈ, ਹੁਣ ਉਹਦੀ ਪੈਨਸ਼ਨ ਉਹਦੀ ਸਰਕਾਰ ਦੇ ਮਤਲਬ ਇਹ ਹੈਗਾ ਵੀ ਉਹਦੀ ਜਿਹੜੀ ਏਜ ਹੈ ਪਹਿਲਾਂ ਹੀ ਜ਼ਿਆਦਾ ਹੋ ਚੁੱਕੀ ਹੈ, ਉਹਨੂੰ ਐਡਵਾਂਸ ਸਰਕਾਰ ਨਹੀਂ ਦੇਣਾ ਚਾਹੁੰਦੀ ਹੋਰ। ਠੀਕ ਹੈ, ਇਫ ਪੈਨਸ਼ਨਰਸ ਅਬਵ 70 ਕਮਿਊਟੇਸ਼ਨ ਨਾਟ ਬੀ ਪਰਮਿਟਡ, FCR ਦਾ ਜਿਹੜਾ ਨੋਟੀਫਿਕੇਸ਼ਨ ਹੈ ਇਹ 9/1/1873 ਦਾ ਹੈਗਾ, ਇਹਦੇ ਮੁਤਾਬਕ ਜਿਹੜੀ ਹੈਗੀ ਹੈ ਉਹਦੀ ਕਮਿਊਟੇਸ਼ਨ ਨਹੀਂ ਹੋ ਸਕਦੀ। ਦੈਨ ਹੈ ਪੈਰਾ 74 ਸਰਟੀਫਿਕੇਟ ਟੂ ਇੱਕ ਕੰਪਨੀ ਦਾ ਰਿਪੋਰਟ, ਜਦੋਂ ਇਹ ਰਿਪੋਰਟ ਹੈ ਜਿਹੜੀ ਕਮਿਊਟੇਸ਼ਨ ਦੀ ਭੇਜਣੀ ਹੈ ਤੇ ਇਹਦੇ ਨਾਲ ਜਿਹੜਾ ਸਰਟੀਫਿਕੇਟ ਲਗਾਇਆ ਜਾਏਗਾ। FCR ਨੋਟੀਫਿਕੇਸ਼ਨ ਨੰਬਰ 9/1873 ਹੈਗਾ, ਰਿਪੋਰਟ ਫॉर द ਸੈਂਕਸ਼ਨ ਟੂ ਦ ਕਮਿਊਟੇਸ਼ਨ ਆਫ ਪੈਨਸ਼ਨ, ਰਿਪੋਰਟ ਜਾਏਗੀ ਸੈਂਕਸ਼ਨ ਵਾਸਤੇ, ਕਮਿਊਟੇਸ਼ਨ ਦੇ ਵਾਸਤੇ। ਰਿਪੋਰਟਿੰਗ ਆਫੀਸਰ ਮਸਟ ਸਰਟੀਫਾਈ, ਰਿਪੋਰਟਿੰਗ ਆਫੀਸਰ ਹੈ ਕੀ ਸਰਟੀਫਾਈ ਕਰੇਗਾ, ਹੀ ਹੈਜ਼ ਸੈਟੀਸਫਾਈ ਹਿਮਸੈਲਫ ਦੈਟ देयर आर ਗੁੱਡ ਗਰਾਊਂਡਸ, ਵੀ ਗੁੱਡ ਗਰਾਊਂਡਸ ਹੈਗੀਆਂ ਨੇ ਇਹਦੀ ਬਿਹਾਫ ਤੇ, ਜਿਸ ਦੇ ਕਾਰਨ ਇਹਦੀ ਪੈਨਸ਼ਨ ਹੈ ਮਤਲਬ ਕਿ ਕਮਿਊਟ ਕੀਤੀ ਜਾਣੀ ਹੈ। ਗੁੱਡ ਗਰਾਊਂਡਸ ਕਿਹੋ ਜਿਹੀਆਂ ਹੋ ਸਕਦੀਆਂ ਨੇ, ਜਿਵੇਂ ਕਿ ਫੈਮਿਲੀ ਦੇ ਵਿੱਚ ਕੋਈ ਮੈਰਿਜ ਹੈ, ਕੋਈ ਲੜਕੀ ਹੈ ਵੱਡੀ, ਉਹਦੀ ਮੈਰਿਜ ਹੋਣੀ ਹੈ, ਉਹਨੂੰ ਉਸ ਵੇਲੇ ਪੈਸਿਆਂ ਦੀ ਜ਼ਰੂਰਤ ਹੈਗੀ ਹੈ। ਠੀਕ ਹੈ, ਅਗਲਾ ਕਹਿੰਦਾ ਮੈਨੂੰ ਤਾਂ ਹੁਣ ਮੈਂ ਸਾਰੀ ਉਮਰ ਪੈਨਸ਼ਨ ਲੈਂਦਾ ਰਹਾਂਗਾ, ਮੈਨੂੰ ਜ਼ਰੂਰਤ ਹੁਣ ਪੈਸਿਆਂ ਦੀ ਹੈਗੀ ਹੈ, ਮੇਰੀ ਜਿਹੜੀ ਪੈਨਸ਼ਨ ਹੈਗੀ ਇਹਨੂੰ ਕਮਿਊਟ ਕਰਕੇ ਮੈਨੂੰ ਮੰਥਲੀ ਦੇਣ ਦੀ ਬਜਾਏ ਮੈਨੂੰ ਇਕੱਠੇ ਪੈਸੇ ਦਿੱਤੇ ਜਾਣ, ਤੇ ਮੇਰੀ ਜਿਹੜੀ ਪੈਨਸ਼ਨ ਹੈ ਚਾਹੇ ਉਹ ਜਿਹੜੀ ਮੰਥਲੀ ਹੈ ਉਹਦੇ ਵਿੱਚੋਂ ਕੁਝ ਡਿਡਕਸ਼ਨ ਕਰ ਲਈ ਜਾਵੇ। ਠੀਕ ਹੈ, ਇੱਦਾਂ ਦੀ ਕੋਈ ਜਿਹੜੀਆਂ ਗਰਾਊਂਡਸ ਹੈਗੀਆਂ ਨੇ ਉਹ ਗੁੱਡ ਗਰਾਊਂਡਸ ਦੇ ਬੇਸ ਤੇ ਜਿਹੜਾ ਕਲੈਕਟਰ ਹੈ ਜ਼ਿਲ੍ਹੇ ਦਾ ਕਿਸੇ ਵੀ ਜਿਹੜੀ ਪੈਨਸ਼ਨਰ ਹੈ ਉਹਦੀ ਜਿਹੜੀ ਪੈਨਸ਼ਨ ਹੈ ਉਹ ਕਮਿਊਟ ਕਰਨ ਦੇ ਲਈ ਜਿਹੜੀ ਰਿਕਮੈਂਡੇਸ਼ਨ ਭੇਜ ਸਕਦਾ ਹੈਗਾ। ਦ ਕਮਿਊਟੇਸ਼ਨ ਰਿਗਾਰਡਿੰਗ ਏਜ ਆਫ ਦਾ ਪੈਨਸ਼ਨ, ਉਸ ਜਦੋਂ ਕਮਿਊਟੇਸ਼ਨ ਦੇ ਲਈ ਰਿਪੋਰਟ ਭੇਜਣੀ ਹੈ ਤਾਂ ਉੱਥੇ ਜਿਹੜਾ ਹੈਗਾ ਏਜ ਦੇ ਸੰਬੰਧੀ ਜ਼ਰੂਰ ਵੇਰਵਾ ਮਤਲਬ ਧਿਆਨ ਨਾਲ ਦਿੱਤਾ ਜਾਣਾ ਚਾਹੀਦਾ ਹੈਗਾ। ਨੈਕਸਟ ਹੈ ਪੈਰਾ 75 ਪ੍ਰੈਪਰੇਸ਼ਨ ਆਫ ਡਿਸਕ੍ਰਿਪਟਿਵ ਰੋਲਸ ਆਫ ਦਾ ਪੈਨਸ਼ਨਰਸ whose pension may be commuted। ਡਿਸਕ੍ਰਿਪਟਿਵ ਰੋਲਸ ਜਿਹੜੇ ਜਦੋਂ ਪ੍ਰੈਪਰੇਸ਼ਨ ਜਦੋਂ ਉਹਦੀ ਪੇਪਰ ਤਿਆਰ ਕਰਨੇ ਹੈਗੇ ਨੇ ਕਿਸੇ ਪੈਨਸ਼ਨਰ ਦੇ, ਉਹਦੀ ਪੈਨਸ਼ਨ ਨੂੰ ਕਮਿਊਟ ਕਰਨ ਦੀ ਖਾਤਰ, ਠੀਕ ਹੈ, ਤਾਂ ਪੈਨਸ਼ਨ ਪੇਮੈਂਟ ਆਰਡਰ ਦਾ ਦੇਖਿਆ ਜਾਏਗਾ। ਪੈਨਸ਼ਨ ਪੇਮੈਂਟ ਜਿਹੜਾ ਆਰਡਰ ਹੈ ਉਹ ਦੇਖਿਆ ਜਾਏਗਾ। ਕੇਅਰ ਸ਼ੁੱਡ ਬੀ ਟੇਕਨ ਟੂ ਦਾ ਅਸਰਟੇਨ ਦਾ ਰਿਕਾਰਡ, ਉਹਦੇ ਤੋਂ ਸਾਰਾ ਜਿਹੜਾ ਰਿਕਾਰਡ ਹੈ ਉਸ ਪੈਨਸ਼ਨ ਪੇਮੈਂਟ ਆਰਡਰ ਤੋਂ ਸਾਰਾ ਰਿਕਾਰਡ ਕਲੈਕਟ ਕਰਕੇ ਉਹਦੇ ਮੁਤਾਬਕ ਜਿਹੜਾ ਹੈਗਾ ਕੇਸ should be taken to ascertain the record regarding the age etc। ਸਪੈਸ਼ਲੀ ਤੌਰ ਤੇ ਜਿਹੜੀ ਉਹਦੀ ਏਜ ਹੈਗੀ ਹੈ ਕਿ ਉਹਦੀ ਏਜ ਜਿਹੜੀ ਹੈਗੀ 70 ਸਾਲ ਤੋਂ ਵੱਧ ਤਾਂ ਨਹੀਂ ਹੈਗੀ, ਇਹ ਦੇਖਦੇ ਹੋਏ ਜਿਹੜਾ ਉਹਦਾ ਪੈਨਸ਼ਨ ਪੇਮੈਂਟ ਜਿਹੜਾ ਰੋਲ ਹੈਗਾ ਉਹ ਭਰ ਕੇ ਭੇਜਿਆ ਜਾਏਗਾ। ਜਿਹੜਾ ਉੱਪਰ ਆਪਾਂ ਡਿਸਕਸ ਕੀਤਾ ਜਿਹੜਾ ਪ੍ਰਪੋਜ਼ ਪਰਫਾਰਮ ਹੈਗਾ ਉਹ ਭਰ ਕੇ ਭੇਜਿਆ ਜਾਏਗਾ ਪੇਮੈਂਟ ਕਮਿਊਟ ਕਰਾਉਣ ਦੀ ਖਾਤਰ। ਨੈਕਸਟ ਹੈ ਪੈਰਾ 76 ਗਵਰਨਮੈਂਟ ਆਫ ਡੌਰੀ, grant of dowry in commutation of pensions enjoyed by the female। grant of dowry in commutation of pensions enjoyed by a female, ਜਦੋਂ ਕਿਸੇ ਫੀਮੇਲ ਨੂੰ ਕੋਈ ਪੈਨਸ਼ਨ ਮਿਲਦੀ ਹੈਗੀ ਹੈ, ਅਨਮੈਰਿਡ ਔਰ ਵਿਡੋ ਫੀਮੇਲਸ, ਜੋ ਕੋਈ ਵਿਡੋ ਅਨਮੈਰਿਡ ਲੜਕੀ ਹੈ ਜਾਂ ਕੋਈ ਵਿਡੋ ਫੀਮੇਲ ਹੈਗੀ ਹੈ, receiving pensions whatever amount may be, ਉਹ ਕੋਈ ਪੈਨਸ਼ਨ ਰਿਸੀਵ ਕਰ ਰਹੀ ਹੈ। ਠੀਕ ਹੈ, ਕਿਹਦੀ ਪੈਨਸ਼ਨ ਰਿਸੀਵ ਕਰ ਰਹੀ ਹੈ, ਕਿਸੇ ਜ਼ਗੀਰਦਾਰ ਦੀ ਡੈਥ ਹੋ ਗਈ, ਕਿਸੇ ਪੈਨਸ਼ਨਰ ਦੀ ਡੈਥ ਹੋ ਗਈ, ਠੀਕ ਹੈ, ਉਹਦੇ ਬਿਹਾਫ ਤੇ ਹੁਣ ਜਿਹੜੀ ਅਨਮੈਰਿਡ ਲੜਕੀ ਹੈ ਜਾਂ ਉਹਦੀ ਵਿਡੋ ਹੈਗੀ ਹੈ ਉਹ ਪੈਨਸ਼ਨ ਰਿਸੀਵ ਕਰ ਰਹੀ ਹੈ। ਅਮਾਊਂਟ ਜਿੰਨੀ ਮਰਜ਼ੀ ਹੋ ਸਕਦੀ ਹੈ,
on the marriage or remarriage ਡੋਰੀ ਪੈਨਸ਼ਨ ਅਲਾਉਡ। ਹੁਣ ਵਿਆਹ ਵਾਸਤੇ ਮੈਂ ਪਹਿਲਾਂ ਉੱਪਰ ਗੱਲ ਕਰ ਚੁੱਕਿਆ, ਜਦੋਂ ਉਹਦੀ ਲੜਕੀ ਦੀ ਉਸ ਲੜਕੀ ਦੀ ਮੈਰਿਜ ਹੋਣੀ ਹੈ, ਜੇ ਕੁਆਰੀ ਸੀ ਤਾਂ ਮੈਰਿਜ ਹੋਣੀ ਹੈ, ਜੇ ਵਿਡੋ ਸੀਗੀ ਕੋਈ ਉਹ ਰੀਮੈਰਿਜ ਕਰਵਾ ਰਹੀ ਹੈ, ਤਾਂ ਜਿਹੜੀ ਡੋਰੀ ਪੈਨਸ਼ਨ ਹੈਗੀ ਹੈ ਮਤਲਬ ਵਿਆਹ ਵਾਸਤੇ ਦਹੇਜ ਵਾਸਤੇ ਜਿਹੜੀ ਪੈਨਸ਼ਨ ਹੈਗੀ ਹੈ ਉਹ ਅਲਾਉ ਕੀਤੀ ਜਾ ਸਕਦੀ ਹੈ ਇਨ ਦਾ ਕੇਸ ਆਫ ਕਮਿਊਟੇਸ਼ਨ। ਉਸਨੂੰ ਜਿਹੜੀ ਪੈਨਸ਼ਨ ਮਿਲ ਰਹੀ ਹੈ ਉਹ ਪੈਨਸ਼ਨ ਨੂੰ ਕਮਿਊਟ ਕਰਕੇ, ਠੀਕ ਹੈ, ਦਾਜ ਵਾਸਤੇ ਦਹੇਜ ਵਾਸਤੇ ਮਤਲਬ ਕਿ ਜਿਹੜਾ ਮੈਰਿਜ ਹੈਗੀ ਹੈ ਉਹ ਮੈਰਿਜ ਵਾਸਤੇ ਜਿਹੜੀ ਪੈਸੇ ਦੀ ਰਿਕੁਆਇਰਮੈਂਟ ਹੈਗੀ ਹੈ ਉਸਦੀ ਉਹ ਰਿਕੁਆਇਰਮੈਂਟ ਪੂਰੀ ਕੀਤੀ ਜਾ ਸਕਦੀ ਹੈ। ਉਹਦੇ ਮੁਤਾਬਕ ਉਹਨੂੰ ਜਿਹੜੀ ਕਮਿਊਟ ਕਰਕੇ ਜਿਹੜੀ ਪੇਮੈਂਟ ਹੈ ਇਨ ਐਡਵਾਂਸ, ਜਿਹਨੂੰ ਕਿ ਨਾਮ ਦਿੱਤਾ ਗਿਆ ਹੈ ਡੋਰੀ ਪੈਨਸ਼ਨ ਦਾ ਨਾਮ ਦਿੱਤਾ ਗਿਆ ਹੈਗਾ, ਉਹਨੂੰ ਦਿੱਤੀ ਜਾ ਸਕਦੀ ਹੈ। ਵੀ ਅਲਾਉਡ ਅ ਸਮ ਇਕੁਅਲ ਟੂ 5 years ਪੈਨਸ਼ਨ। ਇਹ ਅਮਾਊਂਟ ਕਿੰਨੀ ਹੋ ਸਕਦੀ ਹੈ? ਜਿੰਨੂੰ ਉਹਨੂੰ ਪੈਨਸ਼ਨ ਮਿਲਦੀ ਹੈ ਉਹਦੀ 5 ਸਾਲ ਤੱਕ ਦੀ ਜਿਹੜੀ ਅਮਾਊਂਟ ਹੈਗੀ ਹੈ, 5 ਸਾਲ ਦੀ ਅਮਾਊਂਟ ਨੂੰ ਜੋੜ ਕੇ 5 ਸਾਲ ਦੀ ਜਿਹੜੀ ਅਮਾਊਂਟ ਹੈ ਐਡਵਾਂਸ ਉਹਨੂੰ ਦਿੱਤੀ ਜਾ ਸਕਦੀ ਹੈ। ਪਰ ਜਿੱਥੇ ਕਹਿੰਦੇ ਏਜ ਦੀ ਗੱਲ ਆ ਜਾਂਦੀ ਹੈ, ਫਿਰ ਜੇ ਏਜ ਕਿਸੇ ਉਸਦੀ ਮੇਲ ਜਿਹੜੀ ਵੂਮੈਨ ਹੈਗੀ ਹੈ ਜਾਂ ਡਾਟਰ ਹੈਗੀ ਹੈ ਜਾਂ ਵਿਡੋ ਹੈਗੀ ਹੈ, ਜੇ ਉਹਦੀ ਏਜ 70 ਹੈਗੀ ਹੈ, 70 ਪਲੱਸ ਹੈਗੀ ਹੈ, ਤਾਂ ਜਿਹੜੀ ਡੋਰੀ ਪੈਨਸ਼ਨ ਹੈ ਇਹ ਅਲਾਉ ਨਹੀਂ ਕੀਤੀ ਜਾਂਦੀ। ਸਿਵਲ ਸਰਵਿਸ ਰੈਗੂਲੇਸ਼ਨਸ। ਨੈਕਸਟ ਅਸੀਂ ਪੜਾਂਗੇ ਸਿਵਲ ਸਰਵਿਸ ਰੈਗੂਲੇਸ਼ਨਸ। ਕੀ ਕਾਨੂੰਨ ਹੈ ਸਿਵਲ ਸਰਵਿਸ ਦੇ ਵਿੱਚ? ਪੈਰਾ 77 ਫਾਰਮ ਆਫ ਬਿਲਸ ਟੂ ਬੀ ਸਬਮਿਟਡ ਫਾਰ ਦਾ ਕਾਊਂਟਰ ਸਿਗਨੇਚਰ ਆਫ ਦਾ ਕਮਿਸ਼ਨਰ। FCR ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ 9/1/1873 ਨੂੰ, ਵੀ ਜਿਹੜਾ ਫਾਰਮ ਹੈਗਾ ਜਦੋਂ ਬਿੱਲ ਬਣਨਾ ਹੈ, ਉਹ ਜਿਹੜਾ ਫਾਰਮ ਹੈਗਾ ਉਹ ਕਮਿਸ਼ਨਰ ਫਾਰਮ ਦਾ ਬਿਲਸ ਟੂ ਬੀ ਸਬਮਿਟਡ ਫਾਰ ਦਾ ਕਾਊਂਟਰ ਸਿਗਨੇਚਰ ਆਫ ਦਾ ਕਮਿਸ਼ਨਰ ਦੇ ਕਾਊਂਟਰ ਸਿਗਨੇਚਰ ਹੋਣਗੇ। ਕਿਹਦੇ ਲਈ? ਜਦੋਂ ਆਪਾਂ ਡੋਰੀ ਪੈਨਸ਼ਨ ਦੀ ਗੱਲ ਕੀਤੀ ਹੈ, ਡੋਰੀ ਪੈਨਸ਼ਨ ਦਾ ਜਦੋਂ ਕੋਈ ਆਰਡਰ ਬਣਨਾ ਹੈ, ਠੀਕ ਹੈ, ਉਹਦੇ ਵਿੱਚ ਕੀ ਹੋਏਗਾ? ਕਲੈਕਟਰ ਵੱਲੋਂ ਆਰਡਰ ਬਣਾ ਕੇ ਭੇਜਿਆ ਜਾਏਗਾ, ਤਾਂ ਉਹਦੀ ਰਿਕਮੈਂਡੇਸ਼ਨ ਕਮਿਸ਼ਨਰ ਵੱਲੋਂ ਹੋਣੀ ਹੈ। ਫਿਰ ਕੀ ਹੈਗਾ, ਉਹ ਜਿਹੜਾ ਬਿਲਸ ਫਾਰ ਦਾ ਡੋਰੀਜ਼ ਗ੍ਰਾਂਟਡ ਅੰਡਰ ਅਬਵ ਰੂਲ, ਉੱਪਰ 76 ਅਸੀਂ ਪੜ੍ਹਿਆ ਹੈਗਾ ਵੀ ਡੋਰੀ ਪੈਨਸ਼ਨ ਕਦੋਂ ਦਿੱਤੀ ਜਾ ਸਕਦੀ ਹੈ, ਮੈਰਿਜ ਵੇਲੇ ਦਿੱਤੀ ਜਾ ਸਕਦੀ ਹੈ। ਤਾਂ ਇਹ ਜਿਹੜਾ ਬਿੱਲ ਹੈਗਾ ਇਹਦੀ ਜਿਹੜੀ ਰਿਕੁਆਇਰਡ ਕਾਊਂਟਰ ਸਿਗਨੇਚਰ ਆਫ ਦਾ ਕਮਿਸ਼ਨਰ, ਇਹਦੇ ਜਿਹੜੇ ਕਾਊਂਟਰ ਸਿਗਨੇਚਰ ਨੇ ਉਹ ਕਮਿਸ਼ਨਰ ਦੇ ਹੁੰਦੇ ਆ ਇਹਦੇ ਬਿੱਲ ਦੇ ਉੱਪਰ। ਸ਼ੁੱਡ ਵੀ ਇਨ ਦਾ ਫੋਲੋਇੰਗ ਫਾਰਮਸ। ਇਹ ਜਿਹੜਾ ਹੈਗਾ ਫਾਰਮ ਹੈਗਾ ਬਣਿਆ ਹੋਇਆ, ਠੀਕ ਹੈ, ਉਹ ਫਾਰਮ ਜਿਹੜਾ ਜਦੋਂ ਬਿੱਲ ਬਣਨਾ ਹੈ ਕਿਸੇ ਇੱਦਾਂ ਡੋਰੀ ਪੈਨਸ਼ਨ ਦਾ ਜਦੋਂ ਕੋਈ ਬਿੱਲ ਬਣਨਾ ਹੈਗਾ, ਉਹ ਜਿਹੜਾ ਬਿੱਲ ਹੈਗਾ ਬਿੱਲ ਦੇ ਉੱਪਰ ਕਾਊਂਟਰ ਸਿਗਨੇਚਰ ਹੋਣਗੇ ਕਮਿਸ਼ਨਰ ਦੇ। ਨੈਕਸਟ ਹੈ ਪੈਰਾ 78 ਪੈਨਸ਼ਨ ਕਮਿਊਟਡ ਫਾਰ ਡੋਰੀ ਟਿਲ ਵਟ ਡੇਟ ਪੇਬਲ। ਉਹ ਕਹਿੰਦਾ ਜੇ ਡੋਰੀ ਪੈਨਸ਼ਨ ਕਿਸੇ ਨੂੰ ਕਮਿਊਟ ਹੋ ਗਈ, ਠੀਕ ਹੈ, ਆਰਡਰ ਹੋ ਗਿਆ, ਤਾਂ ਜਿਹੜੀ ਇਹ ਪੈਨਸ਼ਨ ਹੈ ਕਦੋਂ ਤੱਕ ਦੇਣੀ ਹੁੰਦੀ ਹੈ? ਦੇਣੀ ਤਾਂ ਸਗੋਂ ਸਿੰਪਲ ਜੀ ਗੱਲ ਹੈ ਵੀ ਡੋਰੀ ਪੈਨਸ਼ਨ ਕਿਉਂ ਦਿੱਤੀ ਜਾ ਰਹੀ ਹੈ? ਡੋਰੀ ਪੈਨਸ਼ਨ ਇਸ ਲਈ ਦਿੱਤੀ ਜਾ ਰਹੀ ਹੈ ਕਿਉਂਕਿ ਉਸ ਲੜਕੀ ਦੀ ਜਾਂ ਉਸ ਵਿਡੋ ਦੀ ਰੀਮੈਰਿਜ ਹੈ ਜਾਂ ਲੜਕੀ ਦੀ ਮੈਰਿਜ ਹੋ ਰਹੀ ਹੈ, ਉਹ ਮੈਰਿਜ ਦੇ ਮਕਸਦ ਦੇ ਲਈ ਹੀ ਡੋਰੀ ਪੈਨਸ਼ਨ ਦਿੱਤੀ ਜਾ ਰਹੀ ਹੈ। ਤੇ ਇਹ ਮਕਸਦ ਦਾ ਮਤਲਬ ਇਹ ਹੈ ਵੀ ਉਹਦੇ ਵਿਆਹ ਤੋਂ ਪਹਿਲਾਂ ਵੈਨ ਇਟ ਡੋਰੀ ਇਜ਼ ਗ੍ਰਾਂਟਡ ਅੰਡਰ ਦਾ ਰੂਲਸ, ਜਦੋਂ ਉੱਪਰਲੇ ਰੂਲਾਂ 76 ਤੇ 77 ਦੇ ਵਿੱਚ ਅਸੀਂ ਕੋਈ ਡੋਰੀ ਪੈਨਸ਼ਨ ਸਰਕਾਰ ਵੱਲੋਂ ਅਲਾਟ ਹੋ ਗਈ ਹੈ, ਗ੍ਰਾਂਟ ਹੋ ਗਈ ਹੈ, ਦਾ ਪੈਨਸ਼ਨ ਸ਼ੁੱਡ ਬੀ ਪੇਡ ਅਪ ਟੂ ਦਾ ਕਲੋਜ਼ ਆਫ ਦਾ ਹਾਫ ਈਅਰ। ਉਸ ਜਿਹੜਾ ਸਾਲ ਹੈਗਾ ਉਸ ਸਾਲ ਦੇ ਅੱਧ ਤੋਂ ਪਹਿਲਾਂ ਹੀ, ਠੀਕ ਹੈ, ਕਲੋਜ਼ ਆਫ ਦਾ ਹਾਫ ਈਅਰ ਇਨ ਵਿਚ ਮੈਰਿਜ ਟੇਕਸ ਪਲੇਸ, ਜਿਹੜੇ ਸਾਲ ਦੀ ਮੈਰਿਜ ਹੈਗੀ ਹੈ ਹੋ ਰਹੀ ਹੈ ਉਹ ਸਾਲ ਦੇ ਹਾਫ ਤੋਂ ਪਹਿਲਾਂ ਜਿਹੜੀ ਹੈਗੀ ਹੈ ਇਹ ਪੈਨਸ਼ਨ ਦਿੱਤੀ ਜਾਣੀ ਬਣਦੀ ਹੈ, ਪੇ ਕੀਤੀ ਜਾਂਦੀ ਹੈ। ਪੈਰਾ 79 ਚ ਹੈਗਾ these rules in applicable to female military pensions। ਜਿੱਥੇ ਕਿਤੇ ਮਿਲਟਰੀ ਪੈਨਸ਼ਨ ਦੀ ਗੱਲ ਕੀਤੀ ਹੈਗੀ ਹੈ, ਮਿਲਟਰੀ ਪੈਨਸ਼ਨ ਦੇ ਵਿੱਚ ਇਹ ਜਿਹੜਾ ਰੂਲ ਹੈ ਉਹ ਲਾਗੂ ਨਹੀਂ ਹੁੰਦਾ ਹੈਗਾ। these rules are not applicable to the female pensioners receiving military pensions। ਉੱਪਰ ਜ਼ਗੀਰਦਾਰ ਦੀ ਗੱਲ ਕੀਤੀ ਹੈ, ਜ਼ਗੀਰਦਾਰ ਦੇ ਕੇਸਾਂ 'ਚ ਇਹ ਜਿਹੜੀ ਹੈਗੀ ਰੂਲ ਲਾਗੂ ਹੁੰਦਾ ਹੈਗਾ, ਮਿਲਟਰੀ ਪੈਨਸ਼ਨ 'ਚ ਲਾਗੂ ਨਹੀਂ ਹੁੰਦਾ। ਨੈਕਸਟ ਹੈ ਪਹਿਲਾਂ 80 ਡਾਊਰੀਜ਼ in commutation of pensions are not claimable by the pensioners whose pensions fall under civil service regulations। ਇੱਦਾਂ ਜਿਵੇਂ ਪੈਨਸ਼ਨ ਦੀ ਗੱਲ ਕੀਤੀ ਹੈ ਉੱਪਰ ਜਿਹੜੀ ਮਤਲਬ ਕਿ ਜਿਹੜੇ ਪੈਨਸ਼ਨ ਹੈਗੇ ਮਿਲਟਰੀ ਪੈਨਸ਼ਨਸ ਹੈਗੀਆਂ ਨੇ ਉਹਦੇ ਵਿੱਚ ਵੀ ਨਹੀਂ ਮਿਲਦੀ ਹੈਗੀ। ਜੇ ਕੋਈ ਸਿਵਲ ਸਰਵਿਸ ਦੇ ਵਿੱਚ ਮੈਟਰ 'ਚ ਕੋਈ ਹੈਗਾ ਜਿਹੜੀ ਪੈਨਸ਼ਨ ਕੋਈ ਲੈਂਦਾ ਹੈ ਉਹਨੂੰ ਵੀ ਡੋਰੀ ਪੈਨਸ਼ਨ ਜਿਹੜੀ ਹੈਗੀ ਨਹੀਂ ਲੋੜ ਹੈਗੀ। ਨੈਕਸਟ ਹੈ ਪੈਨਸ਼ਨਸ ਰੋਲ ਰਿਪੋਰਟਸ ਆਫ ਦਾ ਡੈਥ ਆਫ ਪੈਨਸ਼ਨਰਸ
एंड द मैरिज एंड रीमैरिज ऑफ द फीमेल्स। अभी पहला गल करके हटिया भी जी किसी मैरिज हो जाती है किसी लड़की की ਜਾਂ ਕਿਸੇ ਵਿਡੋ ਦੀ ਰੀਮੈਰਿਜ ਹੋ ਜਾਂਦੀ ਹੈ, ਉਹਦਾ ਜਿਹੜਾ ਰੋਲ ਹੈਗਾ, ਉਹਦੀ ਰਿਪੋਰਟਸ ਹੈਗੀਆਂ ਜਿਹੜੀਆਂ ਉਹ ਕਿਵੇਂ ਕਿਵੇਂ ਜਾਂਦੀਆਂ ਨੇ, ਕਿੱਥੇ ਕਿੱਥੋਂ ਜਾਂਦੀਆਂ ਨੇ, ਤਹਿਸੀਲ ਪੱਧਰ ਤੇ ਰਜਿਸਟਰ ਲੱਗੇ ਹੋਏ ਹੁੰਦੇ ਨੇ। ਠੀਕ ਹੈ, ਪਟਵਾਰੀ ਹਲਕਾ ਇਹਦੇ ਚ ਹੈਗਾ ਕਰੈਕਟਰਿਸਟਿਕਸ ਮਾਰਕਸ। ਪਹਿਲਾਂ 81 ਚ ਕੀ ਲਿਖਿਆ ਹੈ, ਕਰੈਕਟਰਿਸਟਿਕ ਮਾਰਕਸ ਟੂ ਬੀ ਗਿਵਨ ਫॉर द ਆਇਡੈਂਟੀਫਿਕੇਸ਼ਨ ਆਫ द ਪੈਨਸ਼ਨਰਸ द ऑफिसर प्रिपेयरिंग द डिस्क्रिप्टिव रोल। ਜਦੋਂ ਕਿਤੇ ਜਿਹੜਾ ਰਜਿਸਟਰ ਤਿਆਰ ਹੁੰਦਾ ਹੈਗਾ, ਜਿੱਥੇ ਕਿਤੇ ਕੋਈ ਪੈਨਸ਼ਨਰਸ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਤਾਂ ਉਹਦਾ ਰਜਿਸਟਰ ਜਦੋਂ ਤਿਆਰ ਹੁੰਦਾ ਹੈ ਤਾਂ ਉੱਥੇ ਰਜਿਸਟਰ ਦੇ ਵਿੱਚ ਕੋਈ ਕਹਿੰਦੇ ਕੋਈ ਜਿਹੜਾ ਉਹਦੇ ਕੋਈ ਮਾਰਕ ਹੈਗਾ ਜਿਸ ਤੋਂ ਆਇਡੈਂਟੀਫਿਕੇਸ਼ਨ ਹੋ ਸਕਦੀ ਹੋਵੇ ਉਸ ਪੈਨਸ਼ਨਰ ਦੀ, ਬਾਕੀ ਇਹ ਵਿਅਕਤੀ ਹੈਗਾ ਜਿਹੜਾ ਪੈਨਸ਼ਨਰ ਹੈਗਾ। ਕੰਟੇਨਿੰਗ ਪਾਰਟੀਕੂਲਰਸ ਟੂ ਬੀ ਐਂਟਰਡ, ਜਦੋਂ ਇਹ ਸਾਰੇ ਪਾਰਟੀਕੂਲਰ ਰਜਿਸਟਰ ਐਂਟਰ ਕੀਤੇ ਜਾਂਦੇ ਨੇ ਜਦੋਂ ਕੋਈ ਆਰਡਰ ਲੈ ਕੇ ਆਉਂਦਾ ਆਪਣੇ। ਠੀਕ ਹੈ, ਵੀ ਮੈਨੂੰ ਪੈਨਸ਼ਨ ਲੱਗ ਚੁੱਕੀ ਹੈ, ਤਾਂ ਜੋ ਤਹਿਸੀਲ ਪੱਧਰ ਤੇ ਉਹ ਆਰਡਰ ਰਜਿਸਟਰ 'ਚ ਐਂਟਰ ਹੁੰਦਾ ਹੈਗਾ ਤਾਂ ਨਾਲ ਦੀ ਨਾਲ ਉਹਦੇ ਉੱਤੇ ਕੀ ਹੈਗਾ ਇਹਨਾਂ ਪਰਮਨੈਂਟ ਜਿਹੜਾ ਪੇਬਲ ਆਰਡਰ ਹੈਗਾ ਉਹਦੀ ਐਂਟਰੀ ਰਜਿਸਟਰ ਦੇ ਵਿੱਚ ਹੁੰਦੀ ਹੈ। ਉਹਦੇ ਐਨੀ ਮਾਰਕ ਔਨ ਦਾ ਫੇਸ ਆਫ ਦਾ ਪੈਨਸ਼ਨਸ, ਜੇ ਪੈਨਸ਼ਨਰ ਦੇ ਕੋਈ ਫੇਸ ਤੇ ਕੋਈ ਮਾਰਕ ਹੈ ਜਾਂ ਕੋਈ ਹੋਰ ਉਹਦੀ ਬੋਡੀ ਤੇ ਕੋਈ ਮਾਰਕ ਜਿਹੜਾ ਨਜ਼ਰ ਆਉਂਦਾ ਹੈਗਾ, ਜਿਹਨੂੰ ਦੇਖ ਕੇ ਹੀ ਇਹ ਪ੍ਰਜ਼ੂਮ ਕੀਤਾ ਜਾ ਸਕੇ ਜਦੋਂ ਕਿਸੇ ਨੂੰ ਪੈਨਸ਼ਨ ਦਿੱਤੀ ਜਾਣੀ ਹੈ ਤਾਂ ਵੀ ਬਾਕੀ ਇਹ ਵਿਅਕਤੀ ਹੈਗਾ ਜਿਹਨੂੰ ਅਸੀਂ ਪੈਨਸ਼ਨ ਦੇ ਰਹੇ ਹਾਂ, ਉਹਦੀ ਥਾਂ ਤੇ ਕੋਈ ਹੋਰ ਵਿਅਕਤੀ ਆ ਕੇ ਪੈਨਸ਼ਨ ਨਾ ਲੈ ਸਕਦਾ ਹੋਵੇ। ਇਸ ਕਰਕੇ ਜਿਹੜੇ ਮਾਰਕ ਹੈਗੇ, ਕੋਈ ਫੇਸ ਤੇ ਮਾਰਕ ਹੋਵੇ, ਕੋਈ ਹੋਰ ਇੱਦਾਂ ਦਾ ਮਤਲਬ ਕਿ ਸਪਸ਼ਟ ਮਾਰਕ ਹੈਗਾ, ਉਹ ਜਿਹੜਾ ਹੈਗਾ ਉਹ ਦਰਜ ਕਰ ਦਿੱਤਾ ਜਾਣਾ ਚਾਹੀਦਾ ਰਜਿਸਟਰ ਦੇ ਵਿੱਚ ਫॉर द पर्पस टू आइडेंटिफाई द ਪੈਨਸ਼ਨਰਸ। ਨੈਕਸਟ ਹੈ ਪੈਰਾ 82 ਚ ਕੀ ਹੈ, ਦ ਫੋਲੋਇੰਗ ਇੰਸਟਰਕਸ਼ਨਸ ਅਪਲਾਈ ਟੂ ਰਿਪੋਰਟ ਆਫ ਦ ਡੈਥਸ। ਇਹ ਕਹਿੰਦਾ ਕੁਝ ਇੰਸਟਰਕਸ਼ਨਸ ਦਿੱਤੀਆਂ ਗਈਆਂ ਨੇ 82 ਪੈਰੇ ਦੇ ਵਿੱਚ। ਕਾਹਦੇ ਲਈ? ਇਹ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ, ਕਿਸੇ ਰਿਪੋਰਟਸ ਆਫ ਦ ਡੈਥ ਆਫ ਦ ਇੰਡੀਅਨ ਮਿਲਟਰੀ ਐਂਡ ਸਿਵਲ ਪੈਨਸ਼ਨਰਸ, ਕੋਈ ਇੰਡੀਅਨ ਮਿਲਟਰੀ ਦਾ ਕੋਈ ਪੈਨਸ਼ਨ ਦੀ ਡੈਥ ਹੋ ਜਾਂਦੀ ਹੈ, ਜਾਂ ਕੋਈ ਸਿਵਲ ਪੈਨਸ਼ਨਰ ਹੁੰਦਾ ਉਹਦੀ ਡੈਥ ਹੋ ਜਾਂਦੀ ਹੈ, ਜਾਂ ਕੋਈ ਲੜਕੀ ਆ ਉਹਦੀ ਮੈਰਿਜ ਹੋ ਜਾਂਦੀ ਹੈ, ਜਾਂ ਰੀਮੈਰਿਜ ਹੋ ਜਾਂਦਾ ਕਿਸੇ ਫੀਮੇਲ ਦੀ, ਹੈਵਿੰਗ ਫੈਮਿਲੀ ਪੈਨਸ਼ਨਰਸ, ਕੋਈ ਜਿਹੜੀਆਂ ਫੈਮਿਲੀ ਪੈਨਸ਼ਨ ਲੈ ਰਹੀਆਂ ਹੁੰਦੀਆਂ ਨੇ। ਠੀਕ ਹੈ, ਉਹਦੇ ਸੰਬੰਧ ਵਿੱਚ ਕੀ ਕੀ ਕਰਨਾ ਹੁੰਦਾ ਹੈਗਾ। ਨੰਬਰ 1 ਦੇ ਵਿੱਚ ਹੈ ਡੈਥਸ ਆਫ ਦ ਪੈਨਸ਼ਨਰਸ ਐਂਡ ਮੈਰਿਜ ਐਂਡ ਰੀਮੈਰਿਜ ਆਫ ਦ ਫੀਮੇਲ ਗੈਟਿੰਗ ਫੈਮਿਲੀ ਪੈਨਸ਼ਨਸ ਮਸਟ ਬੀ ਐਂਟਰਡ ਬਾਈ ਦ ਪਟਵਾਰੀ ਇਨ ਹਿਜ਼ ਡੈਰੀ। ਜਦੋਂ ਪਟਵਾਰੀ ਹਲਕਾ ਆਪਦੇ ਪਿੰਡ ਦੇ ਵਿੱਚ ਜਾਂਦਾ ਹੈ, ਠੀਕ ਹੈ, ਉਹਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ, ਚੌਕੀਦਾਰ ਰਾਹੀਂ ਮਿਲਦੀ ਹੈ, ਨੰਬਰਦਾਰ ਰਾਹੀਂ ਮਿਲਦੀ ਹੈ, ਜਾਂ ਕਿਸੇ ਹੋਰ ਵਿਅਕਤੀ ਰਾਹੀਂ ਕੋਈ ਇਨਫੋਰਮੇਸ਼ਨ ਮਿਲਦੀ ਹੈ ਵੀ ਫਲਾਣੇ ਕਿਸੇ ਪੈਨਸ਼ਨਰ ਦੀ, ਸਿਵਲ ਪੈਨਸ਼ਨਰ ਹੈ, ਚਾਹੇ ਕੋਈ ਮਿਲਟਰੀ ਪੈਨਸ਼ਨਰ ਹੈ, ਚਾਹੇ ਕੋਈ ਲੇਡੀ ਦੀ ਡੈਥ ਹੋ ਗਈ ਜਿਹੜੀ ਪੈਨਸ਼ਨ ਲੈ ਰਹੀ ਹੈ, ਚਾਹੇ ਕੋਈ ਲੜਕੀ ਹੈ ਜਾਂ ਉਹਦੀ ਮੈਰਿਜ ਹੋ ਗਈ। ਠੀਕ ਹੈ, ਉਹ ਸਾਰੀਆਂ ਜਿਹੜੀਆਂ ਹੈਗੀਆਂ ਵੇਰਵੇ ਹੈਗੇ ਆਪਦੀ ਡੇਅਰੀ 'ਚ ਨੋਟ ਕਰੇਗਾ। ਫਿਰ ਦੈਨ ਪਟਵਾਰੀਜ਼ ਆਰ ਬਾਉਂਡ ਟੂ ਇਨਫੋਰਮ ਕਾਨੂੰਗੋ ਹਲਕਾ ਐਂਡ ਅਦਰ ਰੈਵਨਿਊ ਆਫਿਸਰਸ when they visit in the circle, ਜਦੋਂ ਆਪਦੇ ਸਰਕਲ 'ਚ ਵਿਜ਼ਿਟ ਕਰਦਾ ਹੈਗਾ। ਠੀਕ ਹੈ, ਜਦੋਂ ਕਾਨੂੰਗੋ ਹਲਕਾ ਜਾਂ ਕੋਈ ਰੈਵਨਿਊ ਆਫਿਸਰ ਉਹਦੇ ਹਲਕੇ 'ਚ ਵਿਜ਼ਿਟ ਕਰਦਾ ਹੈਗਾ ਤਾਂ ਪਟਵਾਰੀ ਹਲਕਾ ਵੱਲੋਂ ਜਿਹੜੀ ਇਹ ਇਨਫੋਰਮੇਸ਼ਨ ਹੈਗੀ ਹੈ ਉਹਨੂੰ ਦਿੱਤੀ ਜਾਣੀ ਬਣਦੀ ਹੈ ਕੰਸਰਨਡ ਆਫਿਸਰ ਨੂੰ। ਇਟ ਇਜ਼ ਆਲਸੋ ਦ ਡਿਊਟੀ ਆਫ ਦ ਵਿਲੇਜ ਹੈਡਮੈਨ, ਪਿੰਡ ਦੇ ਨੰਬਰਦਾਰ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਟੂ ਰਿਪੋਰਟ ਸੱਚ ਕੇਸ ਟੂ ਦ ਤਹਿਸੀਲਦਾਰ, ਤਾਂ ਕਿ ਸਰਕਾਰ ਉਹਦੀ ਜਿਹੜੀ ਪੈਨਸ਼ਨ ਹੈਗੀ ਹੈ ਫਰਦਰ ਜੇ ਉਹਨੂੰ ਲੈਪਸ ਕਰ ਦੇਵੇ ਜਾਂ ਉਹਨੂੰ ਮਤਲਬ ਕਿ ਫਰਦਰ ਕੰਟੀਨਿਊ ਕਰਨ ਦੇ ਲਈ ਜਿਹੜਾ ਅਗਲਾ ਆਰਡਰ ਹੈ ਉਹ ਪਾਸ ਕਰੇ। ਅੱਗੇ ਪੈਰਾ 83 ਹੈਗਾ ਰਿਪੋਰਟਸ ਫਰੋਮ ਆਲ ਦਾ ਰੂਰਲ ਏਰੀਆਜ਼। ਸਾਰੇ ਰੂਰਲ ਏਰੀਆ ਤੋਂ ਜਿਹੜੀ ਰਿਪੋਰਟਿੰਗ ਹੁੰਦੀ ਹੈ ਕਿਵੇਂ ਹੁੰਦੀ ਹੈ, ਫੋਲੋਇੰਗ ਆਲ ਦਾ ਰੂਲਸ ਆਫ ਦਾ ਅਬਵ ਰਿਪੋਰਟਿੰਗ। ਤਹਿਸੀਲਦਾਰ ਕਾਨੂੰਗੋ ਹਲਕਾ ਪਟਵਾਰੀ ਹਲਕਾ ਹੈਲਡ ਰਿਸਪੌਂਸੀਬਲ, ਇਸ ਕੰਮ ਦੇ ਲਈ ਆਪਣੀ ਜਿਹੜੀ ਰੈਵਨਿਊ ਏਜੰਸੀ ਆ ਉਹਨੂੰ ਰਿਸਪੌਂਸੀਬਲ ਠਹਿਰਾਇਆ ਗਿਆ ਵੀ ਉਹਦੀ ਜ਼ਿੰਮੇਵਾਰੀ ਬਣਦੀ ਹੈ ਸਾਰੀ। ਇੱਦਾਂ ਦੇ ਕੇਸਾਂ ਦੇ ਵਿੱਚ ਜੇ ਕਿਸੇ ਦੀ ਰਿਪੋਰਟਿੰਗ ਕਰਨੀ ਹੈ, ਕਿਸੇ ਦੀ ਡੈਥ ਹੋ ਗਈ, ਕਿਸੇ ਦੀ ਮੈਰਿਜ ਹੋ ਗਈ, ਰੀਮੈਰਿਜ ਹੋ ਗਈ, ਕਿਸੇ ਫੀਮੇਲ ਦੀ ਜਿਹੜੀ ਪਿੰਡ 'ਚ ਰਹਿੰਦੀ ਸੀਗੀ, ਠੀਕ ਹੈ, ਉਹਦੀ ਸਾਰੀ ਰਿਪੋਰਟਿੰਗ ਕਰਨੀ। ਫਿਰ ਆ ਲਿਸਟ ਆਫ ਦਾ ਸਿਵਲ ਮਿਲਟਰੀ ਪੈਨਸ਼ਨਰਸ ਸਰਵਿਸ ਨॉन ਸਰਵਿਸ ਸ਼ੈਲ ਬੀ ਮੇਨਟੇਨਡ ਬਾਈ ਦਾ ਡਿਸਟ੍ਰਿਕਟ ਕਾਨੂੰਗੋ। ਇਹ ਜਿਹੜੀ ਸਾਰੀ ਰਿਪੋਰਟ ਹੈਗੀ ਹੈ ਇਹ ਇਕੱਠੀ ਹੋ ਕੇ ਫਿਰ ਅੱਗੇ ਇਹਦੀ ਲਿਸਟ ਹੈ ਇਹ ਦਫ਼ਤਰ ਕਾਨੂੰਗੋ ਸਦਰ ਕਾਨੂੰਗੋ ਕੋਲੇ ਇੱਕ ਲਿਸਟ ਬਣ ਜਾਂਦੀ ਹੈ। ਸਿਵਲ ਮਿਲਟਰੀ ਪੈਨਸ਼ਨਰਸ ਦੀ, ਸਰਵਿਸ ਪੈਨਸ਼ਨਰ ਦੀ, ਨॉन ਸਰਵਿਸ ਪੈਨਸ਼ਨਰ ਦੀ ਸ਼ੈਲ ਬੀ ਮੇਨਟੇਨਡ ਬਾਈ ਦਾ ਡਿਸਟ੍ਰਿਕਟ ਕਾਨੂੰਗੋ ਇਨ ਦਾ ਫਾਰਮ ਗਿਵਨ। ਪੈਰਾ 8 ਦੇ ਵਿੱਚ ਸਟੈਂਡਿੰਗ ਆਰਡਰ ਦਾ 55 ਹੈਗਾ, ਉਹ 'ਚ ਪੈਰਾ 8 ਦਿੱਤਾ ਗਿਆ, ਉਹਦੇ ਵਿੱਚ ਕੋਈ ਜਿਹੜੀ ਪਰਫਾਰਮਾ ਦਿੱਤਾ ਗਿਆ ਉਸ ਪਰਫਾਰਮੇ ਦੇ ਵਿੱਚ ਜਿਹੜੀ ਹੈਗੀ ਆ ਉਹ ਲਿਸਟ ਮੇਨਟੇਨ ਕੀਤੀ ਹੈਗੀ ਸਦਰ ਕਾਨੂੰਗੋ ਵੱਲੋਂ। ਟੂ ਅਪਡੇਟ ਹਿਜ਼ ਇਨਫੋਰਮੇਸ਼ਨ ਕੈਨ get the information from the treasury officers।
ਇਸ ਲਿਸਟ ਨੂੰ ਮੇਨਟੇਨ ਕਰਨ ਦੀ ਖਾਤਰ ਜਿਹੜੀ ਹੈਗੀ ਟ੍ਰੈਜਰੀ ਆਫਿਸਰ ਜਿੱਥੋਂ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਨੇ ਉਸ ਪੈਨਸ਼ਨ ਟ੍ਰੈਜਰੀ ਆਫਿਸਰ ਦਾ ਜਿਹੜਾ ਰਿਕਾਰਡ ਹੈਗਾ ਉੱਥੋਂ ਵੀ ਰਿਕਾਰਡ ਕਲੈਕਟ ਕੀਤਾ ਜਾ ਸਕਦਾ ਹੈ। ਇਹਦੇ ਨਾਲ ਜਿਹੜਾ ਸਾਡਾ ਹੈਗਾ ਇਹ ਸਟੈਂਡਿੰਗ ਆਰਡਰ ਨੰਬਰ 7 ਇਹ ਫਿਨਿਸ਼ ਹੋ ਜਾਂਦਾ ਹੈਗਾ। ਸਰ ਹਾਂਜੀ, ਜਿਹੜੇ ਰੂਲਸ ਜਿਹੜੇ ਹੈਗੇ ਆ ਇਹ ਇਸ ਟਾਈਮ ਐਗਜ਼ਿਸਟ ਕਰ ਰਹੇ ਆ ਜਾਂ ਇਹਨਾਂ ਦੀ ਕਿੰਨੀ ਕੁ ਅਹਿਮੀਅਤ ਜਿਹੜੀ ਹੈਗੀ ਹੈ ਇਸ ਟਾਈਮ, ਜਿੱਦਾਂ 1 ਰੁਪਈਆ 2 ਰੁਪਏ ਪੈਨਸ਼ਨ 5 ਰੁਪਏ ਪੈਨਸ਼ਨ, ਇਹ ਇਸ ਟਾਈਮ ਕਿਆ ਇਹ ਅਮਾਊਂਟ ਜਿਹੜੀ ਹੈਗੀ ਹੈ ਐਜ਼ ਇਟ ਇਜ਼ ਚੱਲ ਰਹੀਆਂ ਜਾਂ ਇਹਨਾਂ ਨੂੰ ਅੱਗੇ ਵਧਾਇਆ ਜਾ ਚੁੱਕਿਆ? ਮੇਬੀ ਕੋਈ ਨਵੇਂ ਆਰਡਰ ਹੋ ਗਏ ਹੋਣ ਇਹਦੇ ਸੰਬੰਧ ਵਿੱਚ ਜਿਹੜੇ ਆਪਣੇ ਕੋਲੇ ਨਹੀਂ ਕੋਈ ਆਏ ਹੈਗੇ, ਮੇਬੀ ਕੋਈ ਨਵੇਂ ਆਰਡਰ ਹੋ ਗਏ ਜਾਂ ਕੋਈ ਅਮੈਂਡਮੈਂਟਸ ਹੋ ਚੁੱਕੀਆਂ ਹੋਣ। ਜੀ ਹਾਂ, ਮੇਰੇ ਖਿਆਲ ਤਾਂ ਹੋ ਚੁੱਕੀਆਂ ਹੋਣੀਆਂ ਜਿਹੜੀਆਂ ਸਾਡੇ ਕੋਲੇ ਸਾਡੇ ਪੱਧਰ ਤੇ ਨਹੀਂ ਆਈਆਂ ਹੈਗੀਆਂ, ਕੋਈ ਨਾ ਕੋਈ ਅਮੈਂਡਮੈਂਟਸ ਜੇ ਨਹੀਂ ਹੁੰਦਾ ਫਿਰ ਕਰ ਦਿੱਤੀਆਂ ਜਾਂਦੀਆਂ ਬਣਦੀਆਂ ਨੇ, ਪਰ ਇਹ ਬਹੁਤ ਨੋਮੀਨਲ ਅਮਾਊਂਟਸ ਜਿਹੜੀਆਂ ਹੈਗੀਆਂ ਨੇ। ਪਰ ਹੁਣ ਤਾਂ ਜਿਹੜੀ ਪੈਨਸ਼ਨਰ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਅਮਾਊਂਟਸ ਨੇ ਉਹ ਤਾਂ ਮਤਲਬ ਕਿ ਬਹੁਤ ਜ਼ਿਆਦਾ ਵੱਡੀਆਂ ਅਮਾਊਂਟਸ ਹੈਗੀਆਂ ਨੇ। ਹੁਣ ਇਹ ਜਿਹੜੇ ਦੇਖੋ 1800 ਦੇ ਰੂਲ ਨੇ, 1800 ਦੇ ਆਸ-ਪਾਸ ਦੇ, ਹੁਣ 2000 ਚੱਲ ਰਿਹਾ, 200 ਸਾਲ 150 200 ਸਾਲ ਦਾ ਸਮਾਂ ਬੀਤ ਚੁੱਕਿਆ, ਹੁਣ ਇਹਦੀ ਤਾਂ ਕੋਈ ਵੈਲਿਊ ਹੈ ਨਹੀਂ ਗੀ। ਮਤਲਬ ਮੇਬੀ ਪੋਸੀਬਿਲਿਟੀ ਤਾਂ ਹੈਗੀ ਹੈ ਵੀ ਕੋਈ ਇਹਨਾਂ ਰੂਲਾਂ 'ਚ ਅਮੈਂਡਮੈਂਟ ਹੋ ਚੁੱਕੀ ਹੋਵੇ। ਜਿਵੇਂ ਸਮੇਂ-ਸਮੇਂ ਤੇ ਹੁਣ ਅਸੀਂ ਪੜ੍ਹੇ ਹਾਂ, ਇਹ ਜਿੰਨੇ ਵੀ ਪਹਿਰੇ ਨੇ ਸਾਰੇ ਹੀ ਸਰਕਾਰ ਦੇ ਆਰਡਰ ਨੇ, ਜਿੰਨੇ ਵੀ ਪਹਿਰੇ ਨੇ ਇਹ ਸਾਰੇ ਸਰਕਾਰ ਦੇ ਆਰਡਰ ਨੇ, ਸਮੇਂ-ਸਮੇਂ ਤੇ ਸਰਕਾਰ ਵੱਲੋਂ ਆਰਡਰ ਕੀਤੇ ਜਾਂਦੇ ਰਹੇ ਹੈ। ਪਰ ਹੁਣ ਜਿਵੇਂ ਕਿ ਹੁਣ ਇਹ ਸਾਰੇ ਐਪਲੀਕੇਬਲ ਨਹੀਂ ਰਹੇ। ਹੁਣ ਜੇ ਕਿਸੇ ਦੀ ਲੈਂਡ ਨੂੰ ਕਿਸੇ ਨੂੰ ਅਸਾਈਨ ਕੀਤਾ ਗਿਆ ਤਾਂ ਜੇ ਕਿਸੇ ਜ਼ਗੀਰਦਾਰ ਨੂੰ ਕੀਤਾ ਗਿਆ, ਠੀਕ ਹੈ ਨਾ, ਤਾਂ ਉਹ ਹੁਣ ਇਹ ਪਤਾ ਲੱਗਦਾ ਵੀ ਇਹਨੂੰ ਕਿਸ ਟਾਈਮ ਲਈ ਕੀਤਾ ਗਿਆ ਸੀ, 1 ਪੀੜ੍ਹੀ ਲਈ ਕੀਤਾ ਗਿਆ ਸੀ, 2 ਪੀੜ੍ਹੀ ਲਈ ਕੀਤਾ ਗਿਆ ਸੀ। ਹੁਣ ਕੋਈ ਜ਼ਗੀਰਦਾਰ ਨਹੀਂ ਰਿਹਾ, ਠੀਕ ਹੈ, ਕਿਸੇ ਨੂੰ ਹੁਣ ਜ਼ਗੀਰ ਹੀ ਨਹੀਂ ਦਿੱਤੀ ਜਾ ਰਹੀ ਕਿਸੇ ਤਹਿਸੀਲ ਚੋਂ, ਠੀਕ ਹੈ। ਇਸੇ ਕਰਕੇ ਇਹਨਾਂ ਦੀ ਜਿਹੜੀ ਅਹਿਮੀਅਤ ਹੈ ਉਹ ਘਟ ਜਾਂਦੀ ਹੈਗੀ ਹੈ। ਪਰ ਫਿਰ ਵੀ ਫਾਰ ਦਾ ਹਿਸਟਰੀ ਪਰਪਸ, ਜਿਵੇਂ ਕਿ ਸਾਡਾ ਇਤਿਹਾਸ ਕੀ ਸੀ, ਸਾਡੀ ਹਿਸਟਰੀ ਕੀ ਸੀਗੀ, ਉਹਦੀ ਸਾਨੂੰ ਜਿਹੜੀ ਨੌਲੇਜ ਹੈ ਉਹ ਹੋਣੀ ਜ਼ਰੂਰੀ ਹੈਗੀ ਹੈ। ਹਾਂ, ਬੇਸ ਦੇ ਨਾਲ ਬੇਸ ਦਾ ਪਤਾ ਨਹੀਂ। ਹਾਂ ਠੀਕ ਹੈ ਜੀ। ਅੱਜ ਦਾ ਲੈਕਚਰ ਸੀ ਸਰ। ਹਾਂਜੀ ਸਰ ਇੱਕ ਮਿੰਟ ਸਰ, ਇਹ ਜਿਹੜੇ ਆਪਾਂ ਆਨਸਰ ਲਿਖਾਂਗੇ ਇਹਨੂੰ ਪੈਰਾ ਨੰਬਰ ਲਿਖਾਂਗੇ ਕਿ ਜਾਂ ਰੂਲ ਲਿਖਾਂਗੇ? ਪਹਿਲਾ ਨੰਬਰ ਨੇ, ਪੈਰਾ ਪਹਿਰਾ ਠੀਕ ਹੈ। ਕਿਸ ਦਾ ਕੋਈ ਕੁਐਸਚਨ ਹੈ ਜੀ? ਅੱਜ ਦਾ ਜਿਹੜਾ ਲੈਕਚਰ ਹੈ ਅਸੀਂ ਇੱਥੇ ਖਤਮ ਕਰਾਂਗੇ। ਇਸ ਤੋਂ ਪਹਿਲਾਂ ਕੋਈ ਕੁਐਸਚਨ ਤਾਂ ਕਰ ਸਕਦਾ ਹੈ? ਇਹ ਜੋ ਉਰਦੂ ਦੀ ਕਲਾਸ ਅੱਜ ਨਹੀਂ ਲੱਗੇਗੀ, ਟਾਈਮ 9 ਵੱਜ ਚੁੱਕੇ ਹੈਗੇ ਆ, ਤਾਂ ਇਹ ਤੁਹਾਡਾ ਜਿਹੜਾ ਲੈਕਚਰ ਸੀ ਕਾਫੀ ਲੰਮਾ ਸੀਗਾ। ਠੀਕ ਹੈ ਜੀ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ।